ਸਤਿ ਸ਼੍ਰੀ ਅਕਾਲ ਐਂਡ ਵੈਲਕਮ ਟੂ ਸੀਜੇ ਸਿੱਧੂ ਸ਼ੋ। ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ ਹਰ ਥਰਸਡੇ ਅਸੀਂ ਥੋੜ੍ਹੇ ਰੂਬਰੂ ਹੋਈਦਾ ਅਤੇ ਕਿਸੇ ਨਾ ਕਿਸੇ ਪੋਲੀਟੀਸ਼ੀਅਨ, ਕਮਿਊਨਿਟੀ ਐਕਟਿਵਿਸਟ ਅਤੇ ਜਾਂ ਮੈਡੀਕਲ ਡਾਕਟਰਸ ਨਾਲ ਥੋੜ੍ਹੀ ਗੱਲਬਾਤ ਕਰਾਈ ਦੀ ਹੈ। ਲੇਟਲੀ ਕੋਵਿਡ-19 ਕਰਕੇ ਜ਼ਿਆਦਾ ਅਸੀਂ ਡਾਕਟਰਸ ਨਾਲ ਗੱਲਬਾਤ ਕੀਤੀ ਸੀ ਅਤੇ ਉਹ ਜਿਹੜੀ ਇਨਫੋਰਮੇਸ਼ਨ ਹੁਣ ਵਾਈਡਲੀ ਅਵੇਲੇਬਲ ਹੈ। ਅੱਜ ਆਪਣੇ ਐਵਰੀ ਡੇ ਇਨ ਦ ਮੋਰਨਿੰਗ ਆਪਣੇ ਫੈਡਰਲ ਗੌਰਮੈਂਟ ਹਰ ਜਿਹੜੇ ਨੰਬਰਸ ਹੈ ਉਹਨੂੰ ਅਪਡੇਟ ਕਰਦੀ ਹੈ ਅਤੇ ਸਾਰੀ ਇਨਫੋਰਮੇਸ਼ਨ ਉਹ ਪ੍ਰੋਵਾਈਡ ਕਰਦੀ ਹੈ। ਸੋ ਇਸ ਕਰਕੇ ਇੱਕ ਜਿਹੜਾ ਬਹੁਤ ਹੀ ਇੰਪੋਰਟੈਂਟ ਇਸ਼ੂ ਆਪਣੀ ਕਮਿਊਨਿਟੀ ਦੇ ਵਿੱਚ ਉੱਭਰ ਕੇ ਆਇਆ ਆ, ਉਸ ਦੇ ਬਾਰੇ ਸਾਡੀ ਅੱਜ ਗੱਲਬਾਤ ਹੋਊਗੀ। ਉਹ ਹੈਗਾ ਟੌਪਿਕ ਡਿਮੈਂਸ਼ੀਆ ਬਾਰੇ, ਜਿਹੜੀ ਕਿ ਯਾਦਾਸ਼ਤ ਲੋਕੀ ਭੁੱਲ ਜਾਂਦੇ ਹੈ ਅਤੇ ਯਾਦਾਸ਼ਤ ਭੁੱਲਣ ਕਰਕੇ ਕਈ ਵਾਰੀ ਗਵਾਚ ਜਾਂਦੇ ਹੈ ਅਤੇ ਉਹ ਫੈਮਿਲੀ ਲਈ ਬੜੀ ਦੁਖਨੁਮਾ ਗੱਲ ਹੋ ਜਾਂਦੀ ਹੈ। ਸੋ ਜਿਸ ਤਰ੍ਹਾਂ ਕਿ ਰੀਸੈਂਟਲੀ ਆਪਣੇ ਸਰਦਾਰ ਜਰਨੈਲ ਸਿੰਘ ਸੰਘੇੜਾ ਜਿਹੜੇ ਕਿ ਇਸੇ ਹੀ ਕੰਡੀਸ਼ਨ ਡਿਮੈਂਸ਼ੀਆ ਜਾਂ ਭੁੱਲਣ ਵਾਲੀ ਜਿਹੜੀ ਬਿਮਾਰੀ ਹੈ ਉਹਦੇ ਕਰਕੇ ਉਹ ਮਈ 15 ਨੂੰ ਗਵਾਚ ਗਏ ਸੀਗੇ ਅਤੇ ਸਾਰਾ ਪਰਿਵਾਰ ਅਤੇ ਸਾਰੀ ਕਮਿਊਨਿਟੀ ਨੇ ਬਹੁਤ ਵੱਡੀ ਤਾਦਾਦ ਦੇ ਵਿੱਚ ਆਲਮੋਸਟ 300 ਪੀਪਲਸ ਉਹਨਾਂ ਨੇ ਹੈਲਪ ਕੀਤੀ। ਫਾਈਨਲੀ ਅਨਫੋਰਚੂਨੇਟਲੀ ਫਾਈਂਡ ਹਿਮ, ਹੀ ਵਾਜ਼ ਪਾਸਡ ਅਵੇ। ਸਭ ਤੋਂ ਪਹਿਲਾਂ ਸਾਡੇ ਥਾਟਸ ਪ੍ਰੇਅਰ ਵਿਦ ਦਾ ਫੈਮਲੀਜ਼, ਸੰਘੇੜਾ ਫੈਮਲੀ, ਸਹੋਤਾ ਫੈਮਲੀ ਅਤੇ ਫਗੂਰਾ ਫੈਮਲੀ ਨਾਲ ਸਾਡੇ ਆਪਣਾ ਦੁੱਖ ਦਰਦ ਅਸੀਂ ਉਹਨਾਂ ਨਾਲ ਸਾਂਝਾ ਕਰਦੇ ਹਾਂ, ਸਾਂਝਾ TV ਦੀ ਤਰਫੋਂ, ਅਤੇ ਉਹਨਾਂ ਦੇ ਪਰਿਵਾਰ ਦੇ ਮੈਂਬਰਾਂ ਨਾਲ ਮੇਰੀ ਗੱਲਬਾਤ ਵੀ ਹੋਈ ਸੀਗੀ। ਸੋ ਇਸ ਦੇ ਬਾਰੇ ਅਸੀਂ ਹੋਰ ਗੱਲਬਾਤ ਜਾਰੀ ਰੱਖਾਂਗੇ। ਇਸ ਮਾਮਲੇ 'ਤੇ ਲਾਈਟ ਪਾਉਣ ਲਈ ਅੱਜ ਆਪਣੇ ਵਿੱਚ ਸ਼ਾਮਲ ਹਨ, ਜਿਨ੍ਹਾਂ ਨੂੰ ਕਿਸੇ ਇੰਟਰੋਡਕਸ਼ਨ ਦੀ ਲੋੜ ਨਹੀਂ, ਡਾਕਟਰ ਗੁਲਜ਼ਾਰ ਚੀਮਾ, ਜਿਹੜੇ ਕਿ ਮੇਰੇ ਸ਼ੋਅ 'ਤੇ ਰੈਗੂਲਰਲੀ ਆਉਂਦੇ ਹੈ ਅਤੇ ਅਸੀਂ ਡਿਫਰੈਂਟ ਇਸ਼ੂਜ਼ ਜਿਹੜੇ ਕਮਿਊਨਿਟੀ ਨਾਲ ਬਹੁਤ ਜ਼ਰੂਰੀ ਹੈ ਉਹਨਾਂ ਬਾਰੇ ਗੱਲਬਾਤ ਕਰੀ ਦੀ ਹੈ। ਡਾਕਟਰ ਸਾਹਿਬ ਦੀ ਇੰਟਰੋਡਕਸ਼ਨ ਜਿਵੇਂ ਮੈਂ ਦੱਸਿਆ ਆ ਕਿ ਉਹਨਾਂ ਨੇ ਆਪਣੇ ਕਮਿਊਨਿਟੀ ਦੀ ਸੇਵਾ ਹੀ ਕੀਤੀ ਹੈ ਸਾਰੀ ਉਮਰ, ਨਾਲ ਦੀ ਨਾਲ ਉਹਨਾਂ ਦਾ ਮੈਡੀਕਲ ਪ੍ਰੋਫੈਸ਼ਨ ਹੈਗਾ। 2 ਵਾਰੀ ਉਹ ਵਿਨੀਪੈਗ ਦੇ ਵਿੱਚ MLA ਰਹੇ, ਫਿਰ ਬ੍ਰਿਟਿਸ਼ ਕੋਲੰਬੀਆ 'ਚ ਆਏ। ਇੱਥੇ ਇਹਨਾਂ ਨੇ MLA ਦੇ ਤੌਰ 'ਤੇ ਲਿਬਰਲ ਪਾਰਟੀ ਨਾਲ ਐਜ਼ ਕੈਬਨਿਟ ਮਿਨਿਸਟਰ ਵੀ ਰਹੇ। ਮਲਟੀਕਲਚਰਲਿਜ਼ਮ, ਮੈਂਟਲ ਹੈਲਥ ਜਿਹੜੇ ਪੋਰਟਫੋਲੀਓ ਇਹਨਾਂ ਕੋਲ ਰਹੇ। ਉਸ ਤੋਂ ਇਲਾਵਾ ਫੈਡਰਲੀ ਵੀ ਬਹੁਤ ਇਹਨਾਂ ਦਾ ਯੋਗਦਾਨ ਹੈਗਾ। ਫੈਡਰਲ ਲਿਬਰਲ ਪਾਰਟੀ ਦੇ ਨਾਲ ਬੜੀ ਇਹਨਾਂ ਦੀ ਨਜ਼ਦੀਕੀ ਹੈ, ਆਪਣੇ ਪ੍ਰਾਈਮ ਮਿਨਿਸਟਰ ਮਿਸਟਰ ਜਸਟਿਨ ਟਰੂਡੋ ਵਰਾਂ ਨਾਲ ਬਹੁਤ ਵੱਡੇ ਫੰਡ ਰੇਜ਼ਰ ਹੈ ਅਤੇ ਕਮਿਊਨਿਟੀ ਐਕਟਿਵਿਸਟ ਹੈ। ਸੇਵਾ ਦੀ ਭਾਵਨਾ ਇਹਨਾਂ ਦੀ ਜ਼ਿਆਦਾ ਹੈਗੀ ਹੈ, ਕੋਈ ਆਪ ਦਾ ਪਰਸਨਲ ਇਹਨਾਂ ਨੂੰ ਕੋਈ ਲਾਲਚ ਨਹੀਂ ਹੈਗਾ। ਵੈਲਕਮ ਡਾਕਟਰ ਗੁਲਜ਼ਾਰ ਚੀਮਾ ਐਟ ਸੀਜੇ ਸਿੱਧੂ ਸ਼ੋ। ਸਭ ਤੋਂ ਪਹਿਲਾਂ ਸੀਜੇ ਸਾਰੇ ਤੁਹਾਡੇ ਪ੍ਰੋਗਰਾਮ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਮੇਰੇ ਵੱਲੋਂ ਗ੍ਰੀਟਿੰਗ ਸਾਰਿਆਂ ਨੂੰ ਜਿੱਥੇ ਵੀ ਤੁਹਾਡਾ ਪ੍ਰੋਗਰਾਮ ਵਾਚ ਕਰਦੇ ਪਏ ਨੇ। ਇਹ ਬੜੀ ਦੁਖਦਾਈ ਗੱਲ ਹੋਈ ਹੈ ਮੇਰੇ ਵੱਲੋਂ ਅਤੇ ਸਾਡੀ ਪਰਿਵਾਰ, ਸਾਡੀ ਫੈਮਿਲੀ ਵੱਲੋਂ ਅਤੇ ਸਾਰੀ ਕਮਿਊਨਿਟੀ ਵੱਲੋਂ, ਜੋ ਵੀ ਇਸ ਪਰਿਵਾਰ ਦੇ ਨਾਲ ਇਹ ਅਣਹੋਣੀ ਹੋਈ ਹੈ। ਅੰਕਲ ਜੀ ਦੇ ਬਾਰੇ 'ਚ ਮੈਂ ਉਹਨਾਂ ਦਾ ਅਫਸੋਸ ਜਿਹੜਾ ਮੈਂ ਆਪਣਾ ਤੁਹਾਡੇ ਨਾਲ ਅਫਸੋਸ ਸਾਰਿਆਂ ਨਾਲ ਸ਼ਾਮਲ ਹੁੰਦਾ, ਕਿਉਂਕਿ ਇਹ ਬੜੀ ਦੁਖਦਾਈ ਗੱਲ ਹੈ ਜਦੋਂ ਵੀ ਕੋਈ ਵੀ ਬੰਦਾ ਕੋਈ ਵੀ ਫੈਮਿਲੀ ਵਿੱਚੋਂ ਕਿਸੇ ਕਾਰਨ ਕਰਕੇ ਜਾਂਦਾ ਤਾਂ ਬੜਾ ਮੁਸ਼ਕਿਲ ਹੁੰਦਾ। ਜਿਹੜੀਆਂ ਸਾਡੀਆਂ ਭਾਵਨਾਵਾਂ ਨੇ, ਸਾਡੀਆਂ ਉਹਨਾਂ ਨਾਲ ਜੁੜੀਆਂ ਨੇ ਇਸ ਤਰੀਕੇ ਨਾਲ ਕਿ ਜਿਹੜਾ ਸਾਡਾ ਜਦੋਂ ਅੰਗ ਹੈ, ਸਾਡਾ ਹਿੱਸਾ ਚਲਾ ਜਾਂਦਾ ਅਤੇ ਉਹ ਫਿਰ ਨੈਚੁਰਲੀ ਉਹਦੀ ਜਿੰਨੀ ਵੀ ਤਕਲੀਫ ਫੈਮਿਲੀ ਨੂੰ ਜ਼ਿਆਦਾ ਹੁੰਦੀ ਹੈ, ਬਾਕੀ ਨਾਲ ਦਿਆਂ ਨੂੰ ਜਿੰਨਾ ਕਿਸੇ ਦਾ ਕਨੈਕਸ਼ਨ ਹੈ। ਪਰ ਇਸ ਸਮੇਂ ਦੇ ਵਿੱਚ ਨਾ ਬੜਾ ਅਸੀਂ ਉਹਨਾਂ ਦੇ ਨਾਲ ਹਾਂ, ਕਿਉਂਕਿ ਅਸੀਂ ਤਾਂ ਉਹਨਾਂ ਦੀ ਪ੍ਰੇ ਕਰ ਸਕਦੇ ਹਾਂ, ਬਾਕੀ ਤਾਂ ਸਾਰੇ ਉਹਨਾਂ ਨੂੰ ਸਾਰਿਆਂ ਨੂੰ ਪਤਾ ਵੀ ਕਿ ਅਸੀਂ ਉਹਨਾਂ ਦਾ ਕਿਸ ਤਰੀਕੇ ਨਾਲ ਉਹਨਾਂ ਨੇ ਇਸ ਚੀਜ਼ ਨੂੰ ਹੈਂਡਲ ਕੀਤਾ ਅਤੇ ਸਾਰੀ ਕਮਿਊਨਿਟੀ ਨੇ ਵੀ ਉਹਨਾਂ ਨੇ ਕਾਫੀ ਉਹਨਾਂ ਦੀ ਹੈਲਪ ਕੀਤੀ ਹੈ। ਪਰ ਮੈਂ ਇਹਦੇ ਬਾਰੇ ਨਾ ਡਿਮੈਂਸ਼ੀਆ ਬਾਰੇ ਗੱਲ ਕਰਨੀ ਚਾਹੁੰਦਾ ਜਨਰਲੀ ਕਿ ਪਹਿਲੀ ਗੱਲ ਤਾਂ ਹੈ ਕਿ ਜਿਹੜਾ ਆਪਾਂ ਨੇ ਸੀਜੇ ਅੱਜ ਪ੍ਰੋਗਰਾਮ ਕਰਨਾ, ਹਾਂਜੀ, ਇਹਦੇ ਵਿੱਚ 2 ਗੱਲਾਂ ਮੈਂ ਸ਼ੁਰੂ 'ਚ ਹੀ ਕਰ ਦੇਣਾ ਚਾਹੁੰਦਾ ਕਿ ਇਹ ਕੋਈ ਤੁਹਾਡੇ ਕੋਲ ਫੈਮਿਲੀ ਡਾਕਟਰ ਦਾ ਸਬਸਟੀਟਿਊਟ ਨਹੀਂ ਹੈਗਾ। ਇਹ ਜਿਹੜੀ ਇਨਫੋਰਮੇਸ਼ਨ ਮੈਂ ਤੁਹਾਨੂੰ ਦੇ ਰਿਹਾ ਬੇਸਿਕ ਇਨਫੋਰਮੇਸ਼ਨ ਦੇਣੀ ਹੈ, ਵੈਰੀ ਬੇਸਿਕ, ਅਤੇ ਮੈਡੀਸਨ ਤੋਂ ਮੈਂ ਬਹੁਤ ਦੂਰ ਗੱਲ ਕਰਨੀ ਹੈ। ਹਰ ਚੀਜ਼ ਨੂੰ ਟਰਾਈ ਕਰਨੀ ਹੈ ਵੀ ਜਿੰਨੀ ਵੀ ਇਹਨੂੰ ਸਰਲ ਭਾਸ਼ਾ ਦੇ ਵਿੱਚ ਜਿਹੜੀ ਕਿ ਆਮ ਆਦਮੀ ਨੂੰ ਸਮਝ ਆ ਜਾਏ। ਪਰ ਜੇ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਹੈ, ਕੋਈ ਗੱਲਬਾਤ ਹੈਗੀ ਹੈ, ਫਿਰ ਵੀ ਆਪਣੇ ਡਾਕਟਰ ਨਾਲ ਹਮੇਸ਼ਾ ਕੰਸਲਟ ਕਰ ਲਿਆ ਕਰੋ, ਕਿਉਂਕਿ
ਪਰ ਕਾਫੀ ਮੈਂ ਸਮਝਦਾ ਕਿ ਇਹਦੇ ਬਾਰੇ ਪਹਿਲਾਂ ਵੀ ਅਸੀਂ ਪ੍ਰੋਗਰਾਮ ਕੀਤੇ ਨੇ, UBC ਵਿੱਚ ਪ੍ਰੋਗਰਾਮ ਕੀਤੇ, ਇੱਥੇ ਆਪਾਂ ਗ੍ਰੈਂਡ ਤਾਜ ਦੇ ਵਿੱਚ ਡਿਮੈਂਸ਼ੀਆ ਬਾਰੇ ਬਹੁਤ ਲੰਬੇ ਚੌੜੇ ਤੋਂ ਸਮੇਂ ਤੋਂ ਮੈਂ ਇਹਦੇ ਬਾਰੇ ਗੱਲਬਾਤ ਕਰਦਾ ਆ ਰਿਹਾ, ਕਿਉਂਕਿ ਇਹ ਸਾਡੀ ਬੜਾ ਵੱਡਾ ਇਸ਼ੂ ਉੱਭਰ ਕੇ ਆ ਰਿਹਾ। ਪਹਿਲੀ ਗੱਲ ਤਾਂ ਹੈ ਕਿ ਜਿਹੜਾ ਆਪਾਂ ਉਸ ਚੀਜ਼ 'ਤੇ ਪਹੁੰਚੀਏ ਵੀ ਡਿਮੈਂਸ਼ੀਆ ਕੀ ਹੁੰਦਾ, ਪਹਿਲਾਂ ਆਪਾਂ ਆਪਣੇ ਦਿਮਾਗ ਦੀ ਗੱਲ ਕਰ ਲਈਏ। ਹਾਂਜੀ, ਜਿਹੜਾ ਸਾਡਾ ਬ੍ਰੇਨ ਹੈ, ਦੇਖੋ ਹੁਣ ਮੈਂ ਤੁਹਾਡੇ ਸਾਹਮਣੇ ਬੈਠਾ, ਮੈਂ ਤੁਹਾਡੇ ਨਾਲ ਗੱਲ ਕਰਨਾ ਪਿਆ, ਜੱਸੀ ਹੁਣੀ ਸਾਡਾ ਪ੍ਰੋਗਰਾਮ ਪਿੱਛੋਂ ਡਾਇਰੈਕਟ ਕਰਦੇ ਪਏ ਨੇ, ਜਾਂ ਭਾਜੀ ਤੀਰਥ ਬਾਹਰ ਬੈਠੇ ਨੇ, ਜਾਂ ਭਾਜੀ ਬਿੱਲਾ ਸੰਧੂ ਬਾਹਰ ਵਾਚ ਕਰਦੇ ਪਏ ਨੇ, ਹੋਰ ਵੀ ਜਿਹੜੇ ਤੁਹਾਡੇ ਜਿੰਨੇ ਵੀ ਆਰਗੇਨਾਈਜ਼ਰ ਨੇ ਸਾਰੇ, ਉਹਨਾਂ ਨਾਲ ਮੈਂ ਇੱਕ ਤਰੀਕੇ ਨਾਲ ਕਮਿਊਨੀਕੇਟ ਕਰਨਾ ਪਿਆ। ਮੇਰੇ ਜਿਹੜਾ ਹਰ ਬਾਡੀ ਦੇ ਵਿੱਚ ਜਿਹੜੀ ਕੋਈ ਮੇਰੀ ਮੂਵਮੈਂਟ ਹੈ, ਮੇਰੇ ਇਮੋਸ਼ਨਸ ਨੇ, ਮੇਰੀ ਗੱਲਬਾਤ ਹੈ, ਮੇਰਾ ਹੱਥ ਹਿਲਦੇ ਪਏ ਨੇ, ਮੇਰੀ ਅੱਖਾਂ ਚੱਲਦੀਆਂ ਪਈਆਂ ਨੇ, ਮੈਂ ਦੇਖਦਾ ਪਿਆ, ਮੈਂ ਗੱਲਬਾਤ ਕਰਦਾ ਪਿਆ, ਤੁਹਾਡੇ ਨਾਲ ਸਾਰਿਆਂ ਨਾਲ ਕਮਿਊਨੀਕੇਸ਼ਨ ਕਰਨਾ ਪਿਆ। ਇਸੇ ਤਰੀਕੇ ਨਾਲ ਜਿਹੜਾ ਸਾਰਾ ਕਮਿਊਨੀਕੇਸ਼ਨ ਹੈ ਕਿੱਥੋਂ ਚੱਲਦਾ, ਸਾਡੇ ਦਿਮਾਗ ਤੋਂ ਚੱਲਦਾ। ਦਿਮਾਗ, ਬ੍ਰੇਨ ਹੀ ਸਾਡੀ ਬਾਡੀ ਹੈ। ਬ੍ਰੇਨ ਤੋਂ ਬਿਨਾਂ ਸਾਡੀ ਬਾਡੀ ਤੇ ਬਿਲਕੁਲ ਖਤਮ ਹੈ। ਸੋ ਜਿਹੜਾ ਬ੍ਰੇਨ ਦਾ ਹਰ ਇੱਕ ਜਿਹੜਾ ਹਿੱਸਾ, ਸੋ ਬੇਸਿਕਲੀ ਡਾਕਟਰ ਸਾਹਿਬ ਕੰਪਿਊਟਰ ਆ ਆਪਣੀ ਬਾਡੀ ਦਾ। ਇਹ ਬ੍ਰੇਨ ਦਾ ਜਿਹੜਾ ਨਾ ਮੋਰ ਦੈਨ ਕੰਪਿਊਟਰ ਹੈ। ਹਰ ਚੀਜ਼ ਜਿਹੜੀ ਨਾ ਬਾਡੀ ਦੀ, ਕੋਈ ਤੁਹਾਡਾ ਬਾਡੀ ਦਾ ਹਿੱਸਾ ਨਹੀਂ। ਹੁਣ ਤੁਸੀਂ ਆਪਣੀ ਐਨਕ ਉਤਾਰੀ ਹੈ, ਤੁਹਾਨੂੰ ਕਿਤੇ ਨੂੰ ਡਾਇਰੈਕਸ਼ਨ ਮਿਲੀ ਹੈ, ਤੁਸੀਂ ਉਸ ਹਿਸਾਬ ਨਾਲ ਆਪਣੀ ਐਨਕ ਉਤਾਰੀ ਹੈ। ਤੁਸੀਂ ਮੇਰੇ ਨਾਲ ਗੱਲ ਕਰਦੇ ਪਏ ਹੋ, ਤੁਸੀਂ ਤੁਹਾਡੀ ਮੇਰੇ ਨਾਲ ਕਮਿਊਨੀਕੇਸ਼ਨ ਹੋ ਰਹੀ ਹੈ। ਤੁਹਾਡਾ ਜਿਹੜਾ ਦਿਮਾਗ ਦਾ ਫਰੰਟ ਪਾਰਟ ਦਾ ਹਿੱਸਾ, ਉਹ ਤੁਹਾਡੀ ਇਮੋਸ਼ਨ ਨਾਲ ਗੱਲ ਹੋ ਰਹੀ ਹੈ। ਜਿਹੜਾ ਲੈਂਗੁਏਜ ਦਾ ਮੈਂ ਤੁਹਾਡੇ ਨਾਲ ਗੱਲ ਕਰਨਾ ਪਿਆ, ਉਹ ਮੇਰੀ ਲੈਂਗੁਏਜ ਤੇ ਜਿਹੜੀ ਮੈਮਰੀ, ਉਹ ਮੇਰੀ ਇੱਥੇ ਇੱਕ ਪਾਰਟੀ ਇਹਦਾ ਬ੍ਰੇਨ ਦਾ ਹਿੱਸਾ ਹੁੰਦਾ, ਹਿਪੋਕੈਂਪਸ, ਉੱਥੋਂ ਆ ਰਹੀ ਹੈ। ਸੋ ਇਸੇ ਤਰੀਕੇ ਨਾਲ ਜਿਹੜਾ ਮੈਂ ਤੁਹਾਨੂੰ ਦੇਖਦਾ ਪਿਆ, ਉਹ ਮੇਰਾ ਬ੍ਰੇਨ ਦਾ ਪਿਛਲਾ ਹਿੱਸਾ, ਉੱਥੋਂ ਜਿਹੜੀ ਇਨਫੋਰਮੇਸ਼ਨ ਮੇਰੀ ਆਈਜ਼ ਰਿਸੀਵ ਕਰਕੇ ਤੁਹਾਡੇ ਨਾਲ ਗੱਲ ਕਰਦੀਆਂ ਪਈਆਂ ਨੇ, ਉਹ ਮੈਂ ਆਪਣੇ ਹਿੱਸੇ ਮੂਵ ਕਰਨਾ ਪਿਆ ਬਾਡੀ ਦੇ। ਜਿਹੜੀਆਂ ਬਾਕੀ ਨਰਵਜ਼ ਨੇ ਸਾਰੀਆਂ, ਉਹ ਸਾਰੀਆਂ ਕੋਆਰਡੀਨੇਟ ਕਰਕੇ। ਸੋ ਗੱਲ ਕਰਨ ਦਾ ਇਹ ਮਤਲਬ ਹੈ ਕਿ ਜਿਹੜਾ ਬ੍ਰੇਨ ਹੈ, ਇਹੀ ਅਸੀਂ ਆ ਤੇ ਇਹੋ ਬ੍ਰੇਨ ਸਾਡੀ ਗੱਲ ਹੈ। ਠੀਕ ਹੈ। ਸੋ ਡਾਕਟਰ ਸਾਹਿਬ ਤੁਹਾਨੂੰ ਟੋਕਦਾ ਥੋੜੀ ਜਿਹੀ, ਆਪਾਂ ਕਾਲ ਲੈ ਲਈਏ ਕਿਉਂਕਿ ਅੱਜ ਕਾਫੀ ਇੰਟਰਸਟ ਹੈਗਾ ਲੋਕਾਂ ਨੂੰ ਡਾਕਟਰ ਸਾਹਿਬ। ਸੋ ਹਾਂਜੀ ਕਾਲਰ, ਤੁਸੀਂ ਲਾਈਨ ਤੇ ਹੋ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਹਰਵਿੰਦਰ ਫਗੂੜਾ। ਹਾਂਜੀ, ਥੈਂਕ ਯੂ ਜੀ। ਹਾਂਜੀ ਹਾਂਜੀ ਹਾਂਜੀ, ਸਾਰਿਆਂ ਨੂੰ ਪਹਿਲਾਂ ਮੈਂ ਸਾਰੀ ਕਮਿਊਨਿਟੀ ਦਾ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਮੰਗਦੀ ਹਾਂ ਕਿ ਜਿਨ੍ਹਾਂ ਨੇ ਸਾਡੀ ਬਹੁਤ ਜ਼ਿਆਦਾ ਹੈਲਪ ਕੀਤੀ। ਹਾਂਜੀ ਹਾਂਜੀ, ਤੇ ਸਾਰੀ ਪੁਲਿਸ ਨੇ, ਸਾਰਿਆਂ ਨੇ ਬਹੁਤ ਜ਼ਿਆਦਾ ਸਾਡਾ ਸਾਥ ਦਿੱਤਾ। ਹਾਂਜੀ, ਤੇ ਆਪਣੇ ਇਹ ਹਾਂਜੀ ਆਪਣੇ ਜਰਨੈਲ ਸਿੰਘ ਜੀ ਸੰਘੇੜਾ ਦੀ ਬੇਟੀ ਹਰਵਿੰਦਰ ਕੌਰ ਫਗੂਰਾ ਆਪਣੇ ਨਾਲ ਗੱਲ ਕਰ ਰਹੇ ਆ। ਤੇ ਡਾਕਟਰ ਸਾਹਿਬ ਨੂੰ ਤੁਹਾਡਾ ਕੀ ਕੁਐਸਚਨ ਹੈ ਜੀ ਇਸ ਦੇ ਬਾਰੇ? ਤੁਸੀਂ ਪਰਿਵਾਰ ਨੇ ਜਦੋਂ ਤੁਸੀਂ ਇਹਦੇ ਥਰੂ ਗਏ ਆ ਤੇ ਕਾਫੀ ਗੱਲਾਂ ਉੱਭਰ ਕੇ ਆਈਆਂ ਹੋਣੀਆਂ। ਹਾਂਜੀ, ਮੇਰਾ ਸਵਾਲ ਇਹ ਹੈ, ਸਾਰਿਆਂ ਤੋਂ ਪਹਿਲਾਂ ਮੈਂ ਇਹ ਪੁੱਛਣਾ ਮੰਗਦੀ ਹਾਂ ਕਿ ਜਦੋਂ ਵੀ ਹੁਣ ਜਿੱਦਾਂ ਸਾਡੇ ਪਾਪਾ ਜੀ ਨੂੰ ਪ੍ਰੋਬਲਮ ਸੀਗੀ ਨਾ, ਤੇ ਅਸੀਂ ਡਾਕਟਰ ਦੇ ਕੋਲ ਗਏ ਸੀਗੇ, ਸਪੈਸ਼ਲਿਸਟ ਕੋਲ। ਉਹਨਾਂ ਨੇ ਪਹਿਲਾਂ ਫੈਮਿਲੀ ਡਾਕਟਰ ਦੇ ਕੋਲ ਗਏ ਆ, ਤੇ ਉਹਨਾਂ ਨੇ ਇਹ ਕਿਹਾ ਕਿ ਦੱਸ ਕੇ ਵੀ ਸਾਨੂੰ ਵੀ ਚੇਤਾ ਭੁੱਲ ਜਾਂਦਾ ਆ, ਰਾਈਟ? ਹਾਂਜੀ, ਜਦੋਂ ਅਸੀਂ ਉਹਨਾਂ ਨੂੰ ਐਕਸਪਲੇਨ ਕੀਤਾ, ਬਟ ਜਦੋਂ ਫਿਰ ਇੱਕ ਵਾਰੀ ਮੈਂ ਗਈ, ਮੈਂ ਉਹਨਾਂ ਨੂੰ ਦੱਸਿਆ, ਮੈਂ ਕਿਹਾ ਵੀ ਅਸੀਂ ਕੰਸਰਨ ਆ ਪਾਪਾ ਜੀ ਦੇ ਚੇਤਾ ਭੁੱਲਣ ਤੇ ਸਾਨੂੰ ਤੁਸੀਂ ਇਹਨਾਂ ਦੇ ਲਈ ਕੋਈ ਦਵਾਈ ਜਾਂ ਕੁਛ ਦਿਓ, ਹੈ ਨਾ? ਹਾਂਜੀ। ਤੇ ਫਿਰ ਉਹਨਾਂ ਨੇ ਸਪੈਸ਼ਲਿਸਟ ਦੀ ਅਪਾਇੰਟਮੈਂਟ ਬਣਾਈ, ਪਰ ਸਪੈਸ਼ਲਿਸਟ ਉਹਨਾਂ ਨੇ ਵੀ ਉਹਨਾਂ ਨੂੰ ਕੋਈ ਦਵਾਈ, ਉਹ ਕਹਿੰਦੇ ਅਜੇ ਇਹਨਾਂ ਨੂੰ ਦਵਾਈ ਦੀ ਕੋਈ ਜ਼ਰੂਰਤ ਨਹੀਂ। ਹਾਂਜੀ, ਤੇ ਮੈਂ ਡਾਕਟਰ ਸਾਹਿਬ ਨੂੰ ਪੁੱਛਣਾ ਮੰਗਦੀ ਹਾਂ ਵੀ ਕਿਹੜੀ ਸਟੇਜ ਤੇ ਜਾ ਕੇ ਕਿ ਤੁਸੀਂ ਪੇਸ਼ੈਂਟ ਨੂੰ ਦਵਾਈ ਦਿੰਦੇ? ਤੇ ਪਹਿਲੀ ਗੱਲ ਤੇ ਕਿ ਮਿਸਿਸ ਫਗੂੜਾ, ਮੈਂ ਤੁਹਾਡੇ ਨਾਲ ਸਾਡੀ ਸਾਰਿਆਂ ਦੀ ਬੜੀ ਸਿੰਮਤੀ ਹੈ, ਪਰ ਸਿੰਮਤੀ ਦੇ ਨਾਲ ਹੁਣ ਜਿਹੜਾ ਤੁਸੀਂ ਸਵਾਲ ਪੁੱਛਿਆ, ਇਹ ਮੈਂ ਸਮਝਦਾ ਕਿ ਬਹੁਤ ਹੀ ਟਾਈਮਲੀ ਸਵਾਲ ਹੈ, ਕਿਉਂਕਿ ਪਹਿਲੀ ਗੱਲ ਤਾਂ ਬੜੀ ਹਿੰਮਤ ਚਾਹੀਦੀ ਹੈ ਵੀ ਇਸ ਟਾਈਮ ਦੇ ਵਿੱਚ ਆ ਕੇ ਤੁਸੀਂ ਸਵਾਲ ਕਰਦੇ ਪਏ ਹੋ, ਅਤੇ ਬੜਾ ਮੈਂ ਸਮਝਦਾ ਵੀ ਤੁਸੀਂ ਇਸ ਚੀਜ਼ ਨੂੰ ਲੋਕਾਂ ਨੂੰ ਸਮਝਾਉਣਾ ਚਾਹੁੰਦੇ ਹੋ ਵੀ ਕਿਸ ਟਾਈਮ 'ਤੇ ਕਿਹੜਾ ਕੰਮ ਕਰਨਾ। ਸੋ ਇਹ ਬਹੁਤ ਹੀ ਇੰਪੋਰਟੈਂਟ ਹੈ। ਪਹਿਲੀ ਗੱਲ ਤਾਂ ਇਹ ਵੀ ਜਿਹੜਾ ਡਿਮੈਂਸ਼ੀਆ ਨਾ, ਇਹ ਕੋਈ ਇੱਕ ਤਾਂ ਡਾਇਗਨੋਸਿਸ ਹੈ ਨਹੀਂ, ਇਹ ਸਾਰਾ ਜਿਹੜਾ ਬਾਡੀ ਦਾ, ਇਹਦੇ ਕਈ ਤਰ੍ਹਾਂ ਦੇ ਹੁੰਦੇ ਨੇ। ਯਾਦਦਾਸ਼ਤ ਜਿਹੜੀ ਹੈ ਨਾ, ਕਈ ਕਾਰਨਾਂ ਕਰਕੇ ਘਟਦੀ ਹੈ। ਹੁਣ ਆਪਾਂ ਉਹ ਗੱਲ ਨਹੀਂ ਕਰਦੇ, ਇਹਦੀ ਮੈਂ ਵਰਾਇਟੀਜ਼ ਦੀ ਗੱਲ ਨਹੀਂ ਕਰਨੀ, ਡਿਮੈਂਸ਼ੀਆ ਦੀ ਮੈਂ ਗੱਲ ਕਰਨਾ ਵੀ ਮੋਸਟ ਜਿਹੜੀ ਹੈ ਨਾ 60 ਤੋਂ 80% ਇਹ ਹੁੰਦੀ ਹੈ ਉਹਨਾਂ ਦੇ ਵਿੱਚ, ਜਿਹੜਾ ਕਿ ਅਲਜ਼ਾਈਮਰ ਜਿਹੜੀ ਡਿਜ਼ੀਜ਼ ਹੈ ਉਹਦੇ ਨਾਲ ਹੁੰਦਾ। ਉਹਦੇ ਨਾਲ ਕੀ ਹੁੰਦਾ ਕਿ
ਜਦੋਂ ਉਮਰ ਹੁੰਦੀ ਹੈ ਇਨਸਾਨ ਦੀ ਕੋਈ 50 ਜਾਂ 60 ਸਾਲ ਮੋਸਟ ਆਫ ਦੀ, ਉਸ ਟਾਈਮ ਦੇ ਵਿੱਚ ਕਈਆਂ ਲੋਕਾਂ ਨੂੰ ਜਿਹੜਾ ਨਾ ਹੌਲੀ ਹੌਲੀ ਜਿਹੜੇ ਬ੍ਰੇਨ ਦੇ ਸੈੱਲ ਨੇ ਨਾ ਉਹਨਾਂ ਦਾ ਕੰਮ ਕਰਨਾ ਘਟਣਾ ਸ਼ੁਰੂ ਹੋ ਜਾਂਦਾ। ਕਿਸ ਤਰ੍ਹਾਂ ਹੁੰਦਾ? ਕਿਉਂਕਿ ਜਿਹੜਾ ਸਾਡਾ ਦਿਮਾਗ ਹੈ ਇਹਦੇ ਵਿੱਚ ਮਿਲੀਅਨਸ ਆਫ ਸੈਲਸ ਨੇ, ਉਹ ਸਾਰਿਆਂ ਨੇ ਕੰਮ ਕਰਨਾ। ਉਹ ਜਦੋਂ ਕੰਮ ਉਹਨਾਂ ਨੇ ਇੱਕ ਦੂਜੇ ਨਾਲ ਉਹਨਾਂ ਦਾ ਕਨੈਕਸ਼ਨ ਹੁੰਦਾ, ਕਨੈਕਸ਼ਨ ਦੇ ਨਾਲ ਉਹਦੀ ਕਈ ਤਰ੍ਹਾਂ ਦੇ ਇਲੈਕਟ੍ਰੀਕਲ ਕਨੈਕਸ਼ਨਸ, ਬਾਕੀ ਜਿਹੜੀਆਂ ਟੈਕਨੀਕਲ ਗੱਲਾਂ ਮੈਂ ਨਹੀਂ ਕਰਦਾ। ਇੰਨਾ ਹੈਗਾ ਕਿ ਜਿਹੜੇ ਕਿਸੇ ਵੀ ਸੈੱਲ ਨੂੰ ਕੰਮ ਕਰਨ ਵਾਸਤੇ ਉਹਨੂੰ ਬ੍ਰੇਨ ਦਾ ਹੈਲਥੀ ਹੋਣਾ ਬੜਾ ਜ਼ਰੂਰੀ ਹੈ। ਪਰ ਕਈ ਲੋਕਾਂ ਵਿੱਚ ਇਹ ਹੁੰਦਾ ਕਿ ਜਿਹੜਾ ਬ੍ਰੇਨ ਦੇ ਜਿਹੜੇ ਸੈੱਲ ਦੇ ਵਿੱਚ ਨਾ ਪ੍ਰੋਟੀਨ ਇਕੱਠੇ ਹੋਣ ਨਾਲ ਜਾਂ ਕਿਸੇ ਤਰ੍ਹਾਂ ਦੇ ਸੈੱਲ ਦੇ ਵਿੱਚ ਡਿਸਫੰਕਸ਼ਨ ਹੋਣ ਨਾਲ ਇਹ ਕਾਫੀ ਅਰਲੀ ਸਟੇਜ ਤੋਂ ਇਹਦਾ ਇੰਪੈਕਟ ਹੁੰਦਾ। ਇਹ ਸਪੋਜ਼ ਵੀ ਜੇ ਹੁਣ ਮੈਂ ਦੱਸਣਾ, ਮੈਂ 66 ਸਾਲ ਦਾ ਅੱਜ, ਜੇ ਮੈਨੂੰ 66 ਸਾਲ ਦੀ ਉਮਰ ਦੇ ਵਿੱਚ ਗੱਲਾਂ ਭੁੱਲਣੀਆਂ ਸ਼ੁਰੂ ਹੋ ਗਈਆਂ ਕਿ ਸਭ ਤੋਂ ਪਹਿਲਾਂ ਗੱਲ ਇਹ ਭੁੱਲਦੀ ਹੈ ਕਿ ਜਿਹੜੀ ਨਾ ਤੁਹਾਡੀ ਮੈਮਰੀ, ਤੁਹਾਡੀ ਯਾਦਾਸ਼ਤ। ਬਾਕੀ ਸੈਕਿੰਡ ਹੁੰਦਾ ਕਿ ਜਿਹੜਾ ਸੈਕਿੰਡ ਪਾਰਟ ਕਿ ਲੈਂਗੁਏਜ ਦਾ, ਉਹ ਜਿਹੜਾ ਦਿਮਾਗ ਦਾ ਹਿੱਸਾ ਨਾ ਸਭ ਤੋਂ ਪਹਿਲਾਂ ਉਹਦੇ ਤੇ ਹੁੰਦਾ ਇੰਪੈਕਟ। ਸੋ ਦੋ ਚੀਜ਼ਾਂ ਜੇ ਪ੍ਰੋਗਰਾਮ ਸਾਡਾ ਵੇਖਣ ਵਾਲੇ ਅੱਜ ਫੈਮਿਲੀ ਵਿੱਚ ਕਿਸੇ ਨੂੰ ਨੋਟ ਕਰਦੇ ਨੇ ਵੀ ਉਹਨਾਂ ਨੂੰ ਇਹ ਦੋ ਗੱਲਾਂ ਦਾ ਧਿਆਨ ਜਿਹੜਾ ਨਾ ਉਹਦੇ ਵਿੱਚ ਫ਼ਰਕ ਪੈ ਰਿਹਾ। ਫਾਰ ਐਗਜ਼ਾਮਪਲ ਕਿ ਜੇ ਤੁਹਾਡੇ ਘਰ ਦੇ ਤੁਹਾਨੂੰ ਬਾਰ-ਬਾਰ ਪੁੱਛਣ ਵੀ ਤੁਹਾਡਾ ਨਾਂ ਕੀ ਆ, ਮੈਂ ਨਾਂ ਭੁੱਲ ਗਿਆ, ਫਿਰ ਕਹਿਣਗੇ ਵੀ ਕਿਉਂਕਿ ਫਿਰ ਉਸ ਤੋਂ ਬਾਅਦ ਪੁੱਛਣ ਵੀ ਮੇਰੀ ਗਲੀ ਦਾ ਕੀ ਨਾਂ ਹੈ, ਮੇਰੇ ਟੈਲੀਫੋਨ ਦਾ ਨਹੀਂ ਪਤਾ, ਮੇਰੇ ਬੇਟੇ ਦਾ ਕੀ ਨਾਂ ਹੈ, ਮੇਰੀ ਬੇਟੀ ਦਾ, ਜਿਹੜਾ ਇਮੀਡੀਏਟਲੀ ਜਿਹੜੀ ਗੱਲਬਾਤ ਹੈ ਨਾ, ਜਾਂ ਕਹਿਣਗੇ ਵੀ ਮੈਂ ਹੁਣੇ ਵਾਸ਼ਰੂਮ ਗਿਆ ਸੀ ਫਿਰ ਮੈਂ ਭੁੱਲ ਗਿਆ। ਮੈਂ ਛੋਟੀਆਂ ਗੱਲਾਂ, ਇਹਨਾਂ ਨੂੰ ਗੱਲਾਂ ਨੂੰ ਕਈ ਵਾਰੀ ਆਪਾਂ ਕਹਿ ਦਿੰਦੇ ਹਾਂ ਘਰ ਦੇ ਵਿੱਚ ਵੀ ਕੋਈ ਗੱਲ ਨਹੀਂ ਜੀ, ਬਸ ਪਤਾ ਨਹੀਂ ਅਪਸੈਟ ਨਹੀਂ ਹੈਗੇ ਉਹ ਐਕਚੁਅਲੀ ਉਹਨਾਂ ਨੂੰ ਪ੍ਰੋਬਲਮ ਸ਼ੁਰੂ ਹੋ ਰਹੀ ਉਸ ਟਾਈਮ ਦੇ ਵਿੱਚ। ਸੋ ਜਿਹੜੀ ਇਹਨੂੰ ਟੋਟਲ ਜਦੋਂ ਇਹਦੀ ਮੈਮਰੀ ਦਾ ਲਾਸ ਇੰਨਾ ਹੋ ਜਾਂਦਾ ਕਿ ਆਦਮੀ ਕੰਮ ਬਿਲਕੁਲ ਫੰਕਸ਼ਨ ਨਹੀਂ ਕਰਦਾ, ਉਹ ਲੱਗਦੇ ਨੇ 10 ਤੋਂ 15 ਸਾਲ, ਇੱਕਦਮ ਨਹੀਂ ਹੁੰਦਾ। ਸੋ ਇਹਦੇ ਤੋਂ ਸਿੱਖਣ ਦੀ ਇੱਕੋ ਗੱਲ ਹੈ ਵੀ ਜਦੋਂ ਅਰਲੀ ਇਹੋ ਜਿਹੇ ਸਿੰਪਟਮ ਆਉਣ, ਤੁਸੀਂ ਉਹਦੇ ਵਿੱਚੋਂ ਦੇਖਣਾ ਵੀ ਕਿਹੜੀਆਂ ਗੱਲਾਂ ਆਪਾਂ ਪ੍ਰੀਵੈਂਸ਼ਨ ਕਰ ਸਕਦੇ ਹਾਂ। ਜਿਹੜੀ ਮੈਡੀਸਨ ਦੀ ਗੱਲ ਹੈ ਕਿ ਇਹਦੇ ਵਾਸਤੇ ਕੋਈ ਵੀ ਸਪੈਸੀਫਿਕ ਮੈਡੀਸਨ ਨਹੀਂ ਇਹੋ ਜਿਹੀ ਬਣੀ ਕਿ ਜਿਹੜੀ 100% ਇਹਨੂੰ ਕਰੈਕਟ ਕਰੇ। ਪਰ ਜਿਹੜੇ ਇਹਦੇ ਕਾਜ਼ਜ਼ ਨੇ ਉਹਦੇ ਬਾਰੇ ਕਾਫੀ ਖੋਜ ਹੋ ਰਹੀ ਹੈ। ਹੋ ਸਕਦਾ ਵੀ ਆਉਣ ਵਾਲੇ ਸਮੇਂ ਵਿੱਚ ਕੋਈ ਨਾ ਕੋਈ ਮੈਡੀਸਨ ਇਹਦੇ ਬਾਰੇ ਆਏ। 1-2 ਮੈਡੀਸਨ ਨੇ ਉਹ ਟੈਂਪਰੇਰੀ ਕੰਮ ਕਰਦੀਆਂ ਪਰ ਜ਼ਿਆਦਾ ਨਹੀਂ। ਸੋ ਅਨਫੋਰਚੂਨੇਟਲੀ ਇਹਦਾ ਜਿਹੜਾ ਇਹ ਹੈਗੀ ਹੈ ਡੀਜਨਰੇਟਿਵ ਡਿਜ਼ੀਜ਼, ਇਹਦੇ ਹੌਲੀ ਸੈੱਲ ਮਰ ਕੇ, ਸੈੱਲ ਜਦੋਂ ਮਰੀ ਜਾਂਦੇ ਬ੍ਰੇਨ ਦੇ ਵਿੱਚ ਉਹਨਾਂ ਨੇ ਕੰਮ ਨਹੀਂ ਕਰਨਾ। ਜਿਉਂ ਸੈੱਲ ਮਰਦੇ ਨੇ ਉਸੇ ਹਿਸਾਬ ਨਾਲ ਇਨਸਾਨ ਦੀ ਸੋਚਣ ਸ਼ਕਤੀ, ਉਹਦੀ ਮੈਮਰੀ, ਉਹਦਾ ਜਿਹੜਾ ਕੋਗਨੀਟਿਵ, ਉਹਦਾ ਜਿਹੜਾ ਨਾ ਕਨਸੈਪਟ ਦਾ, ਉਹਨੂੰ ਲੋਕੇਸ਼ਨ ਦਾ, ਉਹਨੂੰ ਨਾਂ ਦਾ, ਇਹ ਸਾਰੀਆਂ ਗੱਲਾਂ ਦਾ ਪਤਾ ਜਿਹੜਾ ਨਾ ਭੁੱਲਣਾ ਸ਼ੁਰੂ ਹੋ ਜਾਂਦਾ। ਪਰ ਅਸੀਂ ਲੋਕ ਬੜੇ ਭੁਲੇਖੇ 'ਚ ਇੱਕ ਗੱਲ ਤੋਂ ਇਹ ਹੁੰਦਾ ਕਿ ਆਮ ਤੌਰ 'ਤੇ ਕਹਿੰਦੇ ਨੇ ਵੀ ਇਹਨਾਂ ਨੂੰ ਪੁਰਾਣੀਆਂ ਗੱਲਾਂ ਸਾਰੀਆਂ ਯਾਦ ਨੇ। ਉਹਦੇ ਵਿੱਚ ਬਹੁਤ ਵੱਡਾ ਭੁਲੇਖਾ। ਗੱਲ ਤੇ ਆ ਵੀ ਜਿਹੜਾ ਸਾਡੇ ਦਿਮਾਗ ਦੀ ਜਿਹੜੀ ਸਾਡੀ ਸੋਚਣ ਸ਼ਕਤੀ ਹੈ, ਇੱਕ ਬੁੱਕ ਵਾਂਗੂ, ਜਿਸ ਤਰ੍ਹਾਂ ਮੇਰੇ ਸਾਹਮਣੇ ਪੇਪਰ ਪਿਆ, ਇਹਦੇ ਹੁਣ ਜੇ 50 ਪੰਨੇ ਨੇ ਤੇ ਜਿਹੜਾ ਪਹਿਲਾ ਪੰਨਾ ਨਾ ਉਹਨੇ ਪਹਿਲਾਂ ਜਾਣਾ। ਸੋ ਜਿਹੜੀ ਇਮੀਡੀਏਟ ਜਿਹੜੀਆਂ ਗੱਲਾਂ ਨੇ ਉਹ ਉਹਨਾਂ ਨੂੰ ਭੁੱਲਦੀਆਂ ਨੇ। ਉਹਨਾਂ ਨੂੰ ਪੁਰਾਣੀ ਯਾਦ ਹੋਣੀ ਹੈ ਵੀ ਮੈਂ ਪਾਕਿਸਤਾਨ ਦੇ ਬਣਨ ਦੇ ਟਾਈਮ ਦੇ ਵਿੱਚ ਮੈਂ ਕਿੰਨੀ ਏਜ ਦਾ ਸੀ, ਮੇਰਾ ਘਰ ਸੀ ਇੱਥੇ, ਮੇਰੇ ਬੱਚੇ ਸੀ, ਮੈਂ ਆਹ ਦੇਖਿਆ ਉਹ ਉਹਨਾਂ ਨੂੰ ਗੱਲ ਬਿਲਕੁਲ ਨਹੀਂ ਭੁੱਲਦੀ, ਜਿਹੜੀਆਂ ਨਵੀਆਂ ਗੱਲਾਂ ਭੁੱਲਦੀਆਂ ਨੇ। ਸੋ ਇਹ ਹੁੰਦਾ ਕਿ ਜਦੋਂ ਵੀ ਬੰਦੇ ਨੂੰ ਨਵੀਆਂ ਗੱਲਾਂ ਭੁੱਲਣੀਆਂ ਸ਼ੁਰੂ ਹੋ ਜਾਣ, ਇਹਦਾ ਮਤਲਬ ਵੀ ਆਪਾਂ ਉਸ ਬੰਨੇ ਤੁਰ ਪਏ ਹਾਂ। ਨੈਕਸਟ ਜਿਹੜਾ ਕਿ ਸਾਡੇ ਲੋਕਾਂ ਵਿੱਚ ਇੱਕ ਬੜਾ ਕਾਮਨ ਹੈ, ਉਹ ਹੈਗਾ ਕਿ ਸਾਡੇ ਦਿਮਾਗ ਦੇ ਵਿੱਚ ਜਿਸ ਤਰ੍ਹਾਂ ਹਰ ਬਾਡੀ ਦੇ ਹਿੱਸੇ ਨੂੰ ਨਿਊਟ੍ਰੀਸ਼ਨ ਦੀ ਜ਼ਰੂਰਤ ਹੈ, ਹਰ ਸੈੱਲ ਨੂੰ ਉਹਨੂੰ ਜ਼ਰੂਰਤ ਹੈ ਆਕਸੀਜਨ ਦੀ। ਉਹਦੇ ਵਾਸਤੇ ਕੋਈ ਵੀ ਜਿਹੜੀ ਘਟਨਾ ਹੁੰਦੀ ਹੈ, ਸਟ੍ਰੈਸ ਹੋਏ, ਇਹਦੇ ਨਾਲ ਜੇ ਕਿਸੇ ਨੂੰ ਪਾਰਕਿੰਸਨਿਜ਼ਮ ਹੈ, ਇਹਦੇ ਨਾਲ ਕਿਸੇ ਨੂੰ ਜੇ ਡਿਪਰੈਸ਼ਨ ਹੈ, ਇਹਦੇ ਨਾਲ ਕਿਸੇ ਨੂੰ ਜੇ ਹੋਇਆ ਸਟ੍ਰੋਕ ਹੋਏ ਨੇ, ਮਿਨੀ ਸਟ੍ਰੋਕ ਹੋਏ ਨੇ, ਹੈਡ ਇੰਜਰੀ ਹੋਈ ਹੈ, ਇਹ ਕੋਈ ਡਰੱਗਸ ਕੋਈ ਕਰਦਾ ਪਿਆ। ਜਦੋਂ ਵੀ ਅਸੀਂ ਆਪਣੇ ਮਾਈਂਡ ਨੂੰ ਡੈਮੇਜ ਕਰਨੇ ਆ ਕਿਸੇ ਕਾਰਨ ਕਰਕੇ, ਉਹਨਾਂ ਨੂੰ ਵੀ ਡਿਮੈਂਸ਼ੀਆ ਹੋਣ ਦੇ ਚਾਂਸਸ ਨੇ। ਸੋ ਚਾਹੀਦਾ ਹੈ ਟਰਾਈ ਕਰਨਾ ਕਿ ਕਿਉਂਕਿ ਐਲਜ਼ਾਈਮਰ ਇੱਕ ਦਾ ਹਿੱਸਾ ਇੱਕ ਹੈਗਾ ਵਾਸਕੂਲਰ ਡਿਮੈਂਸ਼ੀਆ, ਜਿਹਦੇ ਵਿੱਚ ਕਾਫੀ ਲੋਕ ਸਾਡੇ ਉਸ ਕੰਮ 'ਚ ਨੇ ਫਿੱਟ ਹੁੰਦੇ ਨੇ। ਕਿਉਂਕਿ ਕੋਈ ਸਟ੍ਰੋਕ ਹੋਇਆ ਹੋਏ ਜਾਂ ਉਹਨਾਂ ਨੂੰ ਕੋਈ ਕਿਸੇ ਕਿਸਮ ਦਾ ਬ੍ਰੇਨ ਦੇ ਵਿੱਚ ਹੈਮਰੇਜ ਹੋਇਆ, ਕਿਸੇ ਕਾਰਨ ਕਰਕੇ ਵੀ, ਜਾਂ ਬਲੱਡ ਘਟ ਗਿਆ ਜਾਂ ਵੱਧ ਗਿਆ, ਕਈ ਕਾਰਨ ਹੋ ਸਕਦੇ ਨੇ। ਪਰ ਜਿਹੜਾ ਅਲਟੀਮੇਟਲੀ ਜਿਹੜੀ ਤੁਹਾਡੀ ਸਵਾਲ ਦਾ ਜਵਾਬ ਹੈ ਕਿ ਜਿਹੜੇ ਵੀ ਲੋਕ ਆਪਣਾ ਪ੍ਰੋਗਰਾਮ ਸਾਡਾ ਵੇਖਦੇ ਪਏ ਨੇ, ਉਹਨਾਂ ਨੂੰ ਇੱਕੋ ਸਿੱਖਿਆ ਚਾਹੀਦੀ ਹੋਣੀ ਵੀ ਜਦੋਂ ਇਹੋ ਜਿਹੀ ਗੱਲ ਹੁੰਦੀ ਹੈ
ਉਹਦੇ ਬਾਰੇ ਜਦੋਂ ਤੁਹਾਡਾ ਡਾਇਗਨੋਸਿਸ ਬਣ ਗਿਆ ਕਰਨਾ ਕੀ ਹੈ। ਹੁਣ ਦੇਖੋ ਫਾਰ ਐਗਜ਼ਾਮਪਲ ਕਿ ਕੁਝ ਸਾਲ ਪਹਿਲਾਂ ਇੱਕ ਹੋਰ ਸੀ ਸਾਡੀ ਕਮਿਊਨਿਟੀ ਦੇ ਜਿਹੜੇ ਸੀ ਉਹਨਾਂ ਨਾਲ ਵੀ ਇਸ ਤਰ੍ਹਾਂ ਗੱਲ ਹੋਈ ਸੀ, ਉਹ ਬਾਹਰ ਚਲੇ ਗਏ। ਸੋ ਜਦੋਂ ਆਪਾਂ ਘਰ ਦੇ ਵਿੱਚ ਜੀ ਹੈਗੇ ਆ ਜ਼ਿਆਦਾ, ਸਾਨੂੰ ਰਿਸਪੌਂਸਿਬਿਲਟੀ ਇੱਕ ਬੰਦੇ ਨੂੰ ਲੈਣੀ ਪੈਣੀ ਧਿਆਨ ਰੱਖਣ ਦੀ। ਉਹਨਾਂ ਦਾ ਕੋਈ ਨਿਸ਼ਾਨੀ ਉਹਨਾਂ 'ਤੇ ਲਾਣੀ ਪੈਣੀ ਹੈ, ਉਹਨਾਂ ਨੂੰ ਚੈੱਕਅਪ ਕਰਨਾ ਪੈਣਾ ਔਨ ਅ ਰੈਗੂਲਰ ਬੇਸਿਸ। ਜੇ ਉਹ ਹੋਮ ਕੇਅਰ ਵਾਲਿਆਂ ਨੂੰ ਕਹਿਣਾ ਪੈਣਾ ਸਾਨੂੰ ਵੀ ਸਾਡੇ ਘਰ ਦੇ ਵਿੱਚ ਕੋਈ ਭੇਜੋ ਜਿਹੜਾ ਇਸ ਕੰਮ 'ਚ ਸਪੈਸ਼ਲਾਈਜ਼ਡ ਹੈਗਾ। ਸੋ ਆਮ ਡਾਕਟਰ ਦਾ ਨਹੀਂ ਇਹ ਕੰਮ ਹੈਗਾ, ਔਰ ਨਾ ਹੀ ਉਹਨਾਂ ਦੇ ਵੱਸ ਦੀ ਗੱਲ ਹੈ। ਸਪੈਸ਼ਲਿਸਟ ਦਾ ਵੀ ਨਹੀਂ ਕੰਮ ਕੋਈ ਜ਼ਿਆਦਾ ਇਹਦੇ ਵਿੱਚ, ਕਿਉਂਕਿ ਇਹ ਹੈਗੀ ਹੈ ਡੀਜਨਰੇਟਿਵ ਡਿਜ਼ੀਜ਼। ਇਹਨੇ ਆਪਣੇ ਦਿਮਾਗ ਨੂੰ ਹੌਲੀ ਹੌਲੀ ਖਾਈ ਜਾਣਾ, ਜਿਉਂ-ਜਿਉਂ ਸਾਡੇ ਸੈੱਲ ਮਰਨੇ, ਨੁਕਸਾਨ ਹੋਣਾ। ਸੋ ਇਹਦੇ ਵਿੱਚੋਂ ਮੇਰਾ ਨਹੀਂ ਖਿਆਲ ਵੀ ਤੁਸੀਂ ਐਜ਼ ਅ ਫੈਮਿਲੀ ਕੁਝ ਹੋਰ ਕਰ ਸਕਦੇ ਸੀ, ਕਿਉਂਕਿ ਇਹ ਗੱਲਾਂ ਹੋ ਨਹੀਂ ਸਕਦੀਆਂ, ਕਿਉਂ ਇਹਦਾ ਕੋਈ ਪੱਕਾ ਇਲਾਜ ਤੇ ਹੈ ਨਹੀਂ। ਤੇ ਬਾਕੀ ਹੁੰਦਾ ਵੀ ਇੱਕ ਤਰ੍ਹਾਂ ਉਹਨਾਂ ਦੀਆਂ ਅਖੀਰ ਦੇ ਵਿੱਚ ਇੱਕ ਲੁੱਕ ਬੜੀ ਹੁੰਦੀ ਉਹਨਾਂ ਦੀ ਸਪੈਸੀਫਿਕ, ਤੇ ਬਈ ਇੱਕਦਮ ਹੁੰਦਾ ਬਿਲਕੁਲ ਤੁਸੀਂ ਕਹਿਣਾ ਵੇਖ ਕੇ ਵੀ ਬਿਲਕੁਲ ਹੈਲਥੀ ਨੇ, ਪਰ ਉਹਨਾਂ ਦੇ ਫੇਸ ਤੇ ਬਿਲਕੁਲ ਇੱਕਦਮ ਹੀ ਜਿਸ ਤਰ੍ਹਾਂ ਗੁਆਚੀ ਜੀ ਲੁੱਕ ਹੁੰਦੀ ਹੈ। ਇਹਦੇ ਦੂਸਰੀ ਗੱਲ ਹੈ ਵੀ ਇਹਦੇ ਨਾਲ ਕੋਈ ਕਨੈਕਸ਼ਨ ਨਹੀਂ ਵੀ ਕਿੰਨੀ ਇਨਕਮ ਸੀ, ਕੀ ਕੰਮ ਕਰਦੇ ਸਨ, ਕੀ ਪ੍ਰੋਬਲਮ ਸੀ, ਕੋਈ ਇਹਦੇ ਨਾਲ ਕਨੈਕਸ਼ਨ ਨਹੀਂ। ਦੁਨੀਆ ਦੇ ਬਹੁਤ ਤੋਂ ਵੱਡੇ ਕਾਮਯਾਬ ਲੋਕਾਂ ਨੂੰ ਇਹ ਪ੍ਰੋਬਲਮ ਹੈ। ਮੈਂ ਨਾਂ ਨਹੀਂ ਲੈਣਾ ਕਿਉਂਕਿ ਫਿਰ ਮੈਂ ਕਿਤੇ ਪ੍ਰੋਬਲਮ 'ਚ ਆ ਜਾਊਂਗਾ। ਤੇ ਬੜੇ ਕਿ ਕਾਫੀ ਲੋਕਾਂ ਨੂੰ ਇਹ ਇਸ਼ੂ ਆਏ ਨੇ, ਦੁਨੀਆ ਦੇ ਪ੍ਰੈਜ਼ੀਡੈਂਟਾਂ ਨੂੰ ਪ੍ਰੋਬਲਮ ਆਈ ਹੈ, ਕਿਉਂਕਿ ਏਜ ਦੇ ਹਿਸਾਬ ਦੇ ਨਾਲ ਜਿਹੜੀ ਹੈ ਨਾ ਇਹ ਇਸ਼ੂ ਹੁੰਦਾ ਖੜਾ। ਸੋ ਇਸ ਕਰਕੇ ਇਹਦੇ ਤੋਂ ਇਹ ਇੱਕੋ ਹੈਗਾ ਕਿ ਆਪਾਂ ਨੂੰ ਉਹਨੂੰ ਰੈਕੋਗਨਾਈਜ਼ ਕਰਨਾ ਪੈਣਾ, ਉਹਦੀ ਜਿਹੜੀ ਪ੍ਰੀਵੈਂਸ਼ਨ ਵਾਸਤੇ ਤੇ ਆਪਣੀ ਸਿਹਤ ਨੂੰ ਰੱਖਣਾ ਧਿਆਨ, ਆਪਣੀ ਬਾਡੀ ਨੂੰ ਰੱਖੋ ਠੀਕ, ਸ਼ੂਗਰ ਦਾ ਕੰਟਰੋਲ ਕਰੋ, ਆਪਣੀ ਜਿਹੜੇ ਤੁਹਾਡਾ ਬਲੱਡ ਪ੍ਰੈਸ਼ਰ ਨੂੰ ਠੀਕ ਰੱਖੋ। ਖਾਸ ਕਰਕੇ ਜਿਹੜੀ ਤੁਹਾਡੀ ਫੈਮਿਲੀ ਵਿੱਚ ਉਹਨਾਂ ਨੂੰ ਚਾਹੀਦਾ ਸਾਰਿਆਂ ਨੂੰ ਆਪਣੇ ਬਾਰੇ ਚੈੱਕ ਕਰਾਉਂਦੇ ਰਹਿਣਾ, ਕਿਉਂਕਿ ਜੇ ਫੈਮਿਲੀ ਹਿਸਟਰੀ ਹੈਗੀ ਹੈ ਜਾਂ ਹੋ ਸਕਦਾ ਵੀ ਤੁਹਾਡੇ ਦਾਦਾ ਜੀ ਨੂੰ ਜਾਂ ਤੁਹਾਡੇ ਪੜਦਾਦਾ ਜੀ ਨੂੰ ਜਾਂ ਨਾਨਾ ਜੀ ਨੂੰ ਕਿਸੇ ਨਾ ਕਿਸੇ ਨੂੰ ਤੇ ਪ੍ਰੋਬਲਮ ਹੋਣੀ ਹੈ। ਉਸ ਤਰ੍ਹਾਂ ਤੇ ਆਈ ਨਹੀਂ ਇਸ ਤਰ੍ਹਾਂ ਵਿੱਚ ਹੈ ਨਾ ਬਾਡੀ ਦੇ ਵਿੱਚ, ਸਰੀਰ ਦੇ ਵਿੱਚ ਜਿਹੜਾ ਇਹਦਾ ਬੜਾ ਜੈਨੇਟਿਕ ਬੜਾ ਵੱਡਾ ਰੋਲ ਹੈ। ਸੋ ਵਾਚ ਕਰੋ ਆਪਣੇ ਆਪ ਨੂੰ, ਤੁਹਾਨੂੰ ਟੈਸਟ ਕਰਾਉਣਾ ਪੈਣਾ, ਫੋਲੋ ਅਪ ਕਰਨਾ ਪੈਣਾ। ਤੇ ਬਾਕੀ ਹੈਗਾ ਕਿ ਇਹਨੂੰ ਆਪਣੇ ਆਪ ਨੂੰ ਕਿਸੇ ਨੂੰ ਵੀ ਗਿਲਟੀ ਫੀਲਿੰਗ ਕਰਨ ਦੀ ਕੋਈ ਜ਼ਰੂਰਤ ਨਹੀਂ। ਬੜੀਆਂ ਫੈਮਲੀਜ਼ ਮੈਂ ਦੇਖੀਆਂ ਨੇ ਬਾਅਦ 'ਚ ਗਿਲਟੀ ਫੀਲ ਕਰਨਗੀਆਂ ਵੀ ਆਹ ਹੋ ਗਿਆ, ਜਾਂ ਬਲੇਮ ਗੇਮ, ਜਾਂ ਆਹ ਨਹੀਂ ਧਿਆਨ, ਉਹਦੇ ਵਿੱਚੋਂ ਕੋਈ ਤੁਸੀਂ ਕਰ ਨਹੀਂ ਸਕਦੇ। ਫਾਰ ਐਗਜ਼ਾਮਪਲ ਜਦੋਂ ਬੰਦਾ ਨਿਕਲ ਗਿਆ ਘਰ ਦੇ ਬਾਹਰ ਕਿਸੇ ਵੀ ਕੰਮ ਕਰਕੇ, ਤੁਸੀਂ ਬਾਹਰ 2 ਮਿੰਟਾਂ ਦੇ ਵਿੱਚ ਨਹੀਂ ਪਤਾ ਲੱਗਦਾ, ਬਾਹਰ ਗਏ ਦਰਵਾਜ਼ੇ ਤੋਂ ਐਂਡ ਦੇ ਆਰ ਗੋਨ। ਉਸ ਤੋਂ ਬਾਅਦ ਫਿਰ ਖਾਸ ਕਰਕੇ ਜੇ ਕੋਈ ਆਪਣੀ ਕਮਿਊਨਿਟੀ ਦਾ ਕੋਈ ਇਨਸਾਨ ਜਾਂਦਾ ਬਾਹਰ, ਅੱਧਿਆਂ ਨੂੰ ਤੇ ਇਹ ਹੁੰਦਾ ਪਤਾ ਨਹੀਂ ਕਿਸੇ ਨੇ ਘਰੋਂ ਕੋਈ ਕੱਢਤਾ, ਕਿਸੇ ਨੇ ਕਹਿਣਾ ਪਤਾ ਨਹੀਂ ਸ਼ਰਾਬ ਪੀਤੀ ਹੈ, ਕਿਸੇ ਨੇ ਕਹਿਣਾ ਪਤਾ ਨਹੀਂ ਕੀ ਗੱਲ ਹੋਈ ਹੈ। ਪਹਿਲਾਂ ਆਪਾਂ ਜਿਹੜੀਆਂ ਸਭ ਤੋਂ ਗਲਤ ਗੱਲਾਂ ਸੋਚਦੇ ਹਾਂ, ਫਿਰ ਸੋਚਦੇ ਹਾਂ ਵੀ ਹੋ ਸਕਦਾ ਇਹ ਤਕਲੀਫ ਹੋਏ। ਸੋ ਇਹਦੇ ਤੋਂ ਮੈਂ ਕਿਹਾ ਸਾਰਿਆਂ ਨੂੰ ਇੱਕੋ ਮਿਲਦਾ ਲੈਸਨ ਕਿ ਜੇ ਤੁਸੀਂ ਆਪਾਂ ਕੋ ਬਾਹਰ ਕਿਸੇ ਬਜ਼ੁਰਗ ਨੂੰ ਵੇਖਦੇ ਹਾਂ ਸੜਕ 'ਤੇ ਕਿਸੇ ਵੀ ਪਾਸੇ, ਕੋਈ ਅਨਨੋਨ ਕੋਈ ਇਹੋ ਜਿਹੀ ਹੈਗੀ ਉਹਨਾਂ ਨੇ ਕੱਪੜੇ ਤੋਂ ਪਤਾ ਲੱਗ ਜਾਂਦਾ ਕਈ ਵਾਰੀ ਬੜੀ ਦੇਰ ਬਾਹਰ ਨੇ, ਜਾਂ ਉਹਨਾਂ ਹੋ ਸਕਦਾ ਜੁੱਤੀ ਨਾ ਪਾਈ ਹੋਏ, ਚੱਪਲ ਪਾਈ ਹੋਏ, ਜਾਂ ਗਰਮੀਆਂ ਦੇ ਵਿੱਚ ਪੂਰੇ ਕੱਪੜੇ ਨਹੀਂ ਪਾਏ, ਜਾਂ ਕਈ ਤਰ੍ਹਾਂ ਦੇ ਸਿਗਨਲ ਨੇ ਪਤਾ ਲੱਗ ਜਾਂਦਾ। ਸੋ ਅੱਗੇ ਤੋਂ ਆਪਾਂ ਸਾਰੇ ਦੇਖੀਏ, ਵਾਚ ਕਰੀਏ, ਤੇ ਉਹਦੇ ਨਾਲ ਇਹ ਬੜੀ ਹੈਲਪ ਹੋ ਸਕਦੀ ਹੈ। ਪਰ ਜਿਹੜਾ ਡਿਮੈਂਸ਼ੀਆ ਨਾ ਇਹਦਾ ਕੋਈ ਨਾ ਕੋਈ ਧਰਮ ਹੈ, ਨਾ ਇਹਦਾ ਕੋਈ ਦੇਸ਼ ਹੈ, ਨਾ ਇਹਦੀ ਕੋਈ ਇਨਕਮ ਦੀ ਬ੍ਰੈਕਟ ਹੈ, ਨਾ ਇਹਦੀ ਕੋਈ ਬਾਉਂਡਰੀ ਹੈ। ਸੋ ਇਹਦਾ ਅਨਫੋਰਚੂਨੇਟਲੀ ਜਿਹੜਾ ਜਿਨ੍ਹਾਂ ਨੂੰ ਹੁੰਦਾ ਉਹਨਾਂ ਨੂੰ ਪਤਾ, ਪਰ ਇਹਦੇ ਨਾਲ ਫੈਮਿਲੀ ਪੂਰੀ ਵੱਜ ਜਾਂਦੀ ਹੈ। ਐਕਚੁਅਲੀ ਇਹਦੇ ਨਾਲ 1 2 3 4 ਬੰਦਿਆਂ ਦਾ ਤੇ ਸਮਝ ਲਓ 24 ਆਵਰ ਕੰਮ ਹੀ ਹੈ। ਇਸੇ ਕਰਕੇ ਸਪੈਸ਼ਲਾਈਜ਼ਡ ਕੇਅਰ ਨੇ ਜਿਹੜੇ ਸੈਂਟਰ ਨੇ ਆਪਣੇ, ਕਿਉਂਕਿ ਇੱਕ ਮੈਂ ਗੱਲ ਕਰਨੀ ਚਾਹੁੰਦਾ ਸਾਰਿਆਂ ਵਾਸਤੇ ਵੀ ਆਪਾਂ ਲੋਕ ਕਈ ਵਾਰੀ ਬੜੇ ਸੰਗਦੇ ਹਾਂ। ਮੈਂ ਤੁਹਾਨੂੰ ਆਪਣੀ ਗੱਲ ਦੱਸਾਂ, ਮੇਰੇ ਹੁਣ ਮਦਰ ਨੇ, ਉਹਨਾਂ ਨੂੰ ਪਾਰਕਿੰਸਨਿਜ਼ਮ ਡਿਜ਼ੀਜ਼ ਹੈ। ਸੋ ਉਹਨੇ ਕੋਈ 90 ਈਅਰ ਓਲਡ, ਉਹਨਾਂ ਦੀ ਹੁਣ ਯਾਦਾਸ਼ਤ 'ਤੇ ਫਰਕ ਪੈਣਾ ਸ਼ੁਰੂ ਹੋ ਗਿਆ। ਉਹ ਬਾਰ-ਬਾਰ ਉਹੀ ਗੱਲ ਰਿਪੀਟ ਕਰੀ ਜਾਣਗੇ, ਮੈਂ ਤੈਨੂੰ ਪਛਾਣਿਆ ਨਹੀਂ, ਉਹ ਕੌਣ ਆ ਗਿਆ, ਆਹ ਕੌਣ ਆ ਗਿਆ। ਅਤੇ ਜੇ ਹੁਣ ਅਲਟੀਮੇਟਲੀ ਜੇ ਅਸੀਂ ਉਹਨਾਂ ਨੂੰ ਕਿਸੇ ਪਰਸਨਲ ਕੇਅਰ ਹੋਮ ਦੇ ਵਿੱਚ ਭੇਜਣਾ, ਅਤੇ ਉਹਦੇ ਵਿੱਚੋਂ ਤਾਂ ਕੋਈ ਸ਼ਰਮ ਵਾਲੀ ਗੱਲ ਨਹੀਂ। ਇਸੇ ਕਿਉਂਕਿ ਆਪਾਂ ਕਈ ਵਾਰੀ ਜਿਹੜੀ ਕੇਅਰ ਹੈ, ਜੇ ਅਸੀਂ ਉਹਨੂੰ ਕਰ ਨਹੀਂ ਸਕਦੇ, ਪ੍ਰੋਪਰ ਤਰੀਕੇ ਨਾਲ ਦੇ ਨਹੀਂ ਸਕਦੇ, ਕਿਉਂਕਿ ਸਪੈਸ਼ਲਾਈਜ਼ ਤਾਂ ਹੈ ਨਹੀਂ ਸੀ ਸਾਰੇ, ਕਿਉਂਕਿ ਕਿਸੇ ਨੂੰ ਇਹ ਨਹੀਂ ਪਤਾ ਵੀ ਇਨਸਾਨ ਨੂੰ ਵਾਸ਼ਰੂਮ 'ਚ ਕਿਸ ਤਰ੍ਹਾਂ ਖੜਨਾ, ਉਹਨੂੰ ਸਿਸਟਮ ਦੀ ਜ਼ਰੂਰਤ ਹੈ। ਜਾਂ ਤਾਂ ਆਪਾਂ ਹੈਲਪ ਮੰਗ ਲਈਏ, ਅਤੇ ਜੇ ਨਹੀਂ ਹੈਲਪ ਮਿਲਦੀ ਤਾਂ ਦੇਰ ਇਜ਼ ਅ ਵੇ ਕਿ ਆਪਾਂ ਜੋ ਇੰਨੇ ਸਾਲ ਜੋ ਸਾਰੀਆਂ ਫੈਮਲੀਆਂ ਕੰਮ ਕਰਕੇ ਕੰਟਰੀਬਿਊਟ ਕਰਨੀਆਂ, ਟੈਕਸ ਪੇਅਰ ਨੂੰ ਅਸੀਂ ਸਿਸਟਮ ਦੇ ਵਿੱਚ ਅਸੀਂ ਪਾਰਟ ਹਾਂ, ਅਤੇ ਅਸੀਂ ਉਸ ਸਿਸਟਮ ਨੂੰ ਅਸੀਂ ਕਿਉਂ ਨਹੀਂ ਉਹਨੂੰ ਕਰਦੇ ਪੂਰਾ ਯੂਜ਼ ਇਸਤੇਮਾਲ। ਸੋ ਮਿਸਿਸ ਫਗੂਰਾ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਕਾਲ ਕੀਤਾ। ਤੁਹਾਡੇ ਆਪਣੇ ਤਿੰਨੇ ਹੀ ਪਰਿਵਾਰਾਂ ਨੂੰ, ਜਿਵੇਂ ਡਾਕਟਰ ਸਾਹਿਬ ਨੇ ਕਿਹਾ, ਕਿਸੇ ਨੂੰ ਗਿਲਟੀ ਜਾਂ ਬੈਡ ਫੀਲ ਕਰਨ ਦੀ ਲੋੜ ਨਹੀਂ ਹੈਗੀ।
ਇਹ ਮਤਲਬ ਤੁਸੀਂ ਜਿਵੇਂ ਮੇਰੀ ਪਰਿਵਾਰਾਂ ਨਾਲ ਗੱਲ ਹੋਈ ਹੈ, ਤੁਸੀਂ ਆਪਦੇ ਤਰਫੋਂ ਕੋਈ ਵੀ ਆਪਣਾ ਪਰਿਵਾਰ ਕਸਰ ਨਹੀਂ ਛੱਡਦਾ ਹੈਗਾ ਸੇਵਾ ਕਰਨ ਦੀ ਜਾਂ ਧਿਆਨ ਰੱਖਣ ਦੀ। ਪਰ ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਹੈ, ਇਹ ਇਹੋ ਜਿਹੀ ਨਾਮੁਰਾਦ ਬਿਮਾਰੀ ਹੈ ਜਿਹੜੀ ਡਿਮੈਂਸ਼ੀਆ ਜਿਸ ਯਾਦਬਾਜ਼ ਭੁੱਲਦੀ ਹੈ, ਤੇ ਥੋੜ੍ਹਾ ਜਿਹਾ ਵੀ ਬੰਦਾ ਸਲਿੱਪ ਆਊਟ ਹੋ ਜੇ ਤੇ ਉਹ ਬੰਦਾ ਫਿਰ ਗਵਾਚ ਜਾਂਦਾ। ਸੋ ਇਸ ਕਰਕੇ ਪਰਿਵਾਰ ਨਾਲ ਸਾਡੀ ਸਾਂਝ ਹੈ। ਤੁਹਾਡੇ ਪਰਿਵਾਰ ਨੇ ਇੱਕ ਅਲਰਟ ਸਿਸਟਮ ਲਈ ਆਪਣੇ ਪਟੀਸ਼ਨ ਜਿਹੜੀ ਸ਼ੁਰੂ ਕੀਤੀ ਹੈ, ਤੇ ਅੱਜ ਉਹਨਾਂ ਦੇ 19,000 ਦੇ ਕਰੀਬ ਸੀਗੀ, ਜਿਹਨੂੰ ਉਹਦਾ ਤੁਸੀਂ ਆਪਣੇ ਸਿਲਵਰ ਅਲਰਟ ਦਾ ਨਾਮ ਦਿੱਤਾ ਆ। ਸੋ ਜਿਹੜੇ ਸਾਡੇ ਲਿਸਨਰਸ ਹੈ ਉਹ ਉਸ ਪਟੀਸ਼ਨ ਤੇ ਇਹਨਾਂ ਦੀ ਵੈਬਸਾਈਟ ਤੇ ਜਾ ਕੇ, ਇਹਨਾਂ ਦੀ ਡਾਟਰ ਇਨ ਲਾ ਰਮਨਪ੍ਰੀਤ ਸੰਧੂ ਨੇ ਇਹ ਸਟਾਰਟ ਕੀਤੀ ਹੈ, ਤੇ ਉਹ ਵੈਬਸਾਈਟ ਤੇ ਜਾ ਕੇ ਪਲੀਜ਼ ਉਹਦੇ ਲਈ ਸਾਈਨ ਕਰੋ, ਤਾਂ ਕਿ ਇਹਨਾਂ ਨੇ ਮਿਨਿਸਟਰ ਆਫ ਪਬਲਿਕ ਸੇਫਟੀ ਨੂੰ ਇਹ ਪਟੀਸ਼ਨ ਭੇਜਣੀ ਹੈ, ਤਾਂ ਕਿ ਇਸ ਤਰ੍ਹਾਂ ਦੇ ਅਲਰਟ ਤੇ ਬਾਕੀ ਜਿਹੜੇ ਸੋਲੂਸ਼ਨ ਹੈ ਉਹਦੇ ਬਾਰੇ ਵੀ ਗੱਲ ਕਰਾਂਗੇ ਜੀ। ਬਹੁਤ ਬਹੁਤ ਤੁਹਾਡਾ ਧੰਨਵਾਦ ਜੀ। ਵੀ ਹੈਵ ਅਨਦਰ ਕਾਲਰ ਵੇਟਿੰਗ। ਥੈਂਕ ਯੂ ਐਂਡ ਆਵਰ ਥਾਟਸ ਐਂਡ ਪ੍ਰੇਅਰਸ ਵਿਦ ਯੂਰ ਫੈਮਿਲੀ। ਹਾਂਜੀ ਕਾਲਰ, ਤੁਸੀਂ ਲਾਈਨ 'ਤੇ ਹੋ ਜੀ, ਸੌਰੀ ਫॉर ਵੇਟਿੰਗ। ਸਤਿ ਸ਼੍ਰੀ ਅਕਾਲ ਸਿੱਧੂ ਸਾਹਿਬ, ਬਿੱਲਾ ਸੰਧੂ ਸੀ ਜੀ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਆਪਣੇ ਸੰਧੂ ਸਾਹਿਬ, ਆਪਣੇ ਪਹਿਲਾਂ ਸਾਡੇ ਕਾਲਰਸ ਨੂੰ ਦੱਸ ਦਈਏ, ਇਹ ਸਾਡੇ ਪ੍ਰੋਗਰਾਮ ਦੇ ਡਾਇਰੈਕਟਰ ਹੈਗੇ ਆ। ਤੇ ਸਭ ਤੋਂ ਪਹਿਲਾਂ ਤਾਂ ਸੰਧੂ ਸਾਹਿਬ, ਆਪਣੇ ਤੁਹਾਡੇ ਡੈਡ ਸਰਦਾਰ ਚੰਚਲ ਸਿੰਘ ਜੀ ਸੰਧੂ, ਉਹਨਾਂ ਦੇ 100ਵੀਂ ਸਾਲਗਿਰਾ, ਮਤਲਬ ਹੀ ਕੰਪਲੀਟਡ 100 ਈਅਰਸ, ਦੈਟਸ ਅ ਬਿਗ ਮਾਈਲਸਟੋਨ। ਉਹਦੀਆਂ ਲੱਖ ਲੱਖ ਵਧਾਈਆਂ। ਤੇ ਹਾਂਜੀ, ਯੂਰ ਵੈਲਕਮ। ਹਾਂਜੀ ਹਾਂਜੀ, ਡੈਡ ਕੱਲ 100 ਦੇ ਹੋਏ ਸੀ। ਹਾਂਜੀ, ਪਰ ਡੈਡ ਨੂੰ ਵੀ 20 ਸਾਲ ਪਹਿਲਾਂ ਡਿਮੈਂਸ਼ੀਆ ਸ਼ੁਰੂ ਹੋ ਗਿਆ ਸੀ। ਹਾਂਜੀ, ਤੇ ਅਸੀਂ ਤਕਰੀਬਨ ਪਿਛਲੇ 15 ਸਾਲ ਤੋਂ ਆਪਣੇ ਘਰ ਦੇ ਗੇਟ ਗੂਟ ਵੀ ਆਟੋਮੈਟਿਕ ਕੀਤੇ ਆ, ਵੀ ਜੇ ਗੱਡੀ ਕੋਈ ਕੱਢਦਾ ਆ ਤੇ ਜਦੋਂ ਬਾਹਰ ਨਿਕਲਣਾ ਉਸੇ ਵੇਲੇ ਬੰਦ ਹੋ ਜਾਂਦੇ ਆ। ਜਦੋਂ ਡੈਡ ਤੁਰੇ ਫਿਰਦੇ ਸੀ ਉਦੋਂ ਹੁੰਦਾ ਸੀ ਡਰ ਵੀ ਕਿਤੇ ਬਾਹਰ ਨਾ ਨਿਕਲ ਜਾਣ। ਪਰ ਮੈਂ ਤਾਂ ਇਹ ਕਹੂੰਗਾ ਕਿ ਅੱਗੇ ਅਸੀਂ ਚਾਹੁੰਦੇ ਹੁੰਦੇ ਸੀ, ਆਪਾਂ ਸੋਚੀਦਾ ਸੀ ਵੀ ਜੇਬ ਦੇ ਵਿੱਚ ਐਡਰੈਸ ਪਾ ਦਿਓ ਜਾਂ ਫੋਨ ਪਾ ਦਿਓ, ਪਰ ਹੁਣ ਜਿੱਥੇ ਤੱਕ ਪਤਾ ਲੱਗਾ ਕਿ ਫੰਗੂਰਾ ਹੋਣਾ ਦੇ ਜੇਬ 'ਚ ਐਡਰੈਸ ਵੀ ਸੀਗਾ ਤੇ ਫੋਨ ਵੀ ਸੀ। ਸੋ ਮੇਰੇ ਖਿਆਲ ਦੇ ਵਿੱਚ ਹੈ ਕਿ ਅਸੀਂ ਸਰਚ ਕਰ ਰਹੇ ਸੀ ਅਜੇ ਖਾਲਸਾ ਲਾਇਬ੍ਰੇਰੀ ਤੇ ਦੂਖਨਿਵਾਰਨ ਸਾਹਿਬ ਗੁਰਦੁਆਰਾ ਤੋਂ ਵੀ ਕੋਈ ਨਾ ਕੋਈ ਅਵੇਅਰਨੈਸ ਐਫਰਟ ਕੀਤੀ ਜਾਵੇ। ਤੇ ਹਾਲ ਦੀ ਘੜੀ ਬਾਕੀ ਤਾਂ ਡਾਕਟਰ ਸਾਹਿਬ ਹੁਣ ਜ਼ਿਆਦਾ ਦੱਸ ਸਕਦੇ ਆ, ਪਰ ਇਹ ਲੱਭਾ ਕਿ ਜਾਂ ਤਾਂ ਇੱਕ ਬ੍ਰੇਸਲੈਟ ਮਿਲ ਜਾਂਦੀ ਆ ਜਿਹਨੂੰ ਤੁਸੀਂ ਮੇਰੇ ਖਿਆਲ ਦੇ ਵਿੱਚ ਟਰੈਕ ਕਰ ਸਕਦੇ ਆ, GPS ਬ੍ਰੇਡ, ਜਾਂ ਕੋਈ ਨਾ ਕੋਈ ਫੋਨ ਸਿਸਟਮ ਹੀ ਇੱਦਾਂ ਦਾ ਉਹਨਾਂ ਨੂੰ ਦਿੱਤਾ ਜਾਵੇ ਜਿਹਦੇ 'ਚ ਟਰੈਕ ਹੋ ਸਕਣ। ਮੇਰੇ ਖਿਆਲ 'ਚ ਅਵੇਅਰਨੈਸ ਤਾਂ ਕਰਨੀ ਚਾਹੀਦੀ ਹੈ। ਔਰ ਮੈਂ ਡਾਕਟਰ ਹੋਣਾ ਦਾ ਸਪੈਸ਼ਲੀ ਬੜਾ ਧੰਨਵਾਦ ਕਰਦਾ, ਉਹਨੇ ਟਾਈਮ ਕੱਢਿਆ ਤੇ ਲੋਕਾਂ ਦੇ ਰੂਬਰੂ ਹੋਏ, ਤੇ ਉੱਦਾਂ ਵੀ ਆਉਂਦੇ ਰਹਿੰਦੇ ਲੋਕਾਂ ਨੂੰ ਹੈਲਪ ਕਰਨ ਲਈ। ਡਾਕਟਰ ਸਾਹਿਬ ਤੁਹਾਡਾ ਉਹ ਬੜਾ ਵੱਡਾ ਦਿਲ ਆ ਜਿਹੜਾ ਇੰਨਾ ਟਾਈਮ ਕੱਢ ਕੇ ਲੋਕਾਂ ਦੇ ਨਾਲ ਖੜਦੇ ਆ, ਕਮਿਊਨਿਟੀ ਦੇ ਨਾਲ ਖੜਦੇ ਆ। ਤੇ ਪ੍ਰਮਾਤਮਾ ਕਦੀ ਵੀ ਇਦਾਂ ਦਾ ਦਿਨ ਨਾ ਕਿਸੇ ਤੇ ਲਿਆਵੇ ਜਿੱਦਾਂ ਦਾ ਫੰਗੂਰਾ ਫੈਮਿਲੀ ਤੇ ਆਇਆ ਆ। ਤੇ ਮੇਰੇ ਤੇ ਇਹੀ ਥਾਟ ਸੀ ਜੀ। ਪਹਿਲੀ ਗੱਲ ਤੇ ਕਿ ਸੰਧੂ ਸਾਹਿਬ, ਜਿਹੜੀ ਸਿਚੁਏਸ਼ਨ ਹੈ ਨਾ ਤੁਹਾਡੀ, ਇਹ ਬੜੀ ਯੂਨੀਕ ਨਹੀਂ ਹੈਗੀ ਹੈ। ਦੁਨੀਆ ਦੇ ਵਿੱਚ ਬਹੁਤ ਜਗ੍ਹਾ ਦੇ ਵਿੱਚ ਇਹ ਇਸ਼ੂ ਹੈਗਾ, ਕਿਉਂਕਿ ਪਹਿਲਾਂ ਕੀ ਸੀ, ਆਪਣੀ ਏਜ ਐਕਸਪੈਕਟੈਂਸੀ ਕੀ ਹੁੰਦੀ ਸੀ, 35 ਸਾਲ, ਫਿਰ 40 ਸਾਲ ਹੋ ਗਈ, ਫਿਰ 50 ਸਾਲ ਹੋ ਗਈ, ਫਿਰ 60 70, ਹੁਣ 80 82 ਸਾਲ ਹੈ। ਹੁਣ 82 ਸਾਲ ਦੀ ਉਮਰ ਦੇ ਤੱਕ ਕਈ ਚੀਜ਼ਾਂ ਅਸੀਂ ਇਕੱਠੀਆਂ ਕਰੀ ਜਾਂਦੇ ਹਾਂ ਆਪਣੀ ਬਾਡੀ ਦੇ ਵਿੱਚ। ਉਹਦੇ ਨਾਲ ਨਾਲ ਜਿਸ ਤਰ੍ਹਾਂ ਸਾਡੇ ਦਿਲ ਤੇ ਕੋਈ ਪ੍ਰੋਬਲਮ ਆ ਸਕਦੀ ਹੈ, ਸਾਡੇ ਹੋਰ ਕਿਸੇ ਆਰਗਨ ਤੇ ਪ੍ਰੋਬਲਮ ਆ ਸਕਦੀ, ਇਸੇ ਤਰੀਕੇ ਨਾਲ ਜਿਹੜਾ ਸਾਡੇ ਦਿਮਾਗ ਹੈ, ਕਿਉਂਕਿ ਜਿਹੜਾ ਸਾਡਾ ਬ੍ਰੇਨ ਹੈ, ਇਹ ਹਰ ਚੀਜ਼ ਨੂੰ ਇਹਨੇ ਕੰਟਰੋਲ ਕਰਨਾ, ਇਹਦੀ ਨਿਊਟ੍ਰੀਸ਼ਨ, ਇਹਦਾ ਕੇਅਰ ਕਰਨੀ, ਇਹਦੇ ਬਾਰੇ ਸੋਚਣਾ। ਸੋ ਮੈਂ ਇਹਦੇ ਬਾਰੇ 2-3 ਗੱਲਾਂ ਕਰਨੀਆਂ ਚਾਹੁੰਦਾ ਕਿ ਉਹਨਾਂ ਦੇ ਪਹਿਲੇ ਸਵਾਲ ਦੇ ਨਾਲ ਸੀ ਗੱਲਾਂ, ਤਿੰਨ ਗੱਲਾਂ ਮੈਂ ਭੁੱਲ ਗਿਆ ਕਰਨ। ਪਹਿਲੀ ਗੱਲ ਤੇ ਹੈ ਕਿ ਜਦੋਂ ਇਹ ਕੰਮ ਸ਼ੁਰੂ ਹੁੰਦਾ, ਜਦੋਂ ਤੁਹਾਨੂੰ ਲੱਪੇ ਯਾਦਾਸ਼ਤ ਕਮਜ਼ੋਰ ਹੋਣੀ ਸ਼ੁਰੂ ਹੋ ਗਈ ਹੈ, ਪਹਿਲਾ ਅਸੂਲ ਹੈ ਵੀ ਉਹਨੂੰ ਜਿੰਨਾ ਵੀ ਉਹਨਾਂ ਨਾਲ ਗੱਲਬਾਤ ਕਰੋ, ਉਹਨਾਂ ਨਾਲ ਜਿਹੜੀ ਸੋਸ਼ਲ ਜਿਹੜੀ ਇੰਟਰੈਕਸ਼ਨਸ ਬੜੀਆਂ ਇੰਪੋਰਟੈਂਟ ਨੇ। ਜੇ ਤੁਸੀਂ ਨਹੀਂ ਗੱਲ ਨੂੰ ਯੂਜ਼ ਕਰੋਗੇ, ਉਹ ਫਿਰ ਹੋਰ ਪ੍ਰੋਬਲਮ ਵੱਧ ਜਾਂਦੀ ਹੈ। ਸੈਕਿੰਡ ਹੈਗਾ ਕਿ ਉਹਨਾਂ ਨੂੰ ਰੈਗੂਲਰਲੀ ਜਿਹੜਾ ਉਹਨਾਂ ਦਾ ਚੈੱਕਅਪ ਹੋਣਾ, ਉਹ ਬਹੁਤ ਇੰਪੋਰਟੈਂਟ ਹੈ। ਰੈਗੂਲਰ ਜਿਹੜਾ ਨਾ, ਇਹ ਨਾ ਹੋਏ ਕਿ ਉਹਨਾਂ ਦੀ ਬਾਕੀ ਜਿਹੜੀਆਂ ਅੰਡਰਲਾਈਨ ਕੰਡੀਸ਼ਨਸ ਨੇ, ਕੋਈ ਬਲੱਡ ਪ੍ਰੈਸ਼ਰ ਦੀ, ਕੋਈ ਸ਼ੂਗਰ ਦੀ ਹੈ, ਉਹ ਸਾਰੀਆਂ ਮੇਨਟੇਨ ਕਰਨੀਆਂ ਬੜੀਆਂ ਇੰਪੋਰਟੈਂਟ ਨੇ। ਬਾਕੀ ਕਈ ਵਿੱਚ ਇਹ ਵੇਖਿਆ ਗਿਆ ਕਿ ਬਾਡੀ ਦੇ ਵਿੱਚ ਕੋਈ ਇਨਫਲੇਮੇਸ਼ਨ ਹੋਏ ਕਿਸੇ ਕਾਰਨ ਕਰਕੇ ਵੀ, ਉਹਦੇ ਨਾਲ ਵੀ ਇਹ ਹੋ ਜਾਂਦਾ ਡਿਮੈਂਸ਼ੀਆ। ਬੇਸਿਕਲੀ ਜਿਹੜੇ ਸੈੱਲ ਨੇ, ਕਈ ਵਾਰੀ ਆਪਣੇ ਬ੍ਰੇਨ ਦੇ ਵਿੱਚ ਸੈੱਲ ਦੇ ਵਿੱਚ ਕੋਈ ਇਨਫੈਕਸ਼ਨ ਹੋ ਜੇ, ਜਾਂ ਕਿਸੇ ਕਿਸਮ ਦੀ ਜਿਸ ਤਰ੍ਹਾਂ ਆਟੋਇਮਿਊਨ ਕੋਈ ਡਿਸਆਰਡਰ ਉਹਦੇ ਨਾਲ ਹੋ ਜੇ। ਸੋ ਕਈ ਗੱਲਾਂ ਵਾਰੀ ਨਾ, ਜੇ ਤੁਸੀਂ ਕੋਈ ਵੀ ਤੁਸੀਂ ਅਬਨੋਰਮਲ ਚੀਜ਼ ਦੇਖੋ ਘਰ ਦੇ ਵਿੱਚ, ਕਿਸੇ ਵੀ ਫੈਮਿਲੀ ਮੈਂਬਰ ਨੂੰ ਇਸ ਉਮਰ ਦੇ ਵਿੱਚ ਉਹਨਾਂ ਨੂੰ ਚੈੱਕਅਪ ਕਰਨਾ ਬੜਾ ਜ਼ਰੂਰੀ ਹੈ। ਬਾਕੀ ਜਿਹੜਾ ਨਾ, ਅਗੇਨ ਮੈਂ ਗੱਲ ਕਰਾਂਗਾ ਕਿ
ਜੇ ਜਦੋਂ ਤੁਹਾਡਾ ਡਾਇਗਨੋਸਿਸ ਬਣ ਗਿਆ ਤੇ ਚਲੋ ਇਹ ਬੜੀ ਬਦਕਿਸਮਤੀ ਦੀ ਗੱਲ ਹੈ, ਬਾਹਰ ਜਾ ਕੇ ਇਹੋ ਜਿਹੀ ਗੱਲ ਹੋ ਗਈ। ਇਹ ਤੇ ਘਰ 'ਚ ਵੀ ਗੱਲ ਹੋ ਸਕਦੀ ਕਈ ਵਾਰੀ, ਬੰਦਾ ਡਿੱਗ ਸਕਦਾ, ਕੋਈ ਫ੍ਰੈਕਚਰ ਹੋ ਸਕਦਾ। ਤੁਸੀਂ ਘਰ ਦੇ ਵਿੱਚ ਕੋਈ ਜੇ ਕੋਈ ਬਜ਼ੁਰਗ ਨੇ 65 ਸਾਲ ਦੇ ਜਿਹਨਾਂ ਨੂੰ ਇਸ਼ੂ ਹੈਗਾ, ਜੇ ਉਹ ਜਾ ਕੇ ਚੁੱਲ੍ਹੇ 'ਤੇ ਜਾ ਕੇ ਉਹ ਅੱਗ ਦਾ ਚਾਹ ਵਗੈਰਾ ਬਣਾਉਣੀ ਸ਼ੁਰੂ ਕਰ ਦੇਣ, ਕੋਈ ਚੀਜ਼ ਲਾ ਦੇਣ, ਕਈ ਵਾਰੀ ਘਰਾਂ ਵਿੱਚ ਪਾਣੀ ਜਿਹੜਾ ਆਨ ਹੋ ਜਾਂਦਾ, ਫਲੱਡ ਆ ਜਾਂਦਾ, ਕਈ ਵਾਰੀ ਤੁਹਾਡਾ ਵਾਸ਼ਰੂਮ ਸਾਰੇ ਖਰਾਬ ਹੋ ਜਾਂਦੇ ਨੇ। ਤੁਸੀਂ ਕਈ ਵਾਰੀ ਜਿਹੜੇ ਬਜ਼ੁਰਗ ਨੇ ਜਾਣਗੇ ਵਾਸ਼ਰੂਮ ਨੂੰ ਯੂਜ਼ ਕਰਨ ਲਈ, ਦੇ ਸਪੈਲ ਐਵਰ ਆਲ ਓਵਰ, ਸਾਰੇ ਪਾਸੇ ਉਹਨਾਂ ਨੇ ਉਹ ਹਾਈਜੀਨ ਦਾ ਬੜਾ ਫਰਕ ਪੈ ਜਾਂਦਾ। ਤੋ ਕਈ ਵਾਰੀ ਹੁੰਦਾ ਵੀ ਤੁਸੀਂ ਰਾਤ ਨੂੰ ਉੱਠ ਕੇ ਪਤਾ ਨਹੀਂ ਲੱਗਦਾ, ਇੱਕਦਮ ਤੁਹਾਡੀ ਯਾਦਾਸ਼ਤ ਇੰਨਾ ਫਰਕ ਹੈ, ਜਾ ਕੇ ਤੁਸੀਂ ਧੱਕਾ ਮਾਰ ਦਿਓ ਕਿਸੇ ਚੀਜ਼ ਨੂੰ, ਉਹਦੇ ਡਿੱਗ ਸਕਦੇ ਹੋ। ਕਈ ਗੱਲਾਂ ਨੇ। ਸੋ ਇਹ ਤੇ ਹੁਣ ਪ੍ਰੀਕਾਸ਼ਨ ਸਾਨੂੰ ਕਰਨੀਆਂ ਪੈਣੀਆਂ ਸਾਰੀਆਂ। ਇਹਦੇ ਵਿੱਚ ਤਾਂ ਕੋਈ ਚੋਇਸ ਨਹੀਂ ਹੈਗੀ ਅਨਫੋਰਚੂਨੇਟਲੀ। ਤੇ ਇਹ ਜਿਹੜਾ ਨਾ ਕਦੀ ਕਿਸੇ ਨਾ ਕਿਸੇ ਫੈਮਿਲੀ ਵਿੱਚ ਇਸ਼ੂ ਆਉਣਾ। ਸੋ ਜੇ ਇਹਦੇ ਵਿੱਚੋਂ ਆਪਾਂ ਨੇ ਕੋਈ ਗੱਲ ਕੱਢਣੀ ਹੈ ਐਜ਼ ਏ ਕਮਿਊਨਿਟੀ, ਪਹਿਲੀ ਗੱਲ ਤਾਂ ਹੈ ਵੀ ਜੋ ਸਰਵਿਸਿਜ਼ ਹੈਗੀਆਂ ਨੇ ਉਹ ਤਾਂ ਸਾਨੂੰ ਲੈਣੀਆਂ ਚਾਹੀਦੀਆਂ। ਸੈਕਿੰਡ ਹੈਗਾ ਵੀ ਜੀ ਐਡੀਸ਼ਨਲ ਹੈਲਪ ਲੈਣ ਤੋਂ ਨਹੀਂ ਡਰਨਾ ਚਾਹੀਦਾ, ਕਿਉਂਕਿ ਉਹਦੇ ਵਿੱਚੋਂ ਜਿਹੜੀ ਸਾਡੀ ਬੜੀ ਵਾਰ ਦੇਖਿਆ, ਮੈਂ ਆਪਣੀ ਤੁਹਾਨੂੰ ਗੱਲ ਕਰਨਾ ਜਾਂ ਆਪਣੇ ਓਨ ਫੈਮਿਲੀ ਸਰਕਲਸ ਦੇ ਵਿੱਚ ਕਹਿਣਗੇ ਵੀ ਆਹ ਕਿੱਦਾਂ ਹੋ ਸਕਦਾ, ਬਾਹਰ ਕਿਸ ਤਰ੍ਹਾਂ ਭੇਜ ਸਕਦੇ ਹਾਂ। ਅਤੇ ਫਿਰ ਜਦੋਂ ਤੁਸੀਂ ਆਪ ਹੀ ਕੇਪੇਬਲ ਨਹੀਂ ਹੈਗੇ, ਤੁਹਾਡੇ ਕੋਲ ਉਹ ਤਰੀਕਾ ਨਹੀਂ ਹੈਗਾ, ਤੁਹਾਡੇ ਕੋਲ ਨੌਲੇਜ ਨਹੀਂ ਹੈਗਾ, ਤੇ ਤੁਹਾਨੂੰ ਇਹ ਸਤਿ ਸ਼੍ਰੀ ਅਕਾਲ ਐਂਡ ਵੈਲਕਮ ਬੈਕ ਟੂ ਸੀਜੇ ਸਿੱਧੂ ਸ਼ੋ। ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ ਸਾਡੀ ਅੱਜ ਗੱਲਬਾਤ ਚੱਲ ਰਹੀ ਹੈ, ਬਹੁਤ ਹੀ ਬਰਨਿੰਗ ਇਸ਼ੂ ਆਪਣੀ ਕਮਿਊਨਿਟੀ ਦੇ ਵਿੱਚ ਹੈਗਾ ਡਿਮੈਂਸ਼ੀਆ ਬਾਰੇ। ਡਾਕਟਰ ਗੁਲਜ਼ਾਰ ਚੀਮਾ ਜਿਨ੍ਹਾਂ ਨੂੰ ਇਸ ਮਾਮਲੇ 'ਚ ਬਹੁਤ ਤਜਰਬਾ ਆ, ਸਾਡੀ ਕਾਫੀ ਗੱਲਾਂ ਬਾਤਾਂ ਆਈਆਂ, ਫੋਨ ਕਾਲਸ ਵੀ ਆਈਆਂ, ਸਾਡੀ ਫੋਨ ਲਾਈਨਸ ਓਪਨ ਹੈ। ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ ਡਿਮੈਂਸ਼ੀਆ ਦੇ ਵਿੱਚ ਜਿਹੜੇ ਸਿੰਪਟਮਸ ਹੈ, ਮੈਮਰੀ ਲੂਜ਼ ਕਰਨਾ, ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਆ, ਆਪਣੇ ਕਈ ਵਾਰੀ ਕਮਿਊਨੀਕੇਟ ਕਰਨ ਲੱਗੇ ਆਪਾਂ ਨੂੰ ਸ਼ਬਦ ਨਹੀਂ ਲੱਭਣੇ, ਗੱਲ ਪੂਰੀ ਨਹੀਂ ਕਰ ਸਕਣਾ। ਆਪਾਂ ਕਈ ਵਾਰੀ ਡਰਾਈਵ ਕਰਨ ਲੱਗੇ ਨਿਕਲੀਏ ਤੇ ਗਵਾਚ ਜਾਈਦਾ, ਰਾਹ ਭੁੱਲ ਜਾਈਦਾ ਆ। ਅਤੇ ਕੋਈ ਛੋਟੀਆਂ ਮੋਟੀਆਂ ਪ੍ਰੋਬਲਮਾਂ ਸੋਲਵ ਕਰਨੀਆਂ, ਉਹਦੇ ਵਿੱਚ ਕੰਪਲੈਕਸ ਕੋਈ ਟਾਸਕ ਨਹੀਂ ਕਰ ਸਕਣਾ, ਐਂਡ ਕੋਈ ਪਲੈਨਿੰਗ ਜਾਂ ਔਰਗਨਾਈਜ਼ਿੰਗ ਪ੍ਰੋਪਰਲੀ ਨਹੀਂ ਕਰ ਸਕਣੀ, ਕੋਆਰਡੀਨੇਸ਼ਨ ਜਿਹੜਾ ਹੈਗਾ ਉਹ ਗੜਬੜ ਹੋ ਜਾਂਦਾ ਹੈ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਡਿਮੈਂਸ਼ੀਆ ਦੇ ਇਹ ਸਿੰਪਟਮਸ ਹੈਗੇ ਆ। ਸੋ ਡਾਕਟਰ ਸਾਹਿਬ ਆਪਾਂ ਗੱਲ ਕਰ ਰਹੇ ਸੀਗੇ ਡਿਮੈਂਸ਼ੀਆ ਬਾਰੇ। ਸਭ ਤੋਂ ਪਹਿਲਾਂ ਆਪਣੇ ਜਿੰਨੇ ਵੀ ਵਿਊਅਰਸ ਹੈ, ਸਾਫ਼ ਅਤੇ ਸਿੰਪਲ ਸ਼ਬਦਾਂ ਦੇ ਵਿੱਚ ਇਹ ਦੱਸੋ ਵੀ ਇਹ ਲੋਕਾਂ ਨੂੰ ਕਦੋਂ ਅਲਰਟ ਹੋ ਜਾਣਾ ਚਾਹੀਦਾ ਕਿ ਵੀ ਇਹ ਕੰਮ ਸ਼ੁਰੂ ਹੋ ਗਿਆ। ਦੇਖੋ ਸੀਜੇ, ਤੁਹਾਡੀ ਕਿੰਨੀ ਏਜ ਹੈ? ਤੁਹਾਡੀ ਮੈਂ 64 ਹੈ। 64। ਮੈਂ ਤੁਹਾਡੇ ਤੋਂ 2 ਸਾਲ ਵੱਡੇ ਹੈ। ਠੀਕ ਹੈ। ਮੈਂ ਹੁਣ 66 ਸਾਲ ਦਾ। ਮੈਂ ਜੇ ਤੁਹਾਡੇ ਨਾਲ ਗੱਲ ਕਰਦਾ ਹਾਂਜੀ ਮੈਂ ਤੁਹਾਡੇ ਨਾਲ ਤੁਹਾਨੂੰ ਮੈਂ 25 ਸਾਲਾਂ ਤੋਂ ਜਾਣਦਾ, 26 ਤੋਂ। ਅਤੇ ਮੈਂ ਤੁਹਾਨੂੰ ਕਹਾਂ ਤੁਹਾਡਾ ਨਾਂ ਕੀ ਹੈ? ਸੌਰੀ, ਮੈਨੂੰ ਤੁਹਾਡਾ ਨਾਂ ਭੁੱਲ ਗਿਆ। ਅਤੇ ਤੁਸੀਂ ਕਿੱਥੋਂ ਆਏ ਹੋ? ਤੁਹਾਡਾ ਫੋਨ ਨੰਬਰ, ਉਹ ਫਿਰ ਤੁਹਾਡੇ ਜਿਹੜੀ ਕਮਿਊਨੀਕੇਸ਼ਨ 'ਚ ਚੰਗੇ ਭਲੇ ਬੰਦੇ ਨੂੰ ਜਾਣਦੇ ਆ, ਤੁਹਾਡਾ ਗੈਪ ਪੈ ਜੇ ਪਹਿਲਾਂ ਹੀ, ਤੁਹਾਡਾ ਮਤਲਬ ਇਹਦਾ ਕਿ ਤੁਹਾਨੂੰ ਜਿਹੜਾ ਨਾ ਸੋਚਣਾ ਪੈਣਾ ਵੀ ਇਹ ਪ੍ਰੋਬਲਮ ਆ ਸਕਦੀ ਹੈ। ਸੈਕਿੰਡ ਹੈਗਾ ਸਿੰਪਲ ਟਾਸਕ ਹੈ, ਮੈਂ ਤੁਹਾਨੂੰ ਪੁੱਛਾਂ ਵੀ 10 ਗਿਣੋ, 100 ਗਿਣੋ, 100 ਤੋਂ ਪਿੱਛੇ ਨਹੀਂ ਗਿਣਨਾ ਸ਼ੁਰੂ ਕਰੋ, 10-10 ਕਰਕੇ ਗਿਣਨਾ ਸ਼ੁਰੂ ਕਰੋ। ਹਾਂਜੀ, ਤੁਸੀਂ ਭੁੱਲਣਾ ਸ਼ੁਰੂ ਹੋ ਜਾਏ। ਬੇਸਿਕ ਜਿਹੜੀ ਤੁਹਾਨੂੰ ਮੈਂ ਗੱਲ ਕਹਾਂ ਵੀ ਜੱਜਮੈਂਟ, ਫਾਰ ਐਗਜ਼ਾਮਪਲ ਤੁਹਾਨੂੰ ਜਾਪਦਾ ਵੀ ਬਾਹਰ ਬੜੀ ਬਾਰਿਸ਼ ਹੋ ਰਹੀ ਹੈ, ਬੜੇ ਜ਼ੋਰ ਨਾਲ ਬਾਰਿਸ਼ ਹੋ ਰਹੀ ਹੈ, ਮੈਂ ਤੁਹਾਨੂੰ ਕਹਿ ਰਿਹਾ ਤੁਸੀਂ ਬਾਹਰ ਨਹੀਂ ਜਾਣਾ, ਤੁਸੀਂ ਫਿਰ ਬਾਹਰ ਜਾ ਰਹੇ ਹੋ। ਇਹ ਜੱਜਮੈਂਟ ਹੋ ਗਈ ਪੂਰ ਕਾ। ਫਿਰ ਤੁਹਾਨੂੰ ਛੋਟੀ ਜਿਹੀ ਗੱਲ ਹੈ, ਫਾਰ ਐਗਜ਼ਾਮਪਲ ਤੁਸੀਂ ਪੜ੍ਹੇ ਲਿਖੇ ਹੋ, ਪ੍ਰੋਫੈਸਰ ਹੋ, ਹਾਂਜੀ, ਅਤੇ 64 ਸਾਲ ਦੀ ਉਮਰ 'ਚ ਮੈਂ ਤੁਹਾਨੂੰ ਕਹਾਂ ਵੀ ਇੱਕ ਸੈਂਟੈਂਸ ਲਿਖੋ, ਹਾਂਜੀ, ਇੱਕ ਤੁਹਾਨੂੰ ਮੈਂ ਅਰਜੀ ਲਿਖੋ ਕਿਸੇ ਵਾਸਤੇ, ਤੁਹਾਡੇ ਕੋਲ ਇੱਕ ਲਫ਼ਜ਼ ਨਾ ਲਿਖੋ, 2 ਲਾਈਨਾਂ ਨਾਲ ਖਤਮ, ਇਸ਼ੂ ਖੜਾ ਹੋ ਗਿਆ। ਫਿਰ ਤੁਸੀਂ ਬਾਰ-ਬਾਰ ਜੇ ਹੁਣ ਤੁਸੀਂ ਜੇ ਮਿਲਣ ਆਏ ਹੋ, ਤੁਸੀਂ ਕਹਿਣਾ ਵੀ ਮੈਨੂੰ ਚਾਹ ਨਹੀਂ ਪਿਆਈ, ਮੈਨੂੰ ਪੁੱਛਿਆ ਨਹੀਂ, ਮੇਰੇ ਨਾਲ ਗੱਲਬਾਤ ਨਹੀਂ ਕੀਤੀ। ਇੱਕਦਮ ਹੀ ਗੱਲ ਕਰਦਿਆਂ ਮੈਂ ਪੁੱਛਾਂ ਸੀ ਜੇ ਫੈਮਿਲੀ ਤੁਹਾਡੀ ਕਿਸ ਤਰ੍ਹਾਂ, ਤੁਸੀਂ ਕਹਿਣਾ ਮੇਰੀ ਫੈਮਿਲੀ ਬਾਰੇ ਕਿਉਂ ਪੁੱਛੀ ਜਾਂਦਾ, ਚਿੜ ਜਾਣਾ, ਗੱਲਬਾਤ ਕਰਨੀ, ਉਹਦੇ ਨਾਲ ਜਿਹੜੀ ਤੁਸੀਂ ਕਮਿਊਨੀਕੇਸ਼ਨ ਤੁਹਾਡੀ 'ਚ ਗੈਪ ਪੈ ਜੇ। ਇਹ ਸਾਰੀਆਂ ਗੱਲਾਂ ਜਿਹੜੀਆਂ ਨਾ ਇਹ ਇਕੱਠੀਆਂ ਕਰਕੇ ਜੇ ਤੁਹਾਨੂੰ ਇਹ ਚੀਜ਼ਾਂ ਤੁਸੀਂ ਫੋਲੋ ਕਰੋਗੇ ਤਾਂ ਤੁਹਾਨੂੰ ਪਤਾ ਵੀ ਤੁਹਾਨੂੰ ਪ੍ਰੋਬਲਮ ਆਉਣੀ ਹੈ। ਪਰ ਅਨਫੋਰਚੂਨੇਟਲੀ ਜਿਹੜਾ ਇਹ ਸ਼ੁਰੂ ਹੁੰਦਾ ਨਾ, ਇਹ ਪਹਿਲਾਂ ਹੁੰਦਾ 10-15 ਸਾਲ ਪਹਿਲਾਂ। ਜੇ ਕੋਈ ਮੈਨੂੰ ਪ੍ਰੋਬਲਮ ਆਉਣੀ ਹੈ ਤਾਂ ਇਹ ਸ਼ੁਰੂ ਹੋ ਚੁੱਕਾ ਮੇਰੇ ਵਿੱਚ। ਅੱਛਾ, ਇਹ ਪ੍ਰੋਸੈਸ ਸਟਾਰਟ ਹੋ ਚੁੱਕਾ। ਅਤੇ ਇਹਦੇ ਵਿੱਚੋਂ ਜਿਹੜੇ ਟੈਸਟ ਕੀ ਨੇ, ਫਿਜ਼ੀਕਲ ਜਿਹੜਾ ਟੈਸਟ ਹੈ, ਮੈਂਟਲ ਸਟੇਟਸ ਦਾ ਤੁਹਾਡਾ ਐਗਜ਼ਾਮੀਨੇਸ਼ਨ ਕਰਨਾ ਪੈਂਦਾ। ਇਸ ਤੋਂ ਬਾਅਦ ਇਹਦੀ ਸਕੈਨਿੰਗ ਹੈਗੀ ਹੈ, ਇਹਦੇ ਬਾਇਓ ਮਾਰਕਰਸ ਨੇ, ਇਹਦੇ ਟੈਸਟ ਵਗੈਰਾ ਸਾਰੇ ਹੋ ਰਹੇ ਨੇ ਅੱਜ ਕੱਲ੍ਹ।
ਤੇ ਪਰ ਜਿਹੜਾ ਵੇਖਿਆ ਗਿਆ ਵੀ ਜਿਹੜਾ ਸਕੈਨ ਜਿਹੜੇ ਨਾ CT ਸਕੈਨ ਜਾਂ MRI ਜਦੋਂ ਕਰਦੇ ਨੇ, ਜਿਉਂ-ਜਿਉਂ ਡਿਮੈਂਸ਼ੀਆ ਵੱਧਦਾ ਕੀ ਹੋਣਾ ਕਿ ਜਿਹੜੇ ਸਾਡੇ ਬ੍ਰੇਨ ਦੇ ਸਾਰੇ ਹਿੱਸੇ ਨੇ, ਜਿਉਂ-ਜਿਉਂ ਸੈੱਲ ਨੇ ਮਰੀ ਜਾਣਾ, ਉਹਨਾਂ ਨੇ ਦੁਬਾਰਾ ਨਹੀਂ ਆਉਣਾ, ਉਹਨਾਂ ਨੇ ਰੀਜਨਰੇਟ ਨਹੀਂ ਕਰਨਾ, ਉਹਨਾਂ ਜਿੱਥੇ ਸੈੱਲ ਮਰੀ ਜਾਣੇ ਨੇ ਉਹ ਖਾਨਾ ਖਾਲੀ ਹੋਈ ਜਾਣਾ। ਸਭ ਤੋਂ ਜ਼ਿਆਦਾ ਜਿਹੜਾ ਖਾਨਾ ਖਾਲੀ ਹੁੰਦਾ ਜਿੱਥੇ ਕਿ ਆਪਣੀ ਹੁੰਦੀ ਹੈ ਯਾਦਾਸ਼ਤ ਤੇ ਜਿਹੜੀ ਹੈ ਨਾ ਆਪਣੀ ਜਿਹੜੀ ਨਾ ਕ੍ਰਿਟੀਕਲ ਥਿੰਕਿੰਗ, ਜਿੱਥੇ ਉੱਥੋਂ ਉਹ ਜਿਹੜਾ ਖਾਨਾ ਉੱਥੋਂ ਪਹਿਲਾਂ ਜਾਂਦਾ, ਮੈਮਰੀ ਆਉਂਦੀ ਹੈ ਜਾਂ ਸੋਚਣ ਸ਼ਕਤੀ 'ਚ ਫਰਕ ਪੈ ਜਾਂਦਾ ਜਾਂ ਤੁਹਾਨੂੰ ਲੈਂਗੁਏਜ ਦਾ ਫਰਕ ਹੁੰਦਾ। ਦੋ ਚੀਜ਼ਾਂ ਮੇਨ ਨੇ। ਫਿਰ ਹੌਲੀ ਹੌਲੀ ਵੱਧਦਿਆਂ ਜਿਹੜੇ ਹਿੱਸੇ 'ਚ ਨੇ ਜਾਣਾ ਉਸ ਹਿਸਾਬ ਨਾਲ ਤੁਹਾਨੂੰ ਪ੍ਰੋਬਲਮ ਆਉਂਦੀ ਹੈ। ਜਦੋਂ ਅਖੀਰ ਤੇ ਆ ਕੇ ਜਿਹੜਾ ਕਈ ਵਾਰੀ ਫਰੰਟਲ ਲੋਬ ਤੇ ਜਾਂ ਸਿਰ ਦੇ ਫਰੰਟ ਦੇ ਪਾਰਟ 'ਚ ਉਹਦੇ ਨਾਲ ਫਿਰ ਤੁਹਾਡੇ ਇਮੋਸ਼ਨਸ ਜਾਂ ਤੁਹਾਡੀ ਜਿਹੜੀਆਂ ਐਬਸਟਰੈਕਟ ਥਿੰਕਿੰਗ ਉਹਦੇ 'ਚ ਫਰਕ ਪੈ ਜਾਂਦਾ। ਫਿਰ ਜਦੋਂ ਇੱਥੋਂ ਤੱਕ ਪਹੁੰਚ ਜਾਂਦਾ ਫਿਰ ਤੁਸੀਂ ਸਿਰਫ ਆਪਣਾ ਤੁਸੀਂ ਕੁਝ ਨਹੀਂ ਕਰ ਸਕਦੇ, ਦੇਖਣ ਵਾਲੇ ਨੂੰ ਜਾਪਣਾ ਤੁਸੀਂ ਬਿਲਕੁਲ ਫਿੱਟ ਹੋ, ਬਿਲਕੁਲ ਤੁਹਾਡਾ ਕੰਮ ਠੀਕ ਹੈ, ਫਿਜ਼ੀਕਲੀ ਹੋ ਸਕਦਾ ਤੁਹਾਨੂੰ ਕੋਈ ਹੋਰ ਇਸ਼ੂ ਹੋਏ ਨਾ, ਕਈਆਂ ਨੂੰ ਕੋਈ ਬਲੱਡ ਪ੍ਰੈਸ਼ਰ ਦੀ ਪ੍ਰੋਬਲਮ ਨਹੀਂ, ਕੋਈ ਸ਼ੂਗਰ ਦੀ ਨਹੀਂ, ਕੋਈ ਗੁਰਦਿਆਂ ਦੀ ਨਹੀਂ, ਬਿਲਕੁਲ ਫਿੱਟ ਨੇ, ਜਿਸ ਤਰ੍ਹਾਂ ਭਾਈ ਸੰਧੂ ਦੇ ਫਾਦਰ ਨੇ, ਬਿਲਕੁਲ ਉਹਨਾਂ ਨੂੰ ਕੋਈ ਇਸ਼ੂ ਨਹੀਂ ਹੈਗਾ, ਪਰ ਜਿਹੜਾ ਉਹਨਾਂ ਦੀ ਜਿਹੜੀ ਯਾਦਾਸ਼ਤ ਉਹ 20 ਸਾਲਾਂ ਤੋਂ ਜਾ ਚੁੱਕੀ ਹੈ। ਸੋ ਇਸ ਕਰਕੇ ਜਿਹੜਾ ਨਾ 20 ਸਾਲਾਂ ਨੂੰ ਮੇਨਟੇਨ ਕਰਨ ਵਾਸਤੇ, ਆਲੇ ਦੁਆਲੇ ਵਾਸਤੇ ਉਹ ਸਾਰੇ ਜਿਹੜੇ ਨਾ ਉਹ ਕੰਮ ਕਰਨੇ ਪੈਂਦੇ ਨੇ। ਇਸੇ ਕਰਕੇ ਤੁਸੀਂ ਦੇਖਿਆ ਕਿ ਪਿਛਲੇ ਕੋਈ 4 ਮਹੀਨਿਆਂ ਵਿੱਚ ਆਪਾਂ ਕਦੀ ਗੱਲ ਨਹੀਂ ਕੀਤੀ ਇਹਦੀ, ਕਈ ਵਾਰੀ ਆਪਾਂ ਸੰਗ ਜਾਂਦੇ ਹਾਂ ਕਿਉਂਕਿ ਵੀ ਆਰ ਵੈਰੀ, ਅਸੀਂ ਡਰਨੇ ਹਾਂ ਵੀ ਕੋਈ ਗੱਲ ਗਲਤ ਨਾ ਨਿਕਲ ਜੇ। ਪਰ ਜਿਹੜੇ ਲੋਕ ਪਰਸਨਲ ਕੇਅਰ ਹੋਮ ਵਿੱਚ ਸਨ ਬਹੁਤ ਦੇਰ ਤੋਂ, ਜਿਨ੍ਹਾਂ ਨੂੰ ਬੜੇ ਇਸ਼ੂ ਸੀ, ਉਹਨਾਂ ਵਿੱਚ ਕਈ ਲੋਕ ਸੀ ਜਿਨ੍ਹਾਂ ਨੂੰ ਕਰੋਨਾ ਵਾਇਰਸ ਹੋ ਕੇ, ਉਹਨਾਂ ਨੂੰ ਇਨਫੈਕਸ਼ਨਸ ਹੋ ਕੇ, ਉਹਨਾਂ ਦਾ ਬਾਡੀ ਦਾ ਰੈਜ਼ਿਸਟੈਂਸ ਲੋ ਸੀ, ਉਹਨਾਂ ਦੀ ਮੌਤ ਹੋਈ ਹੈ। ਸੋ ਪਰ ਜਰਨਲੀ ਜਿਹੜਾ ਇੱਕੋ ਗੱਲ ਇਹ ਤੋਂ ਹੈਗੀ ਮਿਲਦੀ ਹੈ ਕਿ ਜਿਹੜਾ ਡਿਮੈਂਸ਼ੀਆ ਇਹ ਕੋਈ ਇੱਕ ਤੇ ਡਾਇਗਨੋਸਿਸ ਹੈ ਨਹੀਂ, ਇਹਦਾ ਸਿੰਡਰੋਮ ਇਹਦੇ ਵਿੱਚ ਕਈ ਤਰ੍ਹਾਂ ਦੀ ਕਈ ਕਾਰਨਾਂ ਕਰਕੇ ਹੋ ਸਕਦਾ। ਸੋ ਸਾਰੀਆਂ ਚੀਜ਼ਾਂ ਨੂੰ ਵਾਚ ਕਰੋ, ਆਪਣੀ ਸਿਹਤ ਦਾ ਧਿਆਨ ਰੱਖੋ। ਜਦੋਂ ਤੁਹਾਡਾ ਡਾਇਗਨੋਸਿਸ ਬਣ ਗਿਆ, ਇਹ ਨਹੀਂ ਕੋਈ ਮੌਤ ਦੀ ਸਜ਼ਾ ਮਿਲ ਗਈ ਹੈ। ਤੁਹਾਡੇ ਜੇ 65 ਸਾਲ ਤੋਂ ਬਾਅਦ ਜੇ 20 ਸਾਲ ਦੀ ਉਮਰ ਅਜੇ ਹੈਗੀ ਹੋਰ, ਉਹਦੇ ਵਿੱਚੋਂ ਹਰ ਸਾਲ ਥੋੜ੍ਹਾ ਸਿਸਟਮ ਤੁਹਾਡਾ ਘਟਣਾ, ਪਰ ਉਹਦੇ ਵਿਚਕਾਰ ਜਿੰਨਾ ਵੀ ਟਾਈਮ ਹੈਗਾ ਉਸ ਚੀਜ਼ ਨੂੰ ਤੁਸੀਂ ਜੇ ਸੋਸ਼ਲਾਈਜੇਸ਼ਨ ਬੜੀ ਇੰਪੋਰਟੈਂਟ ਹੈ। ਸੀਨੀਅਰ ਘਰ ਜਾਣਾ ਬੜਾ ਇੰਪੋਰਟੈਂਟ ਹੈ, ਗੁਰੂ ਘਰ ਜਾਣਾ, ਮੰਦਰ ਜਾਂ ਮਸਜਿਦ ਵਿੱਚ ਜਾ ਕੇ ਬਹਿਣਾ, ਕਿਤਾਬ ਪੜ੍ਹਨੀ ਬੜੀ ਇੰਪੋਰਟੈਂਟ ਹੈ, ਨਿਊਜ਼ ਸੁਣਨੀਆਂ ਬੜੀਆਂ ਇੰਪੋਰਟੈਂਟ ਹੈ, ਨਿਊਜ਼ ਦੇਖਣੀਆਂ ਇੰਪੋਰਟੈਂਟ ਨੇ। ਮੈਂ ਸਮਝਦਾ ਵੀ ਜਿਹੜੇ ਪਿਛਲੇ 20-25 ਸਾਲਾਂ ਦੇ ਵਿੱਚ ਪੰਜਾਬੀ ਭਾਈਚਾਰੇ ਨੇ ਕੈਨੇਡਾ ਦੇ ਵਿੱਚ, ਖਾਸ ਕਰਕੇ BC ਵਿੱਚ ਜਿਹੜਾ ਮੀਡੀਆ ਸੀ, ਆਪਣਾ ਸਾਰਾ ਮੀਡੀਆ ਜਿੰਨਾ ਇਹਨਾਂ ਲੋਕਾਂ ਨੂੰ ਇੰਨਾ ਇੰਗੇਜ ਕੀਤਾ, ਇੰਨੀ ਜ਼ਿਆਦਾ ਕਨਵਰਸੇਸ਼ਨ ਹੈ, ਕੋਈ ਸਟੇਸ਼ਨ ਔਨ ਕਰ ਲਓ, ਕੋਈ TV ਦੇਖ ਲਓ, ਲੋਕਾਂ ਦੀ ਗੱਲਬਾਤ ਚੱਲਦੀ ਪਈ, ਉਹ ਦੈਟਸ ਵੈਰੀ ਹੈਲਪਫੁਲ। ਤਾਂ ਉਹਦੇ ਨਾਲ ਤਾਸ਼ ਖੇਡੋ, ਆਪਣੀ ਚੈਸ ਖੇਡ ਲਓ, ਕਿਤਾਬ ਪੜ੍ਹ ਲਓ। ਸੋ ਬ੍ਰੇਨ ਨੂੰ ਐਕਟਿਵ ਰੱਖੋ, ਪੁਰਾਣੀਆਂ ਚੀਜ਼ਾਂ ਪੜ੍ਹੋ, ਉਹਨੂੰ ਉਸ ਚੀਜ਼ ਨੂੰ ਉਹਨੂੰ ਇਹ ਨਾ ਕਰੋ ਵੀ ਇਹ ਵਿਹਲੇ ਬੈਠੇ ਨੇ। ਇੱਕ ਬੜਾ ਸਾਡੀ ਕਮਿਊਨਿਟੀ ਵਿੱਚ ਇੱਕ ਬੜਾ ਹੋਰ ਸਿਆਪਾ ਕਹਿਣਾ ਵੀ ਕਿ ਸੀਨੀਅਰ ਜੀ ਵਿਹਲੇ ਬੈਠੇ ਨੇ ਘਰਾਂ 'ਚ, ਵਿਹਲੇ ਨਹੀਂ ਬੈਠੇ ਹੈਗੇ, ਦੇ ਟੇਕ ਕੇਅਰ ਆਫ ਯੂਰ ਕਿਡਸ ਐਂਡ ਯੂਰ ਗ੍ਰੈਂਡ ਕਿਡਸ। ਉਸ ਤੋਂ ਬਾਅਦ ਜੇ ਜਾ ਕੇ ਉੱਥੇ ਜਾ ਕੇ ਜਿਹੜਾ ਕੰਮ ਸ਼ਮ ਕਰਦੇ ਨੇ ਸਾਰਾ, ਉਹਦਾ ਵੀ ਬੜਾ ਫਰਕ ਪੈਂਦਾ। ਸੋ ਉਹਨੂੰ ਇਨਕਰੇਜ ਕਰਨਾ ਬੜਾ ਦੇयर इज ਅ ਨੰਬਰ ਆਫ ਇਸ਼ੂਜ਼ ਡਾਕਟਰ ਸਾਹਿਬ, ਜਿਵੇਂ ਤੁਸੀਂ ਦੱਸਿਆ। ਸੋ ਇਸ ਤੇ ਜਿਹੜਾ ਅਟੈਂਸ਼ਨ ਪੇ ਕਰਨਾ, ਬੇਸਿਕਲੀ ਜਿਵੇਂ ਤੁਸੀਂ ਕਿਹਾ ਕਿ ਪ੍ਰੀ ਐਗਜ਼ਿਸਟਿੰਗ ਜਿਹੜੀ ਲੋਟ ਆਫ ਕੰਡੀਸ਼ਨਸ ਹੈ, ਦੇ ਡਜ਼ਨਟ ਹੈਲਪ। ਪਰ ਇਹ ਜਿਹੜਾ ਹੈਗਾ ਟੇਕ ਦੈਟ ਪਰਸਨ ਟੂ ਆਲਸੋ ਡਾਕਟਰ ਸਾਹਿਬ ਟੂ ਡਿਪਰੈਸ਼ਨ ਐਂਡ ਐਂਗਜ਼ਾਈਟੀ ਐਜ਼ ਵੈਲ। ਇਹ ਸਾਰੇ ਓਵਰਲੈਪਿੰਗ ਸਿੰਪਟਮ ਨੇ। ਕਈ ਵਾਰੀ ਇਹ ਆਪਾਂ ਨੇ ਇਹ ਬੜਾ ਕਨਫਿਊਜ਼ਨ ਹੋ ਜਾਂਦਾ ਵੀ ਬੰਦਾ ਡਿਪਰੈਸ ਤੇ ਨਹੀਂ ਹੈਗਾ। ਉਹ ਉਹਦਾ ਜਿਹੜਾ ਇੱਕ ਸਿੰਪਟਮ ਹੋ ਸਕਦਾ ਉਹਦੇ ਨੂੰ ਡਿਮੈਂਸ਼ੀਆ ਕਰਕੇ ਨਾਲ ਹੋਏ। ਸੋ ਇਸ ਕਰਕੇ ਆਪਾਂ ਇਕੱਲਾ ਡਿਪਰੈਸ਼ਨ ਤੇ ਹੀ ਕਰ ਲੈਣਾ ਫੋਕਸ। ਬਾਕੀ ਜਿਹੜਾ ਮੈਂ ਡਰਿੰਕਿੰਗ ਦੀ ਮੈਂ ਗੱਲ ਕਰਨੀ ਚਾਹੁੰਦਾ ਹੈ, ਦੈਟਸ ਵਾਟ ਮਾਈ ਨੈਕਸਟ ਕੁਐਸਚਨ ਇਜ਼ ਅਬਾਊਟ ਡਰੱਗਸ ਐਂਡ ਡਰਿੰਕਿੰਗ। ਦੇਖੋ ਡਰੱਗ ਨੇ ਤਾਂ ਡੈਮੇਜ ਕਰਨਾ ਹੀ ਕਰਨਾ, ਬ੍ਰੇਨ ਨੇ ਤਾਂ ਤੁਸੀਂ ਜਿਹੜਾ ਬ੍ਰੇਨ ਦਾ ਹਿੱਸਾ ਜਿੱਥੇ ਤੁਹਾਨੂੰ ਡਰੱਗਸ ਨਾਲ ਖੁਸ਼ੀ ਮਿਲਦੀ ਹੈ ਲੈ ਕੇ, ਇਲੂਜਨ 'ਚ ਜਾਂਦੇ ਹੋ, ਹਵਾ 'ਚ ਫਿਰਦੇ ਹੋ, ਉੱਪਰ ਹੀ ਫਿਰੀ ਜਾਂਦੇ ਹੋ, ਉਹਨੇ ਤੁਹਾਡੇ ਉਹ ਜਿਹੜੇ ਸੈੱਲ ਉਹਨਾਂ ਨੂੰ ਖਤਮ ਕਰਨਾ ਹੀ ਕਰਨਾ। ਉਹਦੇ ਵਿੱਚ ਤਾਂ ਗਿਵਨ ਹੀ ਹੈ, ਉਹਦੇ ਭੁੱਲ ਜਾਓ। ਇਟ ਡਜ਼ਨਟ ਮੈਟਰ ਇਵਨ ਇਨ ਮੈਰੀਜੁਆਨਾ ਡਾਕਟਰ ਸਾਹਿਬ। ਉਹਦੇ ਨਾਲ ਜਿਹੜਾ ਕੋਈ ਕੁਆਂਟੀਟੀ ਦੇ ਵਿੱਚ, ਦੇਖੋ ਮੈਂ ਜਿਹੜਾ ਕੈਨਾਬਿਸ ਬਾਰੇ ਮੇਰੇ ਮੈਡੀਕਲ ਵਿਚਾਰ ਹੋਰ ਨੇ, ਪਰਸਨਲ ਮੇਰੇ ਵਿਚਾਰ ਹੋਰ ਨੇ। ਸੋ ਮੈਂ ਉਸ ਟਾਪਿਕ ਨੂੰ ਟੱਚ ਨਹੀਂ ਕਰਨਾ ਚਾਹੁੰਦਾ। ਪਰ ਜਿਹੜੀਆਂ ਹਾਰਡ ਡਰੱਗਸ ਨੇ, ਜਿਹੜੀਆਂ ਸਾਰੀਆਂ ਜਿਹੜੀਆਂ ਕਿ ਸਟਰੀਟ ਡਰੱਗਸ ਨੇ, ਇਹਨਾਂ ਦਾ ਨੁਕਸਾਨ ਹੀ ਨੁਕਸਾਨ, ਇਹਨਾਂ ਦਾ ਕੋਈ ਫਾਇਦਾ ਨਹੀਂ। ਇਹਦੇ ਨਾਲ ਕੋਈ ਐਨਰਜੀ ਨਹੀਂ ਮਿਲਦੀ, ਇਹ ਰਹਿਣ ਵਾਸਤੇ ਨਹੀਂ ਸਾਨੂੰ ਹੈਗੀਆਂ ਜ਼ਰੂਰਤ। ਇਹ ਰੋਜ਼ ਸਾਡੀ ਬਾਡੀ ਨੂੰ ਕੈਲਰੀਜ਼ ਨਹੀਂ ਪ੍ਰੋਵਾਈਡ ਕਰਦੀਆਂ।
ਸੋ ਇਸ ਕਰਕੇ ਇਹਦੇ ਤੋਂ ਦੂਰ ਰਹਿਣਾ ਤੇ ਬੜਾ ਇੰਪੋਰਟੈਂਟ ਹੈ। ਸਮੋਕਿੰਗ ਨਾਲ ਪ੍ਰੋਬਲਮ ਆਉਂਦੀ ਹੈ, ਪਰ ਡਰਿੰਕਿੰਗ ਦੀ ਮੈਂ ਗੱਲ ਤਾਂ ਕਰਨੀ ਚਾਹੁੰਦਾ ਸੀ ਕਿ ਜਿਹੜੇ ਲੰਬਾ ਸਮਾਂ ਜਿਹੜੇ ਸ਼ਰਾਬ ਪੀਂਦੇ ਨੇ ਉਹਨਾਂ ਨੂੰ ਵੀ ਡਿਮੈਂਸ਼ੀਆ ਹੋ ਜਾਂਦਾ। ਉਹ ਇੱਕ ਬੀਟ ਜਿਹੜੀ ਨਾ ਬੀ ਕੰਪਲੈਕਸ ਦੀ ਡੈਫੀਸ਼ੀਐਂਸੀ ਤੋਂ ਹੋ ਜਾਂਦਾ। ਸੋ ਕਈ ਵਾਰੀ ਇਹ ਦੇਖਿਆ ਗਿਆ ਕਿ ਜਿਹੜਾ ਆਦਮੀ ਲੰਬੇ ਸਮੇਂ ਤੋਂ ਡਰਿੰਕ ਕਰਦਾ ਸੀ ਉਹਨਾਂ ਨੂੰ ਹੋਰ ਪ੍ਰੋਬਲਮ ਕੋਈ ਨਹੀਂ ਸੀ, ਉਹਨਾਂ ਦੀ ਯਾਦਦਾਸ਼ਤ ਘਟਣੀ ਸ਼ੁਰੂ ਹੋ ਜਾਂਦੀ ਹੈ। ਸੋ ਸਾਰੀਆਂ ਚੀਜ਼ਾਂ ਧਿਆਨ 'ਚ ਰੱਖਣ ਦੀ ਜ਼ਰੂਰਤ ਹੈ। ਸੋ ਡਾਕਟਰ ਸਾਹਿਬ ਤੁਸੀਂ ਮੇਰਾ ਇਹ ਸਵਾਲ ਸੀਗਾ ਅਲਕੋਹਲ ਬਾਰੇ, ਜਿਹੜਾ ਕਿ ਵੈਰੀ ਕਾਮਨ ਇਨ ਆਵਰ ਕਮਿਊਨਿਟੀ ਟੂ ਸੈਲੀਬ੍ਰੇਟ ਔਰ ਵਾਟ ਐਵਰ ਦ ਰੀਜ਼ਨ ਮਾਈਟ ਬੀ, ਦੁੱਖ ਹੋਵੇ ਸੁੱਖ ਹੋਵੇ। ਸੋ ਇਹਦੀ ਕੋਈ ਲਿਮਿਟਸ ਹੈਗੀ ਹੈ? ਸੋਸ਼ਲ ਡਰਿੰਕ ਜਿਹਨੂੰ ਕਹਿ ਦਈਦਾ ਔਰ ਪੀਪਲ ਵੈਨ ਦੇ ਕ੍ਰਾਸ ਅ ਲਾਈਨ ਜਿਹਨੂੰ ਬਿੰਜ ਡਰਿੰਕਿੰਗ ਕਹਿ ਦਈਦਾ, ਇਜ਼ ਦੇਅਰ ਐਨੀ ਦੇਖੋ ਪੈਰਾਮੀਟਰਸ? ਕੋਈ ਜਿਹੜਾ ਦੁਨੀਆ ਵਿੱਚ ਜਿਹੜੀ ਰਿਸਰਚ ਜਾਂ ਖੋਜ ਜਿਹੜਾ ਸਾਰੇ ਪਾਸੇ ਦੇਖੋ ਸਿਸਟਮ ਦੇ ਵਿੱਚ ਅਸੀਂ ਪਾਰਟ ਆਫ ਦੀ ਹੈਗੇ ਸਿਸਟਮ ਦੇ ਵਿੱਚ ਦੁਨੀਆ ਦੇ ਵਿੱਚ ਸੋਸ਼ਲਾਈਜੇਸ਼ਨ ਵਾਸਤੇ ਲੋਕੀ ਕਈ ਤਰੀਕੇ ਯੂਜ਼ ਕਰਦੇ ਨੇ। ਕਈ ਸ਼ਰਾਬ ਪੀ ਲੈਂਦੇ ਨੇ, 1 ਡਰਿੰਕ 2 ਡਰਿੰਕ, ਕੋਈ ਮੋਡਰੇਸ਼ਨ 'ਚ ਪੀ ਲੈਂਦਾ, ਕੋਈ ਪਹਿਲਾਂ ਜਦੋਂ ਬ੍ਰਿਟਿਸ਼ ਕੇ ਸੀ ਇੰਡੀਆ ਦੇ ਵਿੱਚ ਈਸਟ ਇੰਡੀਆ ਕੰਪਨੀ ਲੈ ਕੇ ਸਿਗਰਟ ਨੂੰ ਸ਼ੁਰੂ ਕਰਾਤਾ ਕੰਮ। ਉਸ ਤੋਂ ਬਾਅਦ ਜਿਹੜਾ ਸੀ ਨਾ ਹੋਰ ਕੰਮ ਬੀਡੀ ਹੋਇਆ, ਬੀਡੀ ਤੋਂ ਫਿਰ ਸਿਗਰਟ ਦਾ ਕੰਮ ਸ਼ੁਰੂ ਹੋ ਗਿਆ, ਸਿਗਰਟ ਪੀਣ ਤੋਂ ਬਾਅਦ ਫਿਰ ਹੋਰ ਕੰਮ ਵੱਧ ਗਿਆ। ਸੋ ਇਹ ਤਰੀਕੇ ਨੇ ਆਪੋ ਆਪਣੇ। ਅਤੇ ਜਿਹੜਾ ਡਰਿੰਕ ਦਾ ਕੰਮ ਹੈ, ਤੁਸੀਂ ਇੱਕ ਅੱਧੀ ਡਰਿੰਕ ਦੀ ਤਾਂ ਕੋਈ ਪ੍ਰੋਬਲਮ ਨਹੀਂ, ਸੋਸ਼ਲਾਈਜ਼ ਤੁਸੀਂ ਆਪ ਇੱਕ ਦੂਜੇ ਨਾਲ ਗੱਲਬਾਤ ਕਰਨੀ ਹੈ, ਕੋਈ ਮੁਸ਼ਕਲ ਨਹੀਂ ਉਹਦੇ ਵਿੱਚੋਂ। ਪਰ ਜਦੋਂ ਤੁਸੀਂ ਅੱਧੀ ਬੋਤਲ ਦੀ 1 ਬੋਤਲ ਪੀਣੀ ਹੈ ਹਰ ਰੋਜ਼, ਉਹ ਤੇ ਪ੍ਰੋਬਲਮ, ਉਹ ਤੇ ਡਿਫਰੈਂਟ ਗੱਲ ਹੈ ਨਾ, ਉਹ ਟਾਪਿਕ ਵੱਖਰਾ। ਪਰ ਇਹਦੇ ਵਿੱਚ ਬੜਾ ਸਮਾਲ ਰੋਲ ਪਲੇ ਕਰਦੀ ਹੈ ਜਿਹੜਾ ਸ਼ਰਾਬ। ਇਹ ਬਹੁਤਾ ਜਿਹੜਾ ਕੰਮ ਇਹ ਹੈਗਾ, ਜਿਹੜਾ ਸਾਡੇ ਬ੍ਰੇਨ ਦੇ ਸੈੱਲ ਨੇ ਉਹਨਾਂ ਦਾ ਨਾਨ ਫੰਕਸ਼ਨ ਹੋਣਾ। ਹਰ ਬ੍ਰੇਨ ਦਾ ਸੈੱਲ ਹੈ ਉਹ ਆਪਣੇ ਹਿਸਾਬ ਨਾਲ ਇੱਕ ਤਰੀਕੇ ਨਾਲ ਫੰਕਸ਼ਨ ਕਰਦਾ। ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਉਹਨੇ ਇੱਕ ਦੂਜੇ ਨਾਲ ਗੱਲਬਾਤ ਕਰਨੀ ਹੈ, ਸੈਲਸ ਨੇ ਉਹਨੇ ਕਮਿਊਨੀਕੇਸ਼ਨ ਕਰਨਾ। ਉਸ ਹਿਸਾਬ ਨਾਲ ਜਿਹੜਾ ਹਿੱਸਾ ਉਸ ਹਿਸਾਬ ਨਾਲ ਉਹਦਾ ਫੰਕਸ਼ਨ ਹੈਗਾ ਬਾਡੀ ਦਾ। ਸੋ ਜਦੋਂ ਵੀ ਉਹ ਬਾਡੀ ਦਾ ਹਿੱਸਾ ਮਰਨਾ, ਉਹ ਉਦੋਂ ਕੰਮ ਖਰਾਬ ਹੋ ਜਾਣਾ। ਸੋ ਡਾਕਟਰ ਸਾਹਿਬ ਇਹਦੇ ਬਾਰੇ ਵੀ ਕਾਫੀ ਕੰਟਰੋਵਰਸੀ ਹੈਗੀ ਹੈ। ਜਿਹੜੇ ਬ੍ਰੇਨ ਸੈਲਸ ਹੈਗੇ ਆ ਉਹ ਕਹਿੰਦੇ ਇਟ ਰੀਜਨਰੇਟ ਇਟਸੈਲਫ, ਪਰ ਕਿਹੜੇ ਮਤਲਬ ਇਹਦੇ ਬਾਰੇ ਜਿਹੜਾ ਮੈਡੀਕਲ ਜਿਹੜਾ ਤੁਹਾਡਾ ਥਾਟ ਹੈ ਵੀ ਕਿਹੜੇ ਰੀਜਨਰੇਟ ਹੁੰਦੇ ਤੇ ਕਿਹੜੇ ਪਰਮਾਨੈਂਟਲੀ ਡੈਮੇਜ ਹੁੰਦੇ? ਦੇਖੋ ਜਿਹੜੇ ਡਿਮੈਂਸ਼ੀਆ ਵਿੱਚ ਜਿਹੜੇ ਸੈਲਸ ਨੇ ਕਾਰਨ ਹੀ ਤਾਂ ਹੈ ਕਿਉਂਕਿ ਜਦੋਂ ਸੈੱਲ ਜਦੋਂ ਮਰਦੇ ਨੇ ਬ੍ਰੇਨ ਦੇ ਤਾਂ ਹੀ ਤਾਂ ਡਿਮੈਂਸ਼ੀਆ ਹੋਇਆ। ਹਾਂਜੀ। ਅਤੇ ਜਦੋਂ ਕਈ ਲੋਕੀ ਕਈ ਕਹਿੰਦੇ ਨੇ ਕਿ ਜਿਹੜੇ ਸੈੱਲ ਮਰੇ ਨੇ ਉਹ ਡਿਮੈਂਸ਼ੀਆ ਉਹਨਾਂ ਕਰਕੇ ਹੋਇਆ ਕਿ ਡਿਮੈਂਸ਼ੀਆ ਕਰਕੇ ਸੈੱਲ ਮਰੇ ਨੇ। ਪਰ ਮੈਂ ਸਮਝਦਾ ਕਿ ਜਿਹੜੀ ਵੀ ਸੈਲਸ ਦੀ ਜਿਹੜੀ ਕਮਜ਼ੋਰੀ ਹੈ ਉਹਨੂੰ ਕਿਸੇ ਤਰੀਕੇ ਨਾਲ ਉਹਦਾ ਨਾਨ ਫੰਕਸ਼ਨ ਹੋ ਰਿਹਾ, ਉਹਦੇ ਕੋਈ ਕਰੰਟ ਦੇ ਵਿੱਚ ਪ੍ਰੋਬਲਮ ਆ ਗਈ, ਉਹਦੇ ਜਿਹੜਾ ਕਨੈਕਟ ਕਰਨ ਵਾਲੇ ਨੇ ਸਬਸਟੈਂਸ ਉਹਨਾਂ 'ਚ ਪ੍ਰੋਬਲਮ ਆ ਗਈ, ਕੋਈ ਪ੍ਰੋਟੀਨ ਜਮ੍ਹਾਂ ਹੋ ਗਈ, ਕਰੰਟ ਨਹੀਂ ਪੂਰਾ ਜਾ ਰਿਹਾ, ਸੈੱਲ ਇੱਕ ਦੂਜੇ ਨਾਲ ਗੱਲਬਾਤ ਨਹੀਂ ਕਰਦੇ ਪਏ, ਮਿਲੀਅਨਸ ਆਫ ਸੈਲਸ ਨੇ ਕਨੈਕਟ ਨਹੀਂ ਕਰਦੇ ਪਏ, ਉਹ ਆਪਣਾ ਫੰਕਸ਼ਨ ਨਹੀਂ ਪੂਰਾ ਹੋ ਰਿਹਾ, ਤਾਂ ਨੈਚੁਰਲੀ ਉਹਦੇ ਨਾਲ ਫਿਰ ਤੁਹਾਨੂੰ ਡਿਮੈਂਸ਼ੀਆ ਹੋਣਾ ਹੀ ਹੋਣਾ। ਜਿੱਥੇ ਜਿਹੜੀ ਬਾਡੀ ਦਾ ਹਿੱਸਾ ਹੈਗਾ, ਤੁਸੀਂ ਨੋਟ ਕੀਤਾ ਹੋਣਾ ਸਟ੍ਰੋਕ ਤੋਂ ਬਾਅਦ ਕੀ ਹੁੰਦਾ? ਸਟ੍ਰੋਕ ਤੋਂ ਬਾਅਦ ਜਿਹੜਾ ਪਾਸਾ ਤੁਹਾਡਾ ਸਟ੍ਰੋਕ ਦੇ ਨਾਲ ਮਰ ਗਿਆ, ਜਿਹੜੇ ਸੈੱਲ ਮਰ ਗਏ, ਉਹਨੇ ਮੁੜ ਕੇ ਤਾਂ ਨਹੀਂ ਆਉਣੇ ਪੂਰੇ, ਕੁਛ ਨਾ ਕੁਛ ਤਾਂ ਫਾਇਦਾ ਹੁੰਦਾ, ਪਰ 100% ਤਾਂ ਨਹੀਂ ਆਉਂਦੇ ਵਾਪਸ। ਕਿਉਂ? ਪਰ ਉਹ ਹੈਗਾ ਜਿਹੜਾ ਡਿਮੈਂਸ਼ੀਆ ਉਹ ਤੁਹਾਡੀ ਵਾਸਕੂਲਰ ਡੈਫੀਸ਼ੀਐਂਸੀ ਕਰਕੇ। ਜਿਹੜਾ ਐਲਜ਼ਾਈਮਰ ਵਿੱਚ ਡਿਮੈਂਸ਼ੀਆ ਉਹਦਾ ਸਪੈਸੀਫਿਕ ਕਾਰਨ ਹੈ ਕਿ ਜਿਹੜੇ ਸੈਲਸ ਦਾ ਜਿਹੜਾ ਫੰਕਸ਼ਨ ਹੈ ਉਹ ਪ੍ਰੋਟੀਨ ਜਾਂ ਸਪੈਸੀਫਿਕ ਸੈਲਸ ਨੇ ਉਹਨਾਂ ਦਾ ਬੈਲੈਂਸ ਹੋ ਜਾਂਦਾ ਖਰਾਬ। ਉਹ ਜਦੋਂ ਬੈਲੈਂਸ ਖਰਾਬ ਹੋਣ ਦੇ ਨਾਲ ਉਹ ਜਿਹੜੀ ਚੀਜ਼ ਨੇ ਉਹਨੂੰ ਫੰਕਸ਼ਨ ਕਰਨ ਵਾਸਤੇ ਰਿਮੂਵ ਕਰਨਾ ਉਹੀ ਦੁਸ਼ਮਣ ਬਣ ਜਾਂਦਾ। ਅਤੇ ਉਹਦੇ ਵਿੱਚ ਜਿਹੜੇ ਆਟੋਮਿਊਨ ਡਿਸਆਰਡਰ ਹੋ ਜੇ ਉਹ ਫਿਰ ਇਨਫਲਾਮੇਸ਼ਨ ਦੇ ਨਾਲ ਉਹ ਸੈੱਲ ਆਪਣੇ ਆਪ ਨੂੰ ਖਾਣਾ ਸ਼ੁਰੂ ਕਰ ਦਿੰਦੇ। ਸੋ ਬੇਸਿਕਲੀ ਇਹ ਜਿਹੜਾ ਨਾ ਇਹ ਰਿਵਰਸੀਬਲ ਨਹੀਂ ਹੈਗਾ। ਸੋ ਦੈਟ ਡਾਕਟਰ ਸਾਹਿਬ ਸੌਰੀ ਮੇਰਾ ਇਹ ਨੈਕਸਟ ਕੁਐਸਚਨ ਸੀਗਾ ਵੀ ਇਹਦਾ ਡਾਇਗਨੋਸਿਸ ਹੈਗਾ ਪਰ ਇਹਦੀ ਕੋਈ ਮੈਡੀਕੇਸ਼ਨ ਨਹੀਂ? ਇਹਦੀ ਮੈਡੀਸਨ ਸ਼ੁਰੂ ਵਿੱਚ 2-4 ਤਰ੍ਹਾਂ ਦੀਆਂ ਹੈਗੀਆਂ ਨੇ, ਟਰਾਇਲ ਬੇਸਿਸ ਨੇ, ਕਈਆਂ ਨੂੰ ਕੰਮ ਕਰਦੀਆਂ ਕਈਆਂ ਨੂੰ ਨਹੀਂ ਕਰਦੀਆਂ। ਪਰ ਆਪਾਂ ਮੈਡੀਸਨ ਨੂੰ ਜੇ ਅਰਲੀ ਸਟੇਜ ਦੇ ਵਿੱਚ ਮੈਂ ਵੀ ਕਈ ਵਾਰੀ ਆਪਣੇ ਪੇਸ਼ੈਂਟ ਸਪੈਸ਼ਲਿਸਟ ਕੋਲ ਭੇਜਣਾ ਵੀ ਥੋੜ੍ਹਾ ਬਹੁਤਾ ਫਰਕ ਪੈਂਦਾ। ਮੇਰੇ ਹਿਸਾਬ ਨਾਲ ਮੋਸਟਲੀ ਉਹ ਦਿਮਾਗ ਉੱਦਾਂ ਪੈਂਦਾ ਕੁਛ ਲੈ ਰਹੇ ਆ, ਕੁਛ ਕਰਨੇ ਪਏ ਆ, ਪਲਸੀਬੋ ਫੈਕਟਰ ਉਹਦੇ ਨਾਲ ਹੁੰਦਾ ਵੀ ਫੈਮਿਲੀ ਨੂੰ ਹੁੰਦਾ ਵੀ ਅਸੀਂ ਕੁਛ ਕਰਨੇ ਪਏ ਆ। ਪਰ ਜਿਨ੍ਹਾਂ ਨੂੰ ਇਹ ਉਹਦੀ ਥਾਇਮਿਨ ਦੀ ਡੈਫੀਸ਼ੀਐਂਸੀ ਨਾ ਹੁੰਦਾ ਉਹਨਾਂ ਨੂੰ ਇਸ ਚੀਜ਼ ਦਾ ਜ਼ਰੂਰ ਫਾਇਦਾ ਹੋ ਜਾਂਦਾ। ਜਿਹੜੀ ਵੀ ਜੇ ਤਾਂ ਤੁਹਾਡੀ ਤਕਲੀਫ ਹੈ, ਫॉर ਐਗਜ਼ਾਮਪਲ ਤੁਸੀਂ ਸਟ੍ਰੋਕ ਤੁਹਾਨੂੰ ਹੋ ਗਿਆ, ਤਾਂ ਬਿਲਕੁਲ ਠੀਕ ਹੋ ਗਏ, ਸਾਰੇ ਤੁਹਾਡੇ ਅੰਗ ਕੰਮ ਕਰਨੇ ਸ਼ੁਰੂ ਕਰਦੇ, ਅਤੇ ਜਿਹੜੀ ਤੁਹਾਡੀ ਇਹ ਯਾਦਦਾਸ਼ਤ ਸੀ ਜਿੰਨੀ ਕੋਈ ਗਈ ਸੀ ਹੋ ਸਕਦਾ ਕਾਫੀ ਵਾਪਸ ਆ ਜਾਏ। ਪਰ ਜਿਹੜੀਆਂ ਕੋਈ ਫਿਜ਼ੀਕਲ ਇੰਪੇਅਰਮੈਂਟਸ ਨੇ, ਤੁਹਾਡੀ ਸਪੀਚ 'ਤੇ ਹੋਇਆ ਅਸਰ, ਤੁਹਾਡੀ ਜਿਹੜਾ ਥਿੰਕਿੰਗ ਪ੍ਰੋਸੈਸ 'ਤੇ ਹੋਇਆ, ਮੈਮਰੀ 'ਤੇ ਹੋਇਆ, ਤੁਸੀਂ ਤੁਹਾਨੂੰ ਦਰਵਾਜ਼ੇ ਦਾ ਨਹੀਂ ਪਤਾ ਲੱਗਦਾ। ਫॉर ਐਗਜ਼ਾਮਪਲ ਤੁਸੀਂ ਉੱਠੋ, ਹੁਣ ਆਪਾਂ ਇੱਥੇ ਪ੍ਰੋਗਰਾਮ ਕਰਨੇ ਪਿਆ,
ਉੱਠਦਿਆਂ ਮੈਨੂੰ ਇਹ ਨਹੀਂ ਪਤਾ ਮੈਂ ਸੱਜੇ ਜਾਣਾ ਖੱਬੇ ਜਾਣਾ, ਤੇ ਦੇਰ ਇਜ਼ ਅ ਪ੍ਰੋਬਲਮ। ਹਾਂਜੀ ਬਾਹਰ ਜਾ ਕੇ ਇਹ ਨਹੀਂ ਪਤਾ ਮੇਰੀ ਕਾਰ ਦੀ ਚਾਬੀ ਕਿੱਥੇ, ਫਿਰ ਵੀ ਪ੍ਰੋਬਲਮ ਹੈ। ਜੇ ਜਾ ਕੇ ਵਾਸ਼ਰੂਮ ਦਾ ਨਹੀਂ ਪਤਾ ਕਿੱਥੇ ਆ ਗਿਆ। ਜਿਹੜੇ ਚੀਜ਼ਾਂ ਫੈਮਿਲੀਅਰ ਨੇ ਜਿਨ੍ਹਾਂ ਨੂੰ ਅਸੀਂ ਹਰ ਰੋਜ਼ ਕਰਨੇ ਆ ਯੂਜ਼, ਜੇ ਉਹਨਾਂ ਦਾ ਜਦੋਂ ਉਹਨਾਂ ਦਾ ਭੁਲੇਖਾ ਪੈਣਾ ਸ਼ੁਰੂ ਹੋ ਜੇ ਫਿਰ ਤੁਹਾਨੂੰ ਦੈਟਸ देयर इज अ ਸਿਗਨਲ देयर। ਸਿਗਨਲ ਦੇਰ। ਹਾਂਜੀ ਸੋ ਡਾਕਟਰ ਸਾਹਿਬ ਆਪਾਂ ਹੁਣ ਥੋੜਾ ਜਿਹਾ ਗੇਅਰ ਬਦਲੀਏ। ਹੁਣ ਆਪਣੀ ਕਮਿਊਨਿਟੀ 'ਚ ਤੁਸੀਂ ਬਹੁਤ ਵਿਚਰਦੇ ਆ, ਤੁਹਾਨੂੰ ਪਤਾ ਆ ਆਪਣੇ ਟ੍ਰੇਡਸ ਵੀ ਪਤਾ ਆ, ਆਪਣਾ ਹਾਊ ਵੀ ਫੰਕਸ਼ਨ, ਕਿਹੜੇ ਆਪਾਂ ਨੂੰ ਜਿਹੜੇ ਹੈਗੇ ਆ ਪ੍ਰੀਕਾਸ਼ਨਸ ਤੇ ਖਿਆਲ ਰੱਖਣਾ ਚਾਹੀਦਾ ਤਾਂ ਕਿ ਇਹ ਸਟੇਜ ਤੱਕ ਬੰਦਾ ਨਾ ਪਹੁੰਚੇ ਜਾਂ ਪ੍ਰੋਸੈਸ ਨੂੰ ਡਿਲੇ ਕਰ ਸਕੇ। ਬਾਕੀ ਦਾ ਜਿਵੇਂ ਤੁਸੀਂ ਕਿਹਾ ਏਜਿੰਗ ਦੇ ਨਾਲ ਥੋੜਾ ਬਹੁਤ ਫਰਕ ਪੈਣਾ ਹੀ ਆ, ਦੈਟਸ ਨਾਰਮਲ, ਠੀਕ ਹੈ। ਬਟ ਇਹਨੂੰ ਆਪਾਂ ਨੂੰ ਜਿਹੜੀ ਹੈਗਾ ਕੀ ਖਿਆਲ ਰੱਖਣਾ ਚਾਹੀਦਾ? ਦੇਖੋ ਜਿਹੜੀ ਚੰਗੀ ਸਿਹਤ ਹੈ ਉਹਦੇ ਹਰ ਹਿੱਸਾ ਕੰਮ ਕਰਨਾ ਬੜਾ ਜ਼ਰੂਰੀ ਹੈ। ਬਾਡੀ ਦੇ ਮੇਨ ਹਿੱਸਾ ਕਿਹੜਾ? ਆਪਣਾ ਦਿਮਾਗ ਹੀ ਹੈ। ਹਾਂਜੀ ਦਿਮਾਗ ਹੀ ਹੈ ਜਿਹਨੇ ਹਰ ਬਾਡੀ ਦਾ ਫੰਕਸ਼ਨ ਕਰਨਾ। ਦਿਮਾਗ ਤੋਂ ਬਿਨਾਂ ਦਿਲ ਨੇ ਨਹੀਂ ਚੱਲਣਾ, ਦਿਮਾਗ ਤੋਂ ਬਿਨਾਂ ਬਲੱਡ ਨੇ ਨਹੀਂ ਚੱਲਣਾ, ਸਿਗਨਲ ਸਾਰੇ ਉੱਥੋਂ ਸਿਗਨਲ ਨਹੀਂ ਚੱਲਣੇ, ਸਿਗਨਲ ਅੰਦਰ ਜਾ ਕੇ ਉੱਥੋਂ ਵਾਪਸ ਆਉਣੇ ਨੇ। ਸਾਰਾ ਸਿਸਟਮ ਆਲਰੇਡੀ ਸੈਟ ਅਪ ਹੈ। ਮਿਲੀਅਨਸ ਆਫ ਸੈੱਲ ਕੰਮ ਕਰਦੇ ਪਏ ਨੇ 24 ਘੰਟੇ। ਜਦੋਂ ਆਪਾਂ ਸੌਂਦੇ ਹਾਂ ਉਦੋਂ ਵੀ ਬ੍ਰੇਨ ਕੰਮ ਕਰਦਾ। ਇਸ ਸਿਸਟਮ 'ਤੇ ਸਾਰਾ ਕੰਮ ਕਰਨਾ ਪੈਣਾ। ਉਸ ਸਿਸਟਮ ਨੂੰ ਕੰਮ ਕਰਨ ਵਾਸਤੇ ਅਸੀਂ ਕੀ ਕਰਨੇ ਪਏ ਹਾਂ ਉਹ ਤੁਹਾਨੂੰ ਵਿਚਾਰ ਕਰਨਾ ਪੈਣਾ ਵੀ ਇਹ ਜਿਹੜਾ ਸਿਸਟਮ ਹੈ ਜਿਹਨੇ ਵੀ ਬਣਾਇਆ ਉਹਨੂੰ ਕੋਈ ਨਾ ਕੋਈ ਤੇ ਤੁਹਾਨੂੰ ਰੀਹੈਬਿਲਿਟੇਸ਼ਨ ਕਰਨੀ ਪੈਣੀ ਆਪਣੇ ਸਿਸਟਮ ਦੀ। ਕੀ ਕਰ ਸਕਦੇ ਹੋ? ਆਪਣਾ ਭਾਰ ਕੰਟਰੋਲ ਰੱਖੋ, ਹਾਂਜੀ ਆਪਣੀ ਡਾਈਟ 'ਤੇ ਕੰਟਰੋਲ ਰੱਖੋ। ਐਕਸਰਸਾਈਜ਼ ਬਾਰੇ ਆਪਾਂ ਗੱਲ ਨਹੀਂ ਕੀਤੀ। ਐਕਸਰਸਾਈਜ਼ ਬਹੁਤ ਇੰਪੋਰਟੈਂਟ ਹੈ ਡਿਮੈਂਸ਼ੀਆ ਦੇ ਵਿੱਚ। ਬਾਡੀ ਨੂੰ ਐਕਟਿਵ ਰੱਖਣਾ ਬਹੁਤ ਇੰਪੋਰਟੈਂਟ ਹੈ। ਫਿਜ਼ੀਕਲੀ ਜਿਹੜੇ ਤੁਹਾਡੇ ਮਸਲ ਸਟਰੋਂਗ ਹੋਣੇ ਬੜੇ ਇੰਪੋਰਟੈਂਟ ਨੇ। ਇੱਕ ਸਭ ਤੋਂ ਵੱਡੀ ਪ੍ਰੋਬਲਮ ਆਉਂਦੀ ਹੈ ਕਿ ਜਦੋਂ ਜਿਨ੍ਹਾਂ ਨੂੰ ਡਿਮੈਂਸ਼ੀਆ ਹੋ ਜਾਂਦਾ ਉਹ ਉੱਠਦੇ ਨਹੀਂ, ਬੈਠੇ ਰਹਿਣਗੇ ਸਾਰਾ ਦਿਨ। ਜੇ ਉਹਨਾਂ ਨੂੰ ਕੋਈ ਵੀ ਉੱਠੋ ਉਹਨਾਂ ਨੇ ਗੁੱਸੇ ਹੋ ਜਾਣਾ। ਤੁਸੀਂ ਲੱਤਾਂ ਬਾਹਾਂ ਜੇ ਆਪਣੀਆਂ ਹਿਲਾਓਗੇ ਫਿਰ ਹੀ ਠੀਕ ਹੋਣਾ। ਜੇ ਤੁਹਾਡੇ ਮਸਲ ਹੀ ਕਮਜ਼ੋਰ ਹੋ ਗਏ, ਸਪੋਜ਼ ਵੀ ਮੈਂ ਆਪਣੀ ਐਗਜ਼ਾਮਪਲ ਦੇਣਾ, ਜੇ ਮੈਂ ਕੋਈ ਤੁਰਨਾ ਹੀ ਨਹੀਂ, ਮੈਂ ਕੋਈ ਬਾਡੀ ਨੂੰ ਆਪਣੀ ਨੂੰ ਕਾਇਮ ਨਹੀਂ ਕਰਨਾ ਤੇ ਇਹਨੇ ਤਾਂ ਖਰਾਬ ਹੋਣਾ ਹੀ ਹੋਣਾ। ਮਸਲ ਖਰਾਬ ਹੋਣਗੇ ਫਿਰ ਤੁਹਾਡੇ ਗੋਡੇ ਜਾਣਗੇ ਫਿਰ ਉੱਠ ਨਹੀਂ ਹੋਣਾ। ਸੋ ਇਹ ਮੇਨਟੇਨ ਕਰਨਾ ਪੈਣਾ। ਬਲੱਡ ਪ੍ਰੈਸ਼ਰ ਨੂੰ ਰਿਪਲ ਇਫੈਕਟਸ ਹੈ। ਐਬਸੋਲੂਟਲੀ ਹਰ ਸਿਸਟਮ ਨੂੰ ਮੇਨਟੇਨ ਕਰਨ ਵਾਸਤੇ ਤੁਹਾਨੂੰ ਹਰ ਚੀਜ਼ ਕੰਮ ਕਰਨਾ ਪੈਣਾ। ਜਿਹੜੀ ਜਦੋਂ ਤੁਸੀਂ ਜਵਾਨ ਹੁੰਦੇ ਹੋ ਤੁਸੀਂ ਪਰਵਾਹ ਨਹੀਂ ਕਰਦੇ, ਤੁਸੀਂ ਬਾਡੀ ਨੂੰ ਅਬਿਊਜ਼ ਵੀ ਕਰਦੇ ਹੋ, ਜ਼ਿਆਦਾ ਖਾਂਦੇ ਹੋ, ਸ਼ਰਾਬ ਪੀ ਲੈਂਦੇ ਹੋ, ਪੁੱਠੇ ਕੰਮ ਕਰ ਲੈਂਦੇ ਹੋ, ਸਟ੍ਰੈਸ ਪੈ ਜਾਂਦਾ। ਕਈ ਤਰ੍ਹਾਂ ਦੇ ਅਸੀਂ ਸਿਰ ਦੇ ਉੱਤੇ ਭਾਰ ਆਪਣੇ ਸਿਰ 'ਤੇ ਪਾਏ ਨੇ ਜਿਨ੍ਹਾਂ ਦਾ ਕੋਈ ਮਤਲਬ ਨਹੀਂ ਹੈਗਾ। ਉਹ ਜਿਹੜੇ ਨਾ ਤੁਹਾਨੂੰ ਫਿਰ ਵੀ ਸਟ੍ਰੈਸ ਅਸੀਂ ਹੈਂਡਲ ਕਰ ਲੈਂਦੇ ਹਾਂ। ਜਿਹੜੀ ਜਦੋਂ ਉਮਰ ਵੱਧਦੀ ਹੈ ਉਸ ਹਿਸਾਬ ਨਾਲ ਤੁਹਾਡੀ ਬਾਡੀ ਨਹੀਂ ਕਰ ਸਕਦੀ ਟੋਲਰੇਟ। ਫॉर ਐਗਜ਼ਾਮਪਲ ਵੀ ਹੁਣ ਤੁਸੀਂ 64 ਸਾਲ ਦੇ ਹੋ, ਤੁਸੀਂ ਜਿਹੜਾ ਕੰਮ ਹੁਣ 46 ਸਾਲ ਦੇ ਉਹ ਤਾਂ ਹੁਣ ਕਰ ਨਹੀਂ ਸਕਦੇ। ਤੁਸੀਂ ਵਾਸਤੇ ਕਰਨਾ ਪੈਣਾ। ਤੁਹਾਡਾ ਸਵਾਲ ਸੀ ਵੀ ਕੀ ਕਰ ਸਕਦੇ ਹਾਂ। ਸੋ ਇਹ ਚੀਜ਼ਾਂ ਮੇਨਟੇਨ ਕਰੋ। ਆਪਣਾ ਐਟਲੀਸਟ ਰੈਗੂਲਰ ਚੈੱਕਅਪ ਕਰਨਾ ਤੇ ਇੰਪੋਰਟੈਂਟ ਹੈ। ਯੈਸ ਜੇ ਤੁਸੀਂ ਡਾਕਟਰ ਦੀ ਸ਼ਕਲ ਹੀ ਨਹੀਂ ਵੇਖੀ, ਕਦੀ ਸਿਰਫ ਉਹਨੂੰ ਸਤਿ ਸ੍ਰੀ ਅਕਾਲ ਹੀ ਬੁਲਾਈ ਹੈ 6 ਮਹੀਨਿਆਂ ਬਾਅਦ, ਤੇ ਉਹ ਗਲਤ ਨਹੀਂ ਬਣਨੀ। ਪਰ ਉਸ ਚੀਜ਼ ਨੂੰ ਤੁਸੀਂ ਆਪਣੇ ਟੈਸਟ ਕਰਾਓ। ਪ੍ਰਾਇਮਰੀ ਟੈਸਟ ਕਰਾਉਣੇ ਇੰਪੋਰਟੈਂਟ ਨੇ। ਬੰਦਿਆਂ ਦੇ ਟੈਸਟ ਕਰਾਉਣੇ ਵੱਖਰੇ ਨੇ, ਲੇਡੀਜ਼ ਦੇ ਵੱਖਰੇ ਨੇ, ਪ੍ਰੀਵੈਂਸ਼ਨ ਵਾਸਤੇ ਟੈਸਟ ਵੱਖਰੇ ਨੇ, ਇਲਾਜ ਵਾਸਤੇ ਟੈਸਟ ਵੱਖਰੇ ਨੇ, ਡਾਇਗਨੋਸਟਿਕ ਟੈਸਟ ਵੱਖਰੇ ਨੇ। ਫਾਰਚੂਨੇਟਲੀ ਜਿਹੜੇ ਮੁਲਕ 'ਚ ਰਹਿ ਰਹੇ ਹਾਂ ਰੀਜ਼ਨੇਬਲ ਤੌਰ 'ਤੇ ਹੈਲਥ ਕੇਅਰ ਸਿਸਟਮ ਹੈਗਾ। ਇਸ ਚੀਜ਼ ਨੂੰ ਆਪਾਂ ਇਹਨੂੰ ਪੂਰਾ ਇਹਦਾ ਫਾਇਦਾ ਨਹੀਂ ਮੈਂ ਕਹਿੰਦਾ ਹੁੰਦਾ, ਉਹਨੂੰ ਤੁਸੀਂ ਆਪਾਂ ਨੇ ਯੂਜ਼ ਕਰਨਾ ਫਾਰ ਆਵਰ ਓਨ ਹੈਲਥ। ਹੁਣ ਕਰੋਨਾ ਵਾਇਰਸ ਦੇ ਟਾਈਮ ਦੀ ਗੱਲ ਕਰੋ ਤਾਂ ਜਿਹੜੇ ਲੋਕ ਸਿਆਣੇ ਸੀ ਉਹਨਾਂ ਨੇ ਟਾਈਮ ਨੂੰ ਕਰ ਲਿਆ ਯੂਜ਼, ਘਰ ਬੈਠੇ ਐਕਸਰਸਾਈਜ਼ ਕਰ ਲਈ, ਆਪਣਾ ਸਿਸਟਮ ਬਦਲ ਲਿਆ। ਜਿਹੜੇ ਸੀ ਕੰਪਲੇਨ ਹੀ ਕਰਦੇ ਰਹਿ ਗਏ, ਕਈ ਖਾਈ ਗਏ ਨੇ, ਕਿਸੇ ਨੇ ਸ਼ਰਾਬ 'ਤੇ ਜ਼ੋਰ ਪਾ ਲਿਆ, ਕਿਸੇ ਨੇ ਲੜਨ 'ਤੇ ਜ਼ੋਰ ਪਾ ਲਿਆ। ਤੇ ਪਰ ਜਿਹੜੇ ਅਸੀਂ ਬਹੁਤ ਲੋਕ ਸੀ ਆਪਣੀ ਸਿਹਤ ਨੂੰ ਕਾਮਯਾਬ ਕਰ ਲਿਆ, ਉਹਨਾਂ ਨੇ ਕੰਮ ਕੀਤਾ। ਸੋ ਫਿਜ਼ੀਕਲੀ, ਮੈਂਟਲੀ, ਸਪਿਰਿਚੁਅਲੀ ਸਟਰੋਂਗ ਹੋਣਾ ਬੜਾ ਇੰਪੋਰਟੈਂਟ ਹੈ। ਸਪਿਰਿਚੁਅਲਿਟੀ ਜਿਹੜੀ ਹੈ ਨਾ ਉਹਦੇ ਬਾਰੇ ਤੇ ਜੇ ਤੁਸੀਂ ਅੰਦਰੋਂ ਸਟਰੋਂਗ ਨਹੀਂ ਹੈਗੇ, ਆਪਣੇ ਆਪ ਨੂੰ ਵਾਚ ਨਹੀਂ ਕਰਦੇ ਪਏ, ਫਿਜ਼ੀਕਲੀ ਤਾਂ ਤੁਸੀਂ ਕਰ ਲਿਆ, ਜੇ ਤੁਸੀਂ ਉਸ ਤਰ੍ਹਾਂ ਹੀ ਫਸੇ ਪਏ ਹੋ ਇਮੋਸ਼ਨਲੀ ਇੰਟੈਂਗਲਡ ਹੋ, ਤੁਹਾਡੇ ਦਿਮਾਗ ਦੇ ਵਿੱਚ ਕਲੈਰਿਟੀ ਹੈ ਨਹੀਂ, ਤੁਸੀਂ ਕੋਈ ਪੜ੍ਹਦੇ ਨਹੀਂ, ਕੁਝ ਸੁਣਦੇ ਨਹੀਂ, ਕਿਸੇ ਨਾਲ ਗੱਲਬਾਤ ਨਹੀਂ ਕਰਦੇ, ਸਹਿਣ ਸ਼ਕਤੀ ਹੈ ਨਹੀਂ, ਉਹ ਤੁਹਾਡੇ ਸਰੀਰ ਨੂੰ ਨੁਕਸਾਨ ਕਰਨਾ। ਜਿਹੜੇ ਲੋਕ ਦੇਖੇ ਗਏ ਨੇ ਬੜੇ ਸਮਾਰਟ ਲੋਕ ਨੇ ਕਿ ਜਿਨ੍ਹਾਂ ਨੇ ਸਾਰੀ ਉਮਰ ਬੜੀਆਂ ਅਚੀਵਮੈਂਟਸ ਕੀਤੀਆਂ, ਕਾਮਯਾਬ ਰਹੇ ਨੇ, ਆਪਣੇ ਬੱਚੇ ਪਾਲੇ। ਜਿਹੜਾ ਇਨਸਾਨ 83 ਤੇ ਪਹੁੰਚਿਆ, ਉਹਨੇ 83 ਤੱਕ 3 ਜਨਰੇਸ਼ਨਾਂ ਦਾ ਕੀਤਾ ਨਾ ਕੰਮ। 2 ਕੰਟੀਨੈਂਟ ਵਿੱਚ ਰਹਿ ਕੇ ਨਹੀਂ ਰਹੇ, ਹੋ ਸਕਦਾ 3 'ਚ ਹੀ ਰਹੇ ਹੁਣ। ਬਿਫੋਰ ਪਾਰਟੀਸ਼ਨ, ਆਫਟਰ ਪਾਰਟੀਸ਼ਨ ਤੋਂ ਬਾਅਦ 4 ਕੰਟੀਨੈਂਟਾਂ ਵਿੱਚ ਆਪਣੇ ਲੋਕ ਗਏ ਨੇ। ਅਕਸਰ ਉਹਨਾਂ ਨੇ ਇਸਟੈਬਲਿਸ਼ ਕੀਤਾ।
ਸਟ੍ਰੈਸ ਰਹੇ ਨੇ, ਰੇਸਿਜ਼ਮ ਫੇਸ ਕੀਤਾ, ਸਟ੍ਰੈਸ ਲਿਆ, ਕੰਮਾਂ 'ਤੇ ਸਟ੍ਰੈਸ ਲਿਆ, ਬੋਲੀ ਦੀ ਪ੍ਰੋਬਲਮ ਆ ਗਈ, ਲੈਂਗੁਏਜ ਦੀ ਪ੍ਰੋਬਲਮ ਆ ਗਈ, ਕੱਪੜਿਆਂ ਦੀ ਪ੍ਰੋਬਲਮ ਆ ਗਈ। ਸਾਨੂੰ ਤਾਂ ਸਾਰੇ ਇਹੋ ਸਮਝਦੇ ਵੀ ਪਤਾ ਨਹੀਂ ਇਹ ਕਿੱਥੋਂ ਆਏ ਨੇ, ਜੰਗਲਾਂ 'ਚੋਂ ਆਏ ਨੇ ਲੋਕ। ਇਹ ਨਹੀਂ ਸੀ ਪਤਾ ਵੀ ਅਸੀਂ ਤਾਂ ਸਾਰੀ ਦੁਨੀਆ, ਸਾਡੇ ਪੜ੍ਹੇ ਲਿਖੇ ਲੋਕ ਆਪਣੇ ਚੰਗੇ ਭਲੇ ਖਾਂਦੇ ਪੀਂਦੇ, ਇਹ ਨਹੀਂ ਕਿ ਇਹ ਤਾਂ ਹਾਲਾਤ ਦੀ ਗੱਲ ਹੈ ਵੀ ਕਈ ਕਾਰਨਾਂ ਕਰਕੇ ਲੋਕ ਆ ਗਏ, ਅਤੇ ਇਹਦਾ ਮਤਲਬ ਨਹੀਂ ਵੀ ਲੋਕਾਂ ਨੂੰ ਸਮਝ ਨਹੀਂ ਹੈਗੀ। ਸੋ ਓਵਰਆਲ ਜੇ ਤੁਸੀਂ ਦੇਖੋ ਵੀ ਦਿਸ ਇਜ਼ ਸਮਥਿੰਗ ਇਸ ਇਵੋਲਵਿੰਗ ਹੈ। ਆਪਾਂ ਨੂੰ ਗੱਲਬਾਤ ਤੇ ਚਲੋ ਮੈਡੀਕਲ ਦੀ ਗੱਲ ਤੇ ਨਹੀਂ ਹੈਗੀ, ਪਰ ਸਾਰੀ ਇਹ ਕਨੈਕਟਡ। ਦੈਟਸ ਟਰੂ, ਇਟਸ ਆਲ ਕਨੈਕਟਡ। ਤੇ ਡਾਕਟਰ ਸਾਹਿਬ, ਮੇਲ ਤੇ ਫੀਮੇਲਸ ਦੇ ਵਿੱਚ ਜੇ ਆਪਾਂ ਡਿਮੈਂਸ਼ੀਆ ਦੀ ਗੱਲ ਕਰੀਏ, ਅੱਜ ਇਹੀ ਆਪਣਾ ਮੇਨ ਟੌਪਿਕ ਹੈਗਾ, ਇਹਦਾ ਕੋਈ ਡਿਫਰੈਂਸ ਹੈਗਾ? ਇਹਦਾ ਰੇਸ਼ੋ ਦਾ ਤੇ ਐਗਜ਼ੈਕਟਲੀ, ਤੇ ਮੈਨੂੰ ਸੌਰੀ ਮੇਰੇ ਕੋਲ ਨਾ ਇਹਦਾ ਸਟੈਟਸ ਨਹੀਂ ਹੈਗੇ ਇਸ ਟਾਈਮ ਮੇਰੇ ਦਿਮਾਗ ਦੇ ਵਿੱਚ, ਪੂਰੀ ਗੱਲ ਨਹੀਂ ਯਾਦ ਰਹਿੰਦੀ ਹੁਣ। ਪਰ ਇਹ ਹੈਗਾ ਵੀ ਜਿੰਨਾ ਕੁ ਮੈਂ ਇਹਦੇ ਬਾਰੇ ਪੜ੍ਹਿਆ ਜਾਂ ਮੈਂ ਜਿੰਨੇ ਵੀ ਪ੍ਰੋਗਰਾਮ ਕੀਤੇ ਨੇ ਸਾਰੇ ਇਹਦੇ ਬਾਰੇ ਬਿਲਕੁਲ ਕਲੀਅਰ ਲੈਂਗੁਏਜ 'ਚ ਕੀਤੇ ਨੇ ਕਿ ਇੰਨਾ ਧਿਆਨ ਰੱਖੋ ਭੁਲੇਖੇ 'ਚ ਨਾ ਰਹੋ। ਸਾਰਿਆਂ ਨੇ ਭੁਲੇਖਾ ਹੁੰਦਾ ਵੀ ਜਿਹੜੀ ਯਾਦਾਸ਼ਤ ਬਸ ਸਾਰੀ ਇਹਨਾਂ ਨੂੰ ਸਾਰੀ ਗੱਲ ਯਾਦ ਹੈ, ਸਾਰੀ ਗੱਲ ਪਿਛਲੀ ਯਾਦ ਹੈ, ਪਿਛਲੇ ਹਫਤੇ ਦੀ ਗੱਲ ਨਹੀਂ ਯਾਦ ਇਹਨਾਂ ਨੂੰ, ਪਿਛਲੇ ਹਫਤੇ ਦੀ ਗੱਲ ਵਾਚ ਕਰੋ ਪਿਛਲੀ। ਸੋ ਜਿਹੜਾ ਉਸ ਚੀਜ਼ ਨੂੰ ਕਰਕੇ, ਇਸ ਤੋਂ ਇਲਾਵਾ ਜਿਹੜਾ ਨਾ ਆਪਣੇ ਆਪ ਉਹਨਾਂ ਨੂੰ ਬਾਕੀ ਹੈਗਾ ਵੀ ਵੈਨ ਦੇ ਹੈਵ ਡਿਮੈਂਸ਼ੀਆ, ਕੋਈ ਪ੍ਰੋਬਲਮ ਜੇ ਹੈ ਵੀ ਹੈ, ਉਹਨਾਂ ਨੂੰ ਪ੍ਰੋਪਰ ਤਰੀਕੇ ਨਾਲ ਸਫਾਈ ਰੱਖਣੀ, ਉਹਨਾਂ ਦੀ ਕੱਪੜੇ ਦੀ ਮੇਨਟੇਨੈਂਸ ਕਰਨੀ ਸੋਹਣੇ ਤਰੀਕੇ ਨਾਲ, ਜਿਸ ਤਰ੍ਹਾਂ ਕਿ ਬੰਦਾ ਜਿਉਂਦਾ ਜਾਗਦਾ ਹੁੰਦਾ ਉਸ ਤਰੀਕੇ ਨਾਲ। ਐਂਡ ਸੋਸ਼ਲ ਇੰਟਰੈਕਸ਼ਨ ਤੁਸੀਂ ਦੱਸਿਆ, ਸੋਸ਼ਲ ਇੰਟਰੈਕਸ਼ਨ ਤੋਂ ਬਿਨਾਂ ਤਾਂ ਗੱਲ ਹੀ ਨਹੀਂ ਬਣਨੀ, ਕੰਮ ਖਤਮ ਹੈ। ਫਿਰ ਜੇ ਤੁਸੀਂ ਪਰਸਨਲ ਕੇਅਰ ਹੋਮ 'ਚ ਪਾਤਾ ਤੇ ਹਫਤੇ ਆਈਸੋਲੇਟਡ ਹੋ ਕੇ ਡਨ, ਫਿਰ ਤੁਸੀਂ ਕਹਿਣਾ ਵੀ ਕੋਈ ਨਹੀਂ ਵੇਖਣ ਆਉਂਦਾ, ਤੇ ਫਿਰ ਹੈਗਾ ਵੀ ਨੈਚੁਰਲੀ ਫਿਰ ਜਿਹੜੇ ਬੱਚੇ ਨੇ ਜਾਂ ਜੋ ਹੁਣ ਮਾਂ-ਬਾਪ ਵੇਖਦੇ ਨੇ ਉਹੀ ਬੱਚਿਆਂ ਨੇ ਵੇਖਣਾ। ਜੇ ਤੁਸੀਂ ਆਪਣੇ ਮਾਂ-ਬਾਪ ਦੀ ਕੇਅਰ ਨਹੀਂ ਕੀਤੀ ਤਾਂ ਤੁਹਾਡੀ ਕਿੰਨੇ ਕਰਨੀ ਫਿਰ? ਟਰੂ। ਸੋ 2 ਮਿੰਟ ਰਹਿ ਗਏ ਡਾਕਟਰ ਸਾਹਿਬ, ਤੁਹਾਡੇ ਫਾਈਨਲ ਕਮੈਂਟਸ ਆਪਣੇ ਵਿਊਅਰਸ ਲਈ, ਤੁਹਾਡਾ ਮੈਸੇਜ। ਮੇਰਾ ਇੱਕੋ ਹੀ ਮੈਸੇਜ ਹੈ ਭਾਈ ਸਿੱਧੂ ਸਾਹਿਬ, ਸਾਰੇ ਆਪਣੀ ਕਮਿਊਨਿਟੀ ਵਾਸਤੇ, ਕਿ ਜਿਸ ਤਰ੍ਹਾਂ ਬਾਕੀ ਤਕਲੀਫਾਂ ਨੇ ਸਾਡੀ ਕਮਿਊਨਿਟੀ ਦੇ ਵਿੱਚ, ਉਸੇ ਤਰੀਕੇ ਨਾਲ ਡਿਮੈਂਸ਼ੀਆ ਦੀ ਪ੍ਰੋਬਲਮ ਵੀ ਹੈਗੀ ਹੈ। ਏਜ ਰਿਲੇਟਡ ਹੈਗਾ ਇਸ਼ੂ, ਹੈਲਥ ਰਿਲੇਟਡ ਇਸ਼ੂ ਹੈ। ਡਿਮੈਂਸ਼ੀਆ ਦੀਆਂ ਕਈ ਗੱਲਾਂ ਨੇ, ਅਲਜ਼ਾਈਮਰ ਹੈ, ਵਾਸਕੂਲਰ ਡਿਮੈਂਸ਼ੀਆ, ਡੈਫੀਸ਼ੀਐਂਸੀਜ਼ ਕਰਕੇ ਹੈਗਾ, ਹੋਰ ਕਈ ਇਹਦੇ 2-3 ਹੋਰ ਨਾਂ ਨੇ, ਪਰ ਨਾਵਾਂ ਤੋਂ ਆਪਾਂ ਨੂੰ ਲੈਣ ਨਾਲ ਤਾਂ ਕੋਈ ਫਰਕ ਨਹੀਂ ਪੈਣਾ, ਐਂਡ ਰਿਜ਼ਲਟ ਤਾਂ ਸੇਮ ਹੀ ਹੈ। ਜਿਹੜੀ ਚੀਜ਼ ਦੀ ਆਪਾਂ ਨੂੰ ਪ੍ਰੀਵੈਂਸ਼ਨ ਕਰ ਸਕਦੇ ਹੋ ਉਹ ਕਰੀਏ। ਜਦੋਂ ਡਾਇਗਨੋਸਿਸ ਹੋ ਗਿਆ, ਉਸ ਨੂੰ ਡਾਇਗਨੋਸ ਐਸਟੈਬਲਿਸ਼ ਕਰਕੇ ਉਸ ਚੀਜ਼ ਨੂੰ ਮੇਨਟੇਨ ਕਰਨ ਵਾਸਤੇ ਇੱਕ ਘਰ ਦੇ ਵਿੱਚ ਰਿਸਪੌਂਸੀਬਲ ਬੰਦੇ ਦੀ ਲਾਣੀ ਪੈਣੀ ਡਿਊਟੀ। ਉਸ ਤੋਂ ਬਾਅਦ ਜੇ ਤੁਹਾਨੂੰ ਹੋਮ ਕੇਅਰ ਚਾਹੀਦਾ, ਸਪੈਸ਼ਲਾਈਜ਼ਡ ਹੋਮ ਕੇਅਰ ਮੰਗਣੀ ਹੈ। ਤੀਜਾ, ਜੇ ਤੁਸੀਂ ਪਰਸਨਲ ਕੇਅਰ ਹੋਮ 'ਚ ਪਾਉਣਾ, ਪ੍ਰੋਪਰ 'ਚ ਪਾਉਣਾ। ਚੌਥਾ, ਮੈਂ ਸਾਰਿਆਂ ਨੂੰ ਇਹ ਦੱਸਣਾ ਚਾਹੁੰਦਾ ਕਿ ਜੇ ਤੁਸੀਂ ਕਿਸੇ ਵੀ ਬੰਦੇ ਦੀ, ਇਨਸਾਨ ਦੀ, ਤੁਹਾਡੇ ਘਰ ਵਿੱਚ ਡਿਸੇਬਿਲਿਟੀ ਦਾ ਇਸ਼ੂ ਹੈਗਾ, ਡਿਮੈਂਸ਼ੀਆ ਹੈਗਾ, ਉਹਦਾ ਟੈਕਸ ਕ੍ਰੈਡਿਟ ਮਿਲਦਾ ਤੁਹਾਨੂੰ। ਤੁਸੀਂ ਆਪਣਾ, ਜੇ ਤੁਸੀਂ ਘਰ ਵਿੱਚ ਰਹਿ ਕੇ ਉਸ ਚੀਜ਼ ਦਾ ਕੇਅਰ ਕਰਦੇ ਪਿਓ, ਤੇ ਉਹ ਸਪੈਸ਼ਲ ਫਾਰਮ ਹੁੰਦੇ ਨੇ, ਇੱਕ ਆਪਣੇ ਅਕਾਊਂਟੈਂਟ ਨਾਲ ਗੱਲ ਕਰਕੇ ਉਹ ਫਾਰਮ ਭਰੋ, ਤਾਂ ਕਿ ਤੁਸੀਂ ਜਿਹੜੀ ਕੇਅਰ ਪ੍ਰੋਵਾਈਡ ਕਰਦੇ ਪਿਓ ਤੁਹਾਨੂੰ ਥੋੜ੍ਹਾ ਜਿਹਾ ਸੌਖੇ ਹੋ ਜਾਏ। ਕਈ ਵਾਰੀ ਇਹ ਨਹੀਂ ਹੁੰਦਾ ਵੀ ਹਰ ਆਦਮੀ ਕੰਮ ਹੀ ਕਰ ਸਕਦਾ। ਜੇ ਤੁਸੀਂ ਕੰਮ ਤੁਹਾਨੂੰ ਛੱਡਣਾ ਪਿਆ, ਤੁਹਾਡੀ ਇਨਕਮ ਦੇ ਹਿਸਾਬ ਨਾਲ ਨਹੀਂ ਤੁਸੀਂ ਛੱਡ ਸਕਦੇ, ਫਿਰ ਜੋ ਵੀ ਤੁਹਾਨੂੰ ਮਿਲਦਾ, ਹੈਲਪ ਮਿਲਦੀ, ਉਹ ਹੈਲਪ ਲਓ। ਇਹਦੇ ਵਾਸਤੇ ਹੈਲਪ ਲਾਈਨਸ ਨੇ, 811 ਨੂੰ ਕਾਲ ਕਰ ਲਓ। ਪਰ ਤੁਹਾਡਾ ਬੈਸਟ ਸੋਰਸ ਪਤਾ ਕੌਣ ਹੈ ਇਹਦੇ ਵਾਸਤੇ? ਤੁਹਾਡਾ ਫੈਮਿਲੀ ਡਾਕਟਰ। ਫੈਮਿਲੀ ਡਾਕਟਰ ਨਾਲ ਕੰਟੈਕਟ ਰੱਖੋ। ਬਲੇਮ ਗੇਮ 'ਚ ਨਹੀਂ ਪੈਣ ਦੀ ਜ਼ਰੂਰਤ, ਕਿਉਂਕਿ ਇਹਦਾ ਡਾਇਗਨੋਸਿਸ ਨਾ ਉਹਨਾਂ ਨੂੰ ਵੀ ਉਹਨਾਂ ਪਤਾ ਜਿੰਨਾ ਪੜ੍ਹ ਕੇ ਤੁਹਾਨੂੰ ਪਤਾ ਲੱਗ ਜਾਣਾ। ਸੋ ਫੋਲੋ ਕਰੋ, ਤੇ ਇਹ ਤੇ ਕੁਦਰਤ ਦੇ ਹਿਸਾਬ ਨਾਲ ਜੋ ਵੀ ਸਾਡੇ ਹਿੱਸੇ ਹੁੰਦਾ ਉਹ ਆਉਣਾ। ਪਰ ਸਾਡੀ ਕਮਿਊਨਿਟੀ ਦਾ ਇਸ ਕੰਮ ਦੇ ਵਿੱਚ ਵੇਖਿਆ ਵੀ ਇੱਕ ਦੂਜੇ ਦਾ ਸਾਥ ਹੈਗਾ, ਆਪਾਂ ਸਾਰਿਆਂ ਦਾ ਸਾਥ ਹੈ। ਸਾਥ ਦੇ ਸਾਥ ਦੇ ਨਾਲ ਹੀ ਕਮਿਊਨਿਟੀ ਬੜੀ ਦੂਰ ਤੱਕ ਪਹੁੰਚ ਗਈ ਹੈ ਦੁਨੀਆ ਦੇ ਵਿੱਚ। ਜੇ ਅਸੀਂ ਲੋਕਾਂ ਨੂੰ ਮੁਸ਼ਕਲਾਂ ਨੇ ਤਾਂ ਅਸੀਂ ਮੁਸ਼ਕਲਾਂ 'ਚ ਸਾਥ ਲਈ ਮੁਸ਼ਕਲ ਵਿੱਚ ਵੀ ਖੜ੍ਹੇ ਹਾਂ, ਆਪਣੇ ਲੋਕਾਂ ਦੇ ਨਾਲ ਵੀ ਖੜ੍ਹੇ ਹਾਂ, ਆਪਣੇ ਪ੍ਰੋਵਿੰਸ ਤੇ ਆਪਣੀ ਕੰਟਰੀ ਦੇ ਨਾਲ ਵੀ ਖੜ੍ਹੇ ਹਾਂ। ਅਤੇ ਆਹ ਪ੍ਰੂਫ ਹੈ ਕਿ ਜਦੋਂ ਵੀ ਗੱਲ ਹੁੰਦੀ ਹੈ ਅਸੀਂ ਆਪਣਾ ਹਿੱਸਾ ਪਾਉਂਦੇ ਹਾਂ। ਥੈਂਕ ਯੂ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਆਪਦੇ ਬੜੇ ਕੀਮਤੀ ਸਮੇਂ ਜੋ ਟਾਈਮ ਕੱਢ ਕੇ ਆਲਵੇਜ਼ ਤੁਸੀਂ ਸਾਡੇ ਸ਼ੋਅ 'ਤੇ ਆਉਂਦੇ ਆ ਅਤੇ ਆਪਣੇ ਵਿਊਅਰਸ ਨਾਲ ਆਪਦੇ ਵਿਚਾਰ ਸਾਂਝੇ ਕਰਦੇ, ਬੜੇ ਹੀ ਸਿੰਪਲ ਸ਼ਬਦਾਂ ਦੇ ਵਿੱਚ ਉਹਨਾਂ ਨੂੰ ਤੁਸੀਂ ਐਕਸਪਲੇਨ ਕਰਦੇ ਆ, ਕਿਉਂਕਿ ਟੈਕਨੀਕਲ ਲੈਂਗੁਏਜ ਦੀ ਲੋੜ ਨਹੀਂ ਹੁੰਦੀ, ਜਿੰਨੀ ਵੀ ਆਪਣੇ ਸਿੰਪਲ ਭਾਸ਼ਾ ਦੇ ਵਿੱਚ ਅਸੀਂ ਆਪਦਾ ਮੈਸੇਜ ਤੁਹਾਡੇ ਨਾਲ ਸ਼ੇਅਰ ਕਰ ਸਕੀਏ। ਸਾਡੇ ਵਿਊਅਰਸ ਦਾ ਵੀ ਬਹੁਤ ਬਹੁਤ ਧੰਨਵਾਦ। ਇਹ ਸਨ ਡਾਕਟਰ ਗੁਲਜ਼ਾਰ ਚੀਮਾ, ਜਿਹੜੇ ਕਿ ਆਲਵੇਜ਼ ਕਮਿਊਨਿਟੀ ਨਾਲ ਸਾਂਝ ਪਾਉਂਦੇ ਆ, ਅਤੇ ਹੁਣ ਡਿਮੈਂਸ਼ੀਆ ਦਾ ਜਿਹੜਾ ਇਸ਼ੂ ਹੈ ਬਹੁਤ ਜ਼ਿਆਦਾ ਉੱਭਰ ਕੇ ਆਇਆ ਸੀ, ਸੋ ਉਸ ਦੇ ਬਾਰੇ ਅੱਜ ਸਾਡੀ ਗੱਲਬਾਤ ਹੋਈ ਹੈ। ਇਸ ਤੋਂ ਇਲਾਵਾ ਗੌਰਮੈਂਟ ਦੇ ਵੀ ਕਾਫੀ ਪ੍ਰੋਗਰਾਮ ਹੈ, ਜਿਵੇਂ ਹੈਲਥ ਲਿੰਕ BC, ਅਤੇ ਉਹਨਾਂ ਦੇ ਤੁਸੀਂ ਵੈਬਸਾਈਟ 'ਤੇ ਜਾ ਕੇ
ਉੱਥੇ ਫਰਸਟ ਲਿੰਕ ਜਿਹੜੇ ਹੈਗੇ ਆ ਸਾਰੀਆਂ ਵੈਬਸਾਈਟਸ ਆ ਉੱਥੇ ਵੀ ਜਾਓ। ਬਾਕੀ ਆਪਣੀ ਕਮਿਊਨਿਟੀ ਨੇ ਜਿਹੜੀ ਪਟੀਸ਼ਨ ਸ਼ੁਰੂ ਕੀਤੀ ਹੈ ਆਪਣੇ ਸਿਲਵਰ ਅਲਰਟ ਬਾਰੇ, ਉਹਨੂੰ ਤੁਸੀਂ ਸਾਈਨ ਕਰੋ। ਅਤੇ ਜਿਵੇਂ ਡਾਕਟਰ ਸਾਹਿਬ ਆਲਵੇਜ਼ ਕਹਿੰਦੇ ਆ, ਗੈਟ ਇਨਵੋਲਵ। ਅਤੇ ਜਿਹੜੇ ਇਸ ਕੰਡੀਸ਼ਨ ਦੇ ਵਿੱਚ ਗੁਜ਼ਰ ਰਹੇ ਆ, ਜਿਨ੍ਹਾਂ ਨੂੰ ਡਿਮੈਂਸ਼ੀਆ ਦੀ ਪ੍ਰੋਬਲਮ ਹੈ, ਯਾਦਾਸ਼ਤ ਭੁੱਲਣ ਲੱਗੀ ਹੈ, ਉਹਨਾਂ ਨੂੰ ਸਪੋਰਟ ਸਿਸਟਮ ਪ੍ਰੋਵਾਈਡ ਕਰੋ, ਉਹਨਾਂ ਨੂੰ ਆਈਸੋਲੇਟ ਨਾ ਕਰੋ, ਉਹਨਾਂ ਨੂੰ ਸੋਸ਼ਲਾਈਜ਼, ਬੱਚਿਆਂ ਨਾਲ ਖੇਡਣ ਦੀ, ਘੁੰਮਣ ਦੀ, ਬਾਹਰ ਨਿਕਲਣ ਦੀ, ਐਕਸਰਸਾਈਜ਼ ਦੀ ਬਹੁਤ ਲੋੜ ਹੈ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ। ਬਾਕੀ ਗੱਲਾਂ ਅਗਲੇ ਸ਼ੋਅ ਦੇ ਵਿੱਚ ਫੇਰ ਹੋਣਗੀਆਂ। ਕਿਸੇ ਨਾ ਕਿਸੇ ਕਮਿਊਨਿਟੀ ਦੇ ਨੁਮਾਇੰਦੇ ਨੂੰ, ਡਾਕਟਰ ਨੂੰ ਜਾਂ ਕਿਸੇ ਪੋਲੀਟੀਸ਼ੀਅਨ ਨੂੰ ਥੋੜ੍ਹੇ ਰੂਬਰੂ ਕਰਾਵਾਂਗੇ। ਪਲੀਜ਼ ਆਪਦੀ ਫੀਡਬੈਕ ਜ਼ਰੂਰ ਦਿਆ ਕਰੋ ਤਾਂ ਕਿ ਇਸ ਪ੍ਰੋਗਰਾਮ ਨੂੰ ਆਪਾਂ ਹੋਰ ਵੀ ਵਧੀਆ ਬਣਾ ਸਕੀਏ। ਬਹੁਤ ਬਹੁਤ ਧੰਨਵਾਦ। ਖੁਸ਼ ਰਹੋ, ਸਵਸਥ ਰਹੋ, ਹੈਲਥੀ ਰਹੋ, ਹੈਪੀ ਰਹੋ। ਰੱਬ ਰਾਖਾ। ਧੰਨਵਾਦ।